ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪਾਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪ੍ਰਵਾਸੈ ਜੋ ਰਹਿ, ਬੁਢੈ ਕਾਲੇ ਧਾਰ। ਕਬੀਰ ਪਾਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪ੍ਰਵਾਸੈ ਜੋ ਰਹਿ, ਬੁਢੈ ਕਾਲੇ ਧਾਰ। ਕਬੀਰ ਪਾਨ ਪਰਮੇਸ਼ਰ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਆਪ ਗੁਰਸਿੱਖ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਤ ਸੰਗਤ ਦੀਆਂ ਅਮੋਲਕ ਘੜੀਆਂ, ਅਮੋਲਕ ਸਮਾਂ ਗੁਰੂ ਸਾਹਿਬ ਜੀ ਬਖਸ਼ਦੇ ਨੇ। ਅਮੋਲਕ ਸਮਾਂ ਜਿਸ ਦਾ ਕੋਈ ਮੁੱਲ ਨਹੀਂ ਹੈ, ਸਤ ਸੰਗਤ ਦਾ ਕੋਈ ਮੁੱਲ ਨਹੀਂ। ਜਦੋਂ ਵਾਹਿਗੁਰੂ ਪਰਮੇਸ਼ਰ ਲੇਖਾ ਮੰਗੇਗਾ ਸਾਡੇ ਤੋਂ, ਜੇ ਜੀਵ ਦੀ ਸਤ ਸੰਗਤ ਕੀਤੀ ਹੈ ਤਾਂ ਇਸ ਦਾ ਕੋਈ ਮੁੱਲ ਨਹੀਂ ਹੋਵੇਗਾ। ਸਾਧ ਸੰਗਤ ਜੀ, ਇਸ ਦਾ ਮੁੱਲ ਵਾਹਿਗੁਰੂ ਨੂੰ ਜਾਂ ਤਾਂ ਬੈਕੁੰਠ ਧਾਮ ਦਾ ਵਾਸੀ ਬਣਾਏਗਾ ਅਤੇ ਜਾਂ ਫਿਰ ਸਾਧ ਸੰਗਤ ਜੀ ਦੁਬਾਰਾ ਜਨਮ ਦੇ ਕੇ ਭਗਤੀ ਵਾਲੇ ਮਾਰਗ ਵੱਲ ਤੋਰੇਗਾ। ਜੀਵ ਦੇ ਕਰਮ ਹੀ ਨਿਸ਼ਚਿਤ ਕਰਦੇ ਨੇ ਕਿ ਉਹਨੇ ਕਿੱਥੇ ਜਾਣਾ, ਕਿੱਥੇ ਪਹੁੰਚਣਾ ਹੈ। ਹਰ ਇੱਕ ਜੀਵ ਦੇ ਵੱਖੋ ਵੱਖਰੇ ਸੰਸਕਾਰ ਹੀ ਨਿਸ਼ਚਿਤ ਕਰਦੇ ਹੈ। ਉਸਦੇ ਜੇ ਕਰਮ ਸਤ ਸੰਗੀ ਹੋ ਗਏ, ਗੁਣਾਂ ਵਾਲੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਹੋ ਗਏ, ਮੁੱਲ ਕੋਈ ਨਹੀਂ ਹੈ ਸਤ ਸੰਗਤ ਦਾ। ਇਸ ਕਰਕੇ ਅਮੋਲਕ ਸਮਾਂ ਇਹੀ ਹੈ। ਤੇ ਸਾਧ ਸੰਗਤ ਜੀ, ਮਨ ਨੂੰ ਥੋੜ੍ਹਾ ਜਿਹਾ ਸਮਝਾ ਕੇ ਜਾਂ ਮਨ ਦੇ ਨਾਲ ਕਹਿ ਲਓ ਵੀ ਥੋੜ੍ਹਾ ਧੱਕਾ ਜਿਹਾ ਕਰਕੇ ਨਾ ਸਤ ਸੰਗਤ ਵਿੱਚ ਲੈ ਕੇ ਆਈਏ, ਤਨ ਤੇ ਮਨ ਨੂੰ ਹਾਜ਼ਰ ਕਰੀਏ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਏਗੀ। ਮਨ ਪਾਪਾਂ ਔਗਣਾਂ ਤੋਂ ਦੂਰ ਰਹਿਣ ਲੱਗ ਜਾਏਗਾ। ਜਦੋਂ ਕਿਸੇ ਨੂੰ ਸਜ਼ਾ ਮਿਲਦੀ ਹੈ, ਉਹ ਗੁਨਾਹ ਦੀ ਮਿਲਦੀ ਹੈ ਨਾ, ਪਾਪਾਂ ਦੀ ਵੀ ਮਿਲਦੀ ਹੈ ਨਾ ਸਜ਼ਾ, ਗਲਤੀ ਦੀ। ਜਦੋਂ ਕੋਈ ਗਲਤੀ ਵੀ ਨਹੀਂ ਹੋਵੇਗੀ ਤੇ ਸਜ਼ਾ ਵੀ ਨਹੀਂ ਹੋਵੇਗੀ, ਦੁੱਖ ਵੀ ਨਹੀਂ ਹੋਵੇਗਾ। ਤੋ ਇਸ ਕਰਕੇ ਮਨ ਹੈ ਜਿਹੜਾ ਵਿਸ਼ਿਆਂ ਵਿਕਾਰਾਂ ਤੋਂ ਪਰੇ ਰਹਿਣ ਲੱਗ ਜਾਏਗਾ। ਸੋ ਇਉਂ ਸਾਧ ਸੰਗਤ ਜੀ, ਮਹਾਰਾਜ ਜੀ ਨੇ ਅਮੋਲਕ ਸਮਾਂ ਬਖਸ਼ਿਆ ਸਤ ਸੰਗਤ ਦਾ, ਸੱਚੀ ਸੰਗਤ ਦਾ, ਰੱਬ ਪਰਮੇਸ਼ਰ ਦੀ ਸੰਗਤ ਦਾ। ਇਸ ਕਰਕੇ ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਬੈਠ ਕੇ ਕੁਝ ਕੁ ਸਮਾਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ, ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਮਹਾਰਾਜ
ਉਹਨਾਂ ਦੇ ਪਾਵਨ ਪਵਿੱਤਰ ਸ਼ਲੋਕ ਆਪ ਗੁਰਸਿੱਖ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਸ਼ਲੋਕਾਂ ਦੀ ਕਥਾ ਨੂੰ ਸਰਵਣ ਕਰ ਰਹੇ ਹੋ, ਸੁਣ ਰਹੇ ਹੋ। ਦੀਨ ਦੁਨੀਆ ਦੇ ਮਾਲਕ ਕਿਰਪਾ ਕਰ ਰਹੇ ਨੇ। ਜਿਸ ਕਬੀਰ ਸਾਹਿਬ ਜੀ ਮਹਾਰਾਜ ਦੇ ਸ਼ਲੋਕਾਂ ਨੂੰ ਆਪਾਂ ਘਰਾਂ 'ਚ ਸੁਣਦੇ ਹਾਂ, ਅਖੰਡ ਪਾਠ ਸਾਹਿਬ ਪਾਠ ਵੇਲੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ, ਮਹਾਰਾਜ ਭਗਤ ਕਬੀਰ ਜੀ ਦੇ ਸ਼ਲੋਕ ਸੁਣਦੇ ਹਾਂ, ਪਰ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਕਿ ਉਹਨਾਂ ਦੀ ਕਥਾ ਚੱਲ ਰਹੀ ਹੈ। ਇਸ ਕਥਾ ਨੂੰ ਨਾਲ ਨਾਲ ਰਿਕਾਰਡ ਕੀਤਾ ਜਾ ਰਿਹਾ, ਜੋ ਇੰਟਰਨੈਟ 'ਤੇ ਤੁਸੀਂ ਸੁਣ ਸਕਦੇ ਹੋ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਨੂੰ ਸੁਣੀਏ। ਮਹਾਰਾਜ ਬਾਣੀ ਦੇ ਦੁਆਰਾ ਕਲਯੁਗੀ ਜੀਵਾਂ ਨੂੰ ਕੀ ਉਪਦੇਸ਼ ਬਖਸ਼ਦੇ ਹੈ, ਕੀ ਸਮਝਾਉਂਦੇ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਭਗਤ ਕਬੀਰ ਸਾਹਿਬ ਜੀ ਕਾਂਸ਼ੀ ਵਿੱਚ ਰਹਿੰਦੇ ਹੈ। ਉੱਥੇ ਜੋ ਲੋਕ ਸਾਧ ਸੰਗਤ ਜੀ ਅਗਿਆਨਤਾ ਵਸ ਹੋ ਕੇ ਅਗਿਆਨੀ ਜਿਹੜੇ ਜੀਵ ਨੇ, ਉਹ ਵਹਿਮਾਂ ਭਰਮਾਂ 'ਚ ਫਸੇ ਹੋਣ ਕਰਕੇ ਨਾ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਨਹੀਂ ਕਰਦੇ। ਉਹ ਹੋਰਾਂ ਦੀ ਪੂਜਾ 'ਚ ਹੀ ਲੱਗੇ ਰਹਿੰਦੇ ਹੈ। ਸਾਧ ਸੰਗਤ ਜੀ, ਧੰਨਵਾਦ ਉਸ ਦਾ ਕਰਨਾ ਚਾਹੀਦਾ ਜਿਸ ਨੇ ਬਣਾਇਆ ਹੈ। ਬਹੁਤਾ ਸੋਹਣਾ ਚਿੱਤਰ ਕਿਸੇ ਨੇ ਬਣਾਇਆ ਹੋਵੇ ਨਾ, ਤੇ ਸਾਧ ਸੰਗਤ ਜੀ, ਕਿਸੇ ਨੇ ਤਸਵੀਰ ਬਹੁਤੀ ਸੋਹਣੀ ਬਣਾਈ ਹੈ, ਬਣਾਉਣ ਵਾਲੇ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਪੁਰਾਣੇ ਸਮਿਆਂ 'ਚ ਮਿੱਟੀ ਦੇ ਭਾਂਡੇ ਹੀ ਹੁੰਦੇ ਸੀ ਨਾ। ਵੇਖੋ, ਗੁਰਮੁਖੋ ਘੁਮਿਆਰ ਬਣਾਉਂਦਾ ਭਾਂਡੇ, ਤੇ ਭਾਂਡਿਆਂ ਦੀ ਸਿਫਤ ਕਰਨ ਨਾਲੋਂ ਨਾ ਜਿਸ ਨੇ ਬਣਾਇਆ ਹੈ ਉਸ ਦੀ ਸਿਫਤ ਕਰਨੀ ਚਾਹੀਦੀ ਹੈ। ਸਾਡਾ ਹਾਲ ਇਹ ਹੈ ਕਿ ਅਸੀਂ ਜੀਵਾਂ ਦੀ ਵੀ ਉਸਤਤੀ ਕਰਨ ਲੱਗ ਗਏ, ਦੇਵੀ ਦੇਵਤਿਆਂ ਦੀ ਉਪਾਸਨਾ 'ਚ ਹੀ ਲੱਗ ਗਏ, ਜਾਂ ਝੂਠੀ ਕਿਰਿਆ ਕਰਮ ਕਾਂਡ, ਇਹਨੂੰ ਕਰਮ ਕਾਂਡ ਆਖਿਆ। ਜੋ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤਾ ਉਸ ਨੂੰ ਕਰਮ ਕਾਂਡ ਨਹੀਂ ਆਖਿਆ। ਸਾਧ ਸੰਗਤ ਜੀ, ਕਰਮ ਕਾਂਡ ਤੇ ਉਹ ਹੁੰਦਾ ਨਾ ਜਿਹੜਾ ਗੁਰੂ ਸਾਹਿਬ ਦੇ ਪਰਮੇਸ਼ਰ ਦੇ ਹੁਕਮ ਤੋਂ ਬਾਹਰੀ ਹੋਵੇ। ਜਿਹੜਾ ਹੈ ਹੀ ਗੁਰੂ ਜੀ ਦੇ ਹੁਕਮ 'ਚ ਹੈ, ਭਾਣੇ 'ਚ, ਉਸ ਨੂੰ ਤੁਸੀਂ ਕਿਵੇਂ ਕਰਮ ਕਾਂਡ ਆਖੋਗੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਥੇ ਮਹਾਰਾਜ ਜੀ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਬਚਾਉਂਦੇ ਹੋਏ, ਸਮਝਾਉਂਦੇ ਹੋਏ ਬਚਨ ਕਰਨਗੇ। ਮਹਾਰਾਜ ਭਗਤ ਕਬੀਰ ਸਾਹਿਬ ਜੀ, ਆਓ ਬੈਠ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪਾਨ ਪਰਮੇਸ਼ਰ ਕੀਆ। ਸਾਧ ਸੰਗਤ ਜੀ, ਮਹਾਰਾਜ ਭਗਤ ਕਬੀਰ ਸਾਹਿਬ ਜੀ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਰਹਿੰਦੇ ਐ, ਉਹਨਾਂ ਨੂੰ ਮਹਾਰਾਜ ਜੀ ਸਮਝਾਉਂਦੇ ਆ, ਤੇ ਤੁਸੀਂ ਕਿਰਤਮ ਦੀ ਪੂਜਾ ਹੀ ਕਰ ਰਹੇ ਹੋ। ਭਾਵ ਕਿ ਇਹ ਪੱਥਰ ਤਾਂ ਜੜ ਹੈ, ਇਹ ਤਾਂ ਜੂਨੀ ਹੈ ਨਾ, ਭੋਗ ਜੂਨੀ ਹੈ ਪੱਥਰ ਤਾਂ। ਇਸੇ ਪ੍ਰਕਾਰ ਤੁਸੀਂ ਇਹਨੂੰ ਰੱਬ ਮੰਨੀ ਬੈਠੇ ਹੋ, ਪਰਮੇਸ਼ਰ ਜਾਣ ਕੇ ਪੂਜਾ ਕਰਦੇ ਹੋ। ਜੋ ਪਰਮੇਸ਼ਰ ਹਿਰਦੇ ਵਿੱਚ ਬੈਠਾ, ਸਾਧ ਸੰਗਤ ਜੀ, ਜਿਹੜਾ ਵਾਹਿਗੁਰੂ ਘਟਾਂ ਘਟਾਂ 'ਚ ਰਵਿਆ ਹੋਇਆ ਏ। ਮਹਾਰਾਜ ਕਹਿੰਦੇ, ਜਿਸ ਵਾਹਿਗੁਰੂ ਦੀ ਹੋਂਦ ਅਟਲ ਹੈ, ਜਿਹੜਾ ਪਰਮੇਸ਼ਰ ਅਬਨਾਸੀ ਸਰੂਪ ਹੈ ਭਾਈ, ਉਸ ਦਾ ਤੂੰ ਪੂਜਨ ਨਹੀਂ ਕਰਦਾ, ਪੱਥਰਾਂ ਦੀ ਪੂਜਾ ਕਰਦਾ ਰਹਿਣਾ ਆ। ਤੇਰੀ ਬੁੱਧੀ ਵੀ ਜੜ ਹੋ ਗਈ ਹੈ, ਪੱਥਰ ਹੋ ਗਈ ਹੈ। ਸਾਧ ਸੰਗਤ ਜੀ, ਜਿਹੜਾ ਆਪ ਪੱਥਰਾਂ ਦੀ ਪੂਜਾ ਕਰਦਾ ਹੋਵੇ, ਉਹ ਕਿਵੇਂ ਕਿਸੇ ਨੂੰ ਮੁਕਤ ਕਰ ਦੇਵੇ। ਜਿਹੜਾ ਮੁਕਤ ਹੈ ਉਹੀ ਮੁਕਤ ਕਰੂਗਾ ਨਾ। ਇਸੇ ਪ੍ਰਕਾਰ ਜਿਹੜਾ ਆਪ ਅਮੀਰ ਹੈ ਉਹੀ ਕਿਸੇ ਦੀ ਗਰੀਬੀ ਨੂੰ ਕੱਟੇਗਾ ਨਾ। ਜਿਹੜਾ ਆਪ ਪਾਟੀ ਜੀ ਬੋਰੀ 'ਤੇ ਬੈਠਾ ਹੈ, ਤੇ ਸਾਧ ਸੰਗਤ ਜੀ, ਉਹ ਕਿਵੇਂ ਕਿਸੇ ਦੀ ਗਰੀਬੀ ਕੱਟ ਦੇਵੇਗਾ। ਇਸੇ ਪ੍ਰਕਾਰ ਜਿਹੜੇ ਆਪ ਮੁਕਤ ਹੈ ਉਹੀ ਦੂਜਿਆਂ ਨੂੰ ਮੁਕਤ ਕਰ ਸਕਦੇ ਹੈ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ, ਆਪ ਮੁਕਤ ਕਰੇ ਸੰਸਾਰ। ਤੇ ਇਹ ਤੇ ਭੋਗ ਜੂਨੀ ਹੈ। ਜਿੰਨੇ ਵੀ ਸਾਧ ਸੰਗਤ ਜੀ, ਤੁਸੀਂ ਜੰਡਾਂ ਦੀ ਕਈ ਪੂਜਾ ਕਰਦੇ ਆ, ਪਿੱਪਲਾਂ ਨੂੰ ਤੇਲ ਦੇ, ਵੀ ਪਿੱਪਲ ਨੂੰ ਪਾਣੀ ਦੇਣਾ ਕਿ ਤੇਲ ਦੇਣਾ ਹੈ।
ਸਾਧ ਸੰਗਤ ਜੀ ਵੀ ਜਿਹੜਾ ਪਿੱਪਲ ਬੋੜ ਕੋਈ ਜੇ ਕਿੱਕਰ ਪੂਜਾ ਹੀ ਕਰਦੇ ਆ, ਤੁਸੀਂ ਜਦੋਂ ਰੋਡਾਂ ਤੇ ਜਾਵੋਗੇ ਨਾ ਲੀਰਾਂ ਜੀਆਂ ਲਾਲ ਜੀਆਂ ਅੱਛਾ ਉੱਥੇ ਪਤਾ ਹੋਣਗੇ ਕੌਣ, ਸਿੱਖ ਹੀ ਹੋਣਗੇ ਸਾਧ ਸੰਗਤ ਜੀ। ਤੇ ਦੇਖੋ ਹੋਰ ਹੋਣ ਤਾਂ ਕੋਈ ਗੱਲ ਨਹੀਂ, ਉਹਨਾਂ ਦੀ ਮਰਜ਼ੀ ਹੈ। ਸਿੱਖੋ ਤੁਹਾਡਾ ਤੇ ਗੁਰੂ ਕਿੱਡਾ ਵੱਡਾ ਹੈ। ਘਰੇ ਜੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਈ ਹੈ ਨਾ, ਨਾਲ ਦੇਵੀ ਦੇਵਤਿਆਂ ਦੀ ਵੀ ਲੱਗੀ ਹੋਈ ਹੈ ਵੀ ਤੈਨੂੰ ਮਹਾਰਾਜ ਤੇ ਭਰੋਸਾ ਨਹੀਂ ਆਇਆ, ਜਾਂ ਉਹਦੀ ਲਾ ਲਾ ਜਾਂ ਉਹਦੀ ਲਾ ਲਾ। ਸੋ ਸਾਧ ਸੰਗਤ ਜੀ ਪਤਾ ਹੀ ਨਹੀਂ ਹੈ, ਅਗਿਆਨੀ ਇੰਨੇ ਹੋ ਗਏ ਆ। ਤੇ ਕਈ ਇਹ ਵੀ ਕਹਿਣ ਲੱਗ ਜਾਂਦੇ ਆ ਜੀ ਸਾਡੀ ਤੇ ਵੱਡ ਵਡੇਰੇ ਵੀ ਤੇਰੇ ਵੱਡ ਵਡੇਰੇ ਗੁਰੂ ਗੋਬਿੰਦ ਸਿੰਘ ਤੋਂ ਉੱਚੇ ਹੋ ਗਏ। ਕਈ ਆਖਣਗੇ ਜੀ ਸਾਡੇ ਤਾਂ ਵੱਡ ਵਡੇਰੇ ਜਾਂਦੇ ਸੀ, ਕੀ ਕਰੀਏ, ਕਰਨਾ ਪੈਂਦਾ ਹੈ। ਤੇ ਕਰਨਾ ਪੈਂਦਾ ਹੈ ਵੀ ਤੈਨੂੰ ਇਹ ਨਹੀਂ ਪਤਾ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਬਚਨ ਕੀਤੇ ਹੈ, ਜੋ ਗੁਰਬਾਣੀ ਵਿੱਚ ਮਹਾਰਾਜ ਦਾ ਉਪਦੇਸ਼ ਆਇਆ, ਉਹ ਵੱਡਾ ਕਿ ਤੇਰੇ ਵੱਡ ਵਡੇਰੇ ਵੱਡੇ ਜਿਹੜੇ ਮਰ ਖੱਪ ਕੇ ਪਤਾ ਹੀ ਨਹੀਂ ਕਿੱਥੇ ਚਲੇ ਗਏ। ਸਤਿਗੁਰੂ ਤਾਂ ਹਜੇ ਵੀ ਗੁਰਤਾ ਗੱਦੀ 'ਤੇ ਬੈਠੇ ਹੈ, ਮਹਾਰਾਜ ਤੇ ਜੁਗੋ ਜੁਗ ਅਟਲ ਹੈ। ਇਸੇ ਤਰ੍ਹਾਂ ਹੀ ਮਹਾਰਾਜ ਨੇ ਰਹਿਣਾ ਇੱਥੇ ਸਦਾ ਵਾਸਤੇ। ਤੇ ਐਵੇਂ ਹੀ ਬਸ ਸਾਧ ਸੰਗਤ ਜੀ ਅਗਿਆਨਤਾ 'ਚ ਫਸ ਗਏ ਨਾ, ਝੂਠੀ ਕਿਰਿਆ 'ਚ ਹੀ ਲੱਗੇ ਹੋਏ ਨੇ। ਤਾਂ ਕਰਕੇ ਗੁਰੂ ਦੇਵ ਕਹਿੰਦੇ ਹੈ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਝੂਠੀ ਕਿਰਿਆ 'ਚ ਹੀ ਲੱਗੇ ਹੋਏ ਆ। ਬਾਣੀ ਪੜ੍ਹਾਂਗੇ ਤਾਂ ਗਿਆਨ ਆਵੇਗਾ ਨਾ, ਬਾਣੀ ਤਾਂ ਕੋਈ ਪੜ੍ਹਨੀ ਨਹੀਂ ਹੈ। ਸਾਧ ਸੰਗਤ ਜੀ ਤੜਕੇ ਉੱਠੇ ਬਸ ਪਹਿਲਾਂ ਮੂੰਹ ਚਾਹ ਨੂੰ ਮਾਰਿਆ, ਇੱਦਾਂ ਨਹੀਂ ਹੈ ਕਿ ਭਜਨ ਕਰ ਲਈਏ ਮਹਾਰਾਜ ਦਾ। ਸਾਧ ਸੰਗਤ ਜੀ ਵੀ ਬਾਣੀ ਪੜ੍ਹ ਲਈਏ, ਜੇ ਪੜ੍ਹਨੀ ਨਹੀਂ ਆਉਂਦੀ ਮੂਲ ਮੰਤਰ ਅਭਿਆਸ ਜਾਂ ਗੁਰ ਮੰਤਰੀ ਕਰ ਲਈਏ। ਨਹਾ ਕੇ ਨਾ ਚਾਹ ਪਹਿਲਾਂ ਰਸੋਈ 'ਚ ਜਾ ਕੇ ਵੜਦੇ ਹਾਂ, ਖਾਣ ਤੋਂ ਹੀ ਕੰਮ ਸ਼ੁਰੂ ਕਰ ਲਿਆ ਪਹਿਲਾਂ ਹੀ ਤੜਕੇ ਤੜਕੇ। ਕਿਥੇ ਤਾਂ ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਕਹਿੰਦੇ ਗੁਰ ਸਤਿਗੁਰ ਕਾ, ਮੈਂ ਨਹੀਂ ਕਹਿੰਦਾ ਇਹ, ਬਾਣੀ ਪੜ੍ਹੋ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਐ, ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ ਨਾ ਨਮਸਕਾਰ ਕਰਨ, ਦਰਸ਼ਨ ਕਰਨ, ਉਹ ਗੁਰੂ ਕਹਿ ਰਹੇ ਆ, ਕਹਿੰਦੇ ਜੇ ਮੇਰਾ ਸਿੱਖ ਹੈ ਨਾ, ਜਿਹੜਾ ਸਿੱਖ ਅਖਾਉਂਦਾ ਆ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਗੁਰੂ ਸਾਹਿਬ ਜੀ ਦੇ ਨਾਮ ਨੂੰ ਧਿਆਵੇ, ਨਾ ਕਿ ਚੱਕ ਕੇ ਗਲਾਸ ਮੂੰਹ ਨੂੰ ਲਾ ਲਿਆ। ਸਾਧ ਸੰਗਤ ਜੀ ਇਸੇ ਪ੍ਰਕਾਰ ਬਾਣੀ ਪੜ੍ਹਨੀ ਚਾਹੀਦੀ ਹੈ, ਭਜਨ ਕਰਨਾ ਚਾਹੀਦਾ। ਪਰ ਮਾਇਆ 'ਚ ਇੰਨੇ ਮਸਤ ਹੋ ਗਏ ਆ ਕਿ ਬਾ ਗੁਰੂ ਘਰ ਨੂੰ ਹੱਥ ਲਾ ਕੇ ਹੀ ਆਉਣਾ ਆ, ਨਾ ਭਜਨ ਕਰਨਾ ਨਾ ਕੁਝ ਹੋਰ ਕਰਨਾ। ਕੀ ਇਹ ਸਿੱਖੀ ਹੈ? ਇਹ ਸਿੱਖੀ ਨਹੀਂ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਤਾਂ ਭਾਈ ਗੁਰੂ ਸਾਹਿਬ ਜੀ ਦੇ ਬਚਨ ਮੰਨਣ ਦੀ ਹੈ, ਗੁਰੂ ਦੇ ਵਿਚਾਰ ਉਪਦੇਸ਼ ਸੁਣਨ ਵਾਲੀ ਸਿੱਖੀ ਹੈ। ਇਸ ਕਰਕੇ ਗੁਰਮੁਖੋ ਝੂਠੀ ਕਿਰਿਆ 'ਚ ਹੀ ਲੱਗੇ ਹੋਏ ਆ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਮਹਾਰਾਜ ਤਾਂ ਭੇਦ ਹੀ ਨਹੀਂ ਜਾਣੇ ਆ। ਇਉਂ ਕਹਿੰਦੇ ਕਬੀਰ ਸਾਹਿਬ ਜੀ, ਕੋਈ ਕਿਰਤਮ ਪੂਜਾ ਕਰ ਰਹੇ ਆ, ਅਸੀਂ ਪੱਥਰਾਂ ਦੀ ਪੂਜਾ ਕਰ ਰਹੇ ਆ ਅਸੀਂ ਕੋਈ। ਅੱਜ ਵੀ ਮਹਾਰਾਜ ਕਹਿੰਦੇ ਆ ਪੱਥਰਾਂ ਦੀ ਕਿਉਂ ਪੂਜਾ ਕਰਦੇ ਹੋ, ਪੱਥਰ ਤਾਂ ਜੜ ਹੈ। ਸਾਧ ਸੰਗਤ ਜੀ ਚੇਤਨ ਸਰੂਪ ਵਾਹਿਗੁਰੂ ਦੀ ਪੂਜਾ ਕਰੋ। ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਉਂਦਾ ਜਾਗਦਾ ਬੈਠਾ ਹੈ, ਉਸ ਦੀ ਪੂਜਾ ਕਰਨੀ ਚਾਹੀਦੀ ਹੈ। ਜਿਹੜਾ ਸਰਵ ਸ਼ਕਤੀਮਾਨ ਸਰਵ ਸ੍ਰੇਸ਼ਟ ਹੈ, ਜਿਸ ਨੇ ਸਾਰਾ ਕੁਝ ਬਣਾਉਣਾ ਕੀਤਾ, ਕੀਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ ਕੇਤੇ ਦੇਵਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਖਾਣੀਆਂ ਵੀ ਬਹੁਤ ਬਣਾਈਆਂ ਹੈ, 4 ਖਾਣੀਆਂ ਇਹਨੇ, ਪਰ ਬਣਾਈਆਂ ਬਹੁਤ ਹੈ। ਪਤਾ ਨਹੀਂ ਕਿੰਨੀਆਂ ਕੁ ਖਾਣੀਆਂ ਬਣੀਆਂ ਨੇ। ਸਾਧ ਸੰਗਤ ਜੀ ਇਹ ਤੇ ਮੂਲ ਰੂਪ ਜੀ 4 ਖਾਣੀਆਂ ਮੰਨਦੇ ਆ। ਗੁਰਬਾਣੀ ਵਿੱਚ ਵੀ 4 ਖਾਣੀਆਂ ਦੀ ਸਾਧ ਸੰਗਤ ਜੀ ਜ਼ਿਕਰ ਆਇਆ, ਪਰ ਗੁਰੂ ਸਾਹਿਬ ਕਹਿੰਦੇ ਕੇਤੀਆ ਖਾਣੀ ਕੇਤੀਆ ਬਾਣੀ। ਬਾਣੀ ਵੀ 4 ਪ੍ਰਕਾਰ ਦੀ ਹੈ ਸਾਧ ਸੰਗਤ ਜੀ। ਤੇ ਬੈਖਰੀ ਮਧਮਾ ਪਸੰਤੀ ਤੇ ਪਰਾ, ਇਹਨੂੰ 4 ਬਾਣੀਆਂ ਆਖਿਆ। ਸੋ ਇਸੇ ਪ੍ਰਕਾਰ ਇਹ ਵੀ ਬਹੁਤ ਹੈ ਸਾਧ ਸੰਗਤ ਜੀ। ਕੇਤੇ ਪਾਤ ਨਰਿੰਦ, ਮਹਾਰਾਜ ਕਹਿੰਦੇ ਕੇਤੇ ਸੁਰਤੀਆ ਸੇਵਕ, ਕੇਤੇ ਨਾਨਕ ਅੰਤ ਨਾ ਅੰਤ।
ਅੰਤ ਹੀ ਨਹੀਂ ਹੈ ਕੋਈ ਭਾਈ। ਇਸੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਏਡਾ ਵੱਡਾ ਜਿਹੜਾ ਸਰਵ ਸ੍ਰੇਸ਼ਟ ਹੈ, ਉਹਨੂੰ ਕਈ ਸਾਧ ਸੰਗਤ ਜੀ ਪੂਜਣਾ ਹੀ ਨਹੀਂ ਕਰਦੇ। ਪੱਥਰਾਂ ਨੂੰ ਮਾਲਾ ਚੜਾਉਣਗੇ, ਪੱਥਰਾਂ ਤੇ ਟਿੱਕੇ ਲਾਉਣਗੇ, ਉਹ ਤੇ ਪੱਥਰ ਹੈ ਉਹ ਕਿਹੜਾ ਕੁਛ ਬੋਲਦਾ ਆ। ਜਿਹੜਾ ਬੋਲਦਾ ਆ ਉਹਦੇ ਅੱਗੇ ਆਉਂਦੇ ਨਹੀਂ ਹੈ। ਇਸੇ ਕਰਕੇ ਕਈ ਸਾਧ ਸੰਗਤ ਜੀ ਇਹ ਹਿੰਦੂ ਮਤ ਵਾਲੇ ਵੀ ਇਹੀ ਕਰਦੇ ਆ ਨਾ, ਪੱਥਰਾਂ ਦੀ ਪੂਜਾ ਬਹੁਤੀ ਕਰਦੇ ਹੈ। ਮਹਾਰਾਜ ਕਹਿੰਦੇ ਕੀ ਹੋ ਜਾਏਗਾ ਪੱਥਰਾਂ ਦੀ ਪੂਜਾ ਕਰਕੇ, ਕਿਹੜਾ ਤੂੰ ਅਕਾਲ ਪੁਰਖ ਪਾ ਸਕਦਾ ਆ। ਤੂੰ ਨਿਰਗੁਣ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰ, ਜਿਹੜਾ ਜਿਉਂਦਾ ਜਾਗਦਾ ਨਿਰਗੁਣ ਸਰਗੁਣ ਹੈ ਉਸ ਦੀ ਪੂਜਾ ਕਰ। ਮੂਰਤਾਂ ਵਿੱਚ ਵਾਹਿਗੁਰੂ ਨਹੀਂ ਬੈਠਾ। ਮੂਰਤੀ ਤਾਂ ਉਹ ਤਾਂ ਅਕਾਲ ਮੂਰਤ ਹੈ, ਮੂਰਤ ਤੋਂ ਰਹਿਤ ਹੈ। ਤੇ ਸਾਧ ਸੰਗਤ ਜੀ ਇੱਥੇ ਹੋਰ ਥੋੜਾ ਧਿਆਨ ਦਿਓ। ਭਗਤ ਕਬੀਰ ਜੀ ਦਾ ਇੱਕ ਬਚਨ ਆਇਆ, ਧਿਆਨ ਦੇ ਕੇ ਬਚਨ ਸੁਣਿਓ। ਮਹਾਰਾਜ ਕਹਿੰਦੇ ਜਿਹੜੀ ਮੂਰਤੀ ਨੂੰ ਬਣਾਉਣ ਵਾਲਾ ਜਿਹੜਾ ਸਾਧ ਸੰਗਤ ਜੀ ਮੂਰਤੀਕਾਰ ਸੀ ਨਾ, ਉਹਦੇ ਬਾਰੇ ਸੁਣਿਓ। ਗੁਰਬਾਣੀ 'ਚ ਹੀ ਬਚਨ ਹੈ ਸਾਰੇ। ਮਹਾਰਾਜ ਕਹਿੰਦੇ ਨੇ, ਪਾਖਾਨ ਗੜ ਕੈ ਮੂਰਤ ਕੀਨੇ ਦੇ ਕੈ ਛਾਤੀ ਪਾਓ। ਪਾਖਾਨ ਗੜ ਕੈ, ਗੜ ਨਾਮ ਹੈ ਘੜਨ ਦਾ। ਮਹਾਰਾਜ ਕਹਿੰਦੇ ਪਖਾਨ ਨੂੰ ਭਾਵ ਪੱਥਰ ਨੂੰ ਘੜਿਆ, ਦੇ ਕੈ ਛਾਤੀ ਪਾਓ। ਹੁਣ ਏਡੀ ਵੱਡੀ ਮੂਰਤੀ ਬਣਾਉਣੀ ਹੈ, ਉਹਦੀ ਛਾਤੀ ਤੇ ਪੈਰ ਰੱਖ ਕੇ ਉਹਦਾ ਮੂੰਹ ਬਣਾਇਆ, ਦੇ ਕੈ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ। ਮਹਾਰਾਜ ਕਹਿੰਦੇ ਜੇ ਮੂਰਤ ਸੱਚੀ ਹੁੰਦੀ ਤਾਂ ਬਣਾਉਣ ਵਾਲੇ ਨੂੰ ਕਿਉਂ ਨਹੀਂ ਖਾ ਗਈ ਬਈ। ਇਹ ਗੁਰੂ ਗ੍ਰੰਥ ਸਾਹਿਬ ਜੀ ਸਵਾਲ ਕਰ ਰਹੇ ਨੇ। ਦੇਖੋ ਸਾਧ ਸੰਗਤ ਜੀ 379 ਅੰਗ ਤੇ ਮੈਨੂੰ ਲੱਗਦਾ ਇਹ ਬਚਨ ਆਉਂਦਾ ਹੈ। ਹਾਂ 379 ਤੇ ਹੀ ਆਉਂਦਾ ਹੈ, ਆਸਾ ਰਾਗ 'ਚ ਆਉਂਦਾ ਹੈ। ਤੇ ਦੱਸੋ ਮਹਾਰਾਜ ਕਹਿੰਦੇ ਜੇ ਇਹ ਮੂਰਤ ਸਾਚੀ ਹੈ, ਹਾਂ ਠੀਕ ਹੈ ਵੀ ਜੇ ਮੂਰਤ ਸੱਚੀ ਹੈ ਤਾਂ ਗੜ ਨਹਾਰੇ ਖਾਓ, ਤਾਂ ਬਣਾਉਣ ਵਾਲੇ ਨੂੰ ਕਿਉਂ ਨਹੀਂ ਖਾ ਗਈ। ਉਹ ਤਾਂ ਕਹਿੰਦੇ ਪਾਖਾਨ ਗੜ ਕੇ ਮੂਰਤ ਕੀਨੇ ਦੇ ਕੇ ਛਾਤੀ ਪਾਓ। ਆ ਪ੍ਰਚਾਰ ਜੇ ਗੁਰੂ ਘਰਾਂ 'ਚ ਗੁਰਸਿੱਖੀ ਦਾ ਜਾਂ ਹੋਵੇਗਾ ਨਾ, ਵਹਿਮ ਭਰਮ ਤੋਂ ਦੁਨੀਆ ਦੂਰ ਹੋਵੇਗੀ। ਠੀਕ ਹੈ, ਸਿੱਖ ਤਾਂ ਪੂਜਦਾ ਨਹੀਂ ਆ ਮੂਰਤਾਂ ਨੂੰ, ਹਿੰਦੂਆਂ ਨੂੰ ਸਤਿਗੁਰਾਂ ਜੀ ਨੇ ਆਖਿਆ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ, ਕਿਸੇ ਇੱਕ ਵਾਸਤੇ ਨਹੀਂ ਹੈ। ਪਰ ਜੋ ਸੱਚ ਹੈ ਮਹਾਰਾਜ ਸੱਚ ਹੀ ਕਹਿਣਗੇ, ਚਾਹੇ ਕੋਈ ਵੀ ਹੋਵੇ। ਇੱਥੇ ਕੋਈ ਹਿੰਦੂ ਮੁਸਲਮਾਨ ਈਸਾਈ ਬੋਧੀ ਦੀ ਗੱਲ ਨਹੀਂ ਹੈ। ਇੱਥੇ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਮਹਾਰਾਜ ਦਾ ਬਚਨ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਇਹੀ ਕਹਿੰਦੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ 4 ਹੈ, ਪਰ ਲੰਘਣਾ ਤੇ ਇੱਕ ਥਾਈਂ ਦੀ ਪੈਂਦਾ ਹੈ, 2 ਥਾਵਾਂ ਤੇ ਲੰਘਣਾ ਨਹੀਂ ਪੈਂਦਾ। ਇਹ ਨਹੀਂ ਹੈ ਕਿ ਮਾਈਆਂ ਨੂੰ ਅੱਡ ਹੈ ਕਿ ਭਾਈਆਂ ਨੂੰ ਅੱਡ ਹੈ, ਨਾ ਇੱਕੋ ਹੀ, ਇੱਕ ਹੀ ਹੈ ਬਸ ਦਰਵਾਜ਼ਾ ਇੱਕ। ਮਹਾਰਾਜ ਕਹਿੰਦੇ ਇੱਕ ਦੀ ਪੂਜਾ ਕਰ। ਆਉਣ ਇੱਥੇ ਸਾਰੇ, ਪਰ ਪੂਜਾ ਇੱਥੇ ਇੱਕ ਦੀ ਹੈ। ਇਹਦਾ ਭਾਵ ਇਹੀ ਹੈ, ਇਹ ਗੁਰੂ ਸਾਹਿਬ ਨੇ ਬਣਾਈ, ਇਸ ਕਰਕੇ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ। ਸੋ ਸਾਧ ਸੰਗਤ ਜੀ ਇਹ ਮਹਾਰਾਜ ਜੀ ਨੇ ਦਿਖਾਇਆ ਪ੍ਰੈਕਟੀਕਲ ਕਰਕੇ। ਸਤਿਗੁਰਾਂ ਜੀ ਨੇ ਸਭ ਕੁਝ ਕਰਕੇ ਵਿਖਾਇਆ। ਮਹਾਰਾਜ ਦੇ ਦਰ ਘਰ ਵੇਖੇ ਬੜੀ ਸੰਗਤ ਮਹਾਰਾਜ ਦੇ ਆਉਂਦੀ ਹੈ, ਮੁਸਲਮਾਨ ਵੀ ਆਉਂਦੇ ਹੈ, ਹਿੰਦੂ ਮਤ ਵਾਲੇ ਵੀਰ ਵੀ ਉੱਥੇ ਉਪਦੇਸ਼ ਲੈਣ ਆਉਂਦੇ ਆ ਮਹਾਰਾਜ ਦੇ ਚਰਨੀ। ਜਦੋਂ ਗੁਰੂ ਸਾਹਿਬ ਸਰੀਰ ਕਰਕੇ ਸੀ ਨਾ 5ਵੇਂ ਪਾਤਸ਼ਾਹ ਮਹਾਰਾਜ ਦੇ ਕੋਲ, ਉਦੋਂ ਵੀ ਬੜੇ ਬੜੇ ਜੋਗੀ ਲੋਕ, ਤਪੀ ਲੋਕ ਆਉਂਦੇ ਆ ਉਪਦੇਸ਼ ਸੁਣਨ ਵਾਸਤੇ। ਉਦੋਂ ਵੀ ਆਉਂਦੇ ਸੀ ਮਹਾਰਾਜ ਦੇ ਪਾਸ, ਪਰ ਫਰਕ ਹੈ ਵੀ ਮੰਨ ਜਾਂਦੇ ਸੀ ਉਹ। ਅੱਜ ਵਾਲੇ ਮੰਨਣ ਵਾਲੇ ਨਹੀਂ, ਅੱਜ ਤੇ ਹੰਕਾਰ ਬਹੁਤਾ ਆ। ਸੋ ਗੁਰਮੁਖੋ ਮਹਾਰਾਜ ਇੱਕ ਬਚਨ ਕੁਐਸਚਨ ਕਰ ਰਹੇ ਹੈ। ਸਤਿਗੁਰੂ ਕਹਿੰਦੇ ਜੇ ਤੂੰ ਕਹਿੰਦਾ ਮੂਰਤ ਸੱਚੀ ਹੈ ਤਾਂ ਫਿਰ ਬਣਾਉਣ ਵਾਲੇ ਨੂੰ ਬਈ ਦੱਸ ਕਿਉਂ ਨਹੀਂ ਖਾ ਗਈ। ਜਿਹੜੇ ਮੂਰਤਾਂ ਦੀਆਂ ਪੂਜਾ ਕਰਦੇ ਐ ਉਹਨਾਂ ਨੂੰ ਸਵਾਲ ਗੁਰੂ ਜੀ ਇਹ ਕਰਦੇ ਐ। ਫਿਰ ਕਹਿੰਦੇ ਭੋਗਣ ਹਾਰੇ ਭੋਗਿਆ ਤਿਸ ਮੂਰਤ ਕੈ ਮੁਖ ਛਾਰ। ਕਹਿੰਦਾ ਅਸੀਂ ਭੋਗ ਲਵਾਉਣੇ ਆ ਮੂਰਤੀ ਨੂੰ। ਮੂਰਤੀ ਨੂੰ ਭੋਗ ਲਵਾ ਲਿਆ ਨਾ, ਮੂਰਤੀ ਨੂੰ ਕਹਿੰਦੇ ਭੋਗ ਲਵਾ ਲਿਆ। ਜਦੋਂ ਥੋੜਾ ਥੋੜਾ ਮੂੰਹ ਨੂੰ ਲਾਤਾ, ਮਗਰੋਂ ਕਹਿੰਦੇ ਸਵਾਹ ਲਾਤੀ। ਸਵਾਹ ਕਹਿੰਦੇ ਜੀ ਕਾਹਤੋਂ ਲਾਈ? ਕਹਿੰਦੇ ਜੀ ਕੀੜੀਆਂ ਚੜਨਗੀਆਂ। ਸੋ ਮਹਾਰਾਜ ਕਹਿੰਦੇ ਭੋਗਣ ਹਾਰੇ ਭੋਗਿਆ। ਭੋਗ ਤਾਂ ਕੀ ਲਾਉਣਾ ਸੀ ਮੂਰਤੀ ਨੇ, ਕਹਿੰਦੇ ਖਾਣ ਵਾਲਿਆਂ ਨੇ ਖਾ ਲਈ। ਤੇ ਮੁੜ ਕੇ ਕਹਿੰਦੇ ਉਹ ਜਿਹੜੀ ਮੂਰਤੀ ਨੂੰ ਸਵਾਹ ਲਾਤੀ, ਭੋਗਣ ਹਾਰੇ ਭੋਗਿਆ ਤਿਸ ਮੂਰਤ ਕੈ ਮੁਖ ਛਾਰ। ਉਸ ਮੂਰਤੀ ਦੇ ਮੂੰਹ ਨੂੰ ਤਾਂ ਸਵਾਹ ਲਾਤੀ ਵੀ ਕੀੜੀਆਂ ਨਾ ਚੜਨ ਕਿਤੇ।
ਇਸੇ ਪ੍ਰਕਾਰ ਕਹਿੰਦੇ ਮਹਾਰਾਜ ਕਹਿੰਦੇ ਇਹ ਵਹਿਮ ਹੀ ਕਾ ਝੂਠੀ ਕਿਰਿਆ 'ਚ ਹੀ ਲੱਗੇ ਹੋਏ ਨੇ ਸਾਰੇ। ਸੋ ਇਸੇ ਪ੍ਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਜੇ ਮੈਂ ਗੱਲ ਕਰਾਂ ਭਾਈ ਗੁਰਮੁਖੋ, ਇੱਥੇ ਇਹ ਦੇਖ ਲਿਓ, ਭਾਵੇਂ ਕੋਈ ਵੱਡੇ ਛੋਟੇ ਦੀ ਗੱਲ ਨਹੀਂ ਕਰਦਾ। ਇਹ ਨਹੀਂ ਕਹਿੰਦਾ ਵੀ ਤੁਸੀਂ ਆਖੋ ਕਿ ਨਹੀਂ ਆਪਣੇ ਭਾਂਡੇ ਨੂੰ ਸਲਾਉਂਦਾ ਹੈ ਕੋਈ, ਨਾ ਭਾਈ। ਕੜਾਹ ਪ੍ਰਸ਼ਾਦ ਦੀ ਦੇਗ ਕੋਈ ਰਹਿਤਵਾਨ ਗੁਰਸਿੱਖ ਨਿਤਨੇਮੀ ਹੋਵੇ, ਪੂਰੀ ਸੋਚਮਤਾ ਦੇ ਨਾਲ ਸਾਧ ਸੰਗਤ ਜੀ ਬਾਣੀ ਪੜ੍ਹਦਾ ਹੋਇਆ ਸ਼੍ਰੀ ਜਪਜੀ ਸਾਹਿਬ ਦਾ ਜਾਪ ਕਰੇ, ਫਿਰ ਸਾਧ ਸੰਗਤ ਜੀ ਪੂਰਾ ਪਾਵੇ ਉਹ ਜੋ ਰਾਸ਼ਨ ਹੈ, ਜੋ ਸਿੱਧਾ ਹੈ। ਫਿਰ ਕੋਲ ਬਹਿ ਕੇ ਸਾਧ ਸੰਗਤ ਜੀ ਸ਼੍ਰੀ ਆਨੰਦ ਸਾਹਿਬ ਦਾ ਜਾਪ ਕਰੇ, ਸਰਬ ਲੋਹ ਦੇ ਬਾਟੇ 'ਚ ਮਹਾਰਾਜ ਨੂੰ ਭੋਗ ਲਵਾਵੇਗਾ। ਪਹਿਲਾਂ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਸਾਧ ਸੰਗਤ ਜੀ ਤੋਲਿਓ, ਤੇ ਜਦੋਂ ਭੋਗ ਲਵਾ ਕੇ ਭੋਗ ਲੱਗ ਗਿਆ ਨਾ ਮਹਾਰਾਜ ਜੀ ਨੂੰ, ਉਦੋਂ ਤੋਲੋਗੇ ਤੇ ਸਾਧ ਸੰਗਤ ਜੀ ਉਹਦੇ ਵਿੱਚ ਘਟਿਆ ਹੋਇਆ ਹੋਏਗਾ। ਵੇਖ ਲਿਓ ਕਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਐ, ਬਿਰਾਜਮਾਨ ਨੇ ਗੁਰਤਾ ਗੱਦੀ ਤੇ, ਪਰ ਬਣਾਉਣ ਵਾਲਾ ਸ਼ੁੱਧ ਹੋਵੇ, ਕੋਈ ਕੁਰੈਤ ਨਾ ਕੀਤੀ ਹੋਵੇ, ਕੋਈ ਬੇਅਮਰਤੀਆਂ ਨਿਗਰਾ ਪਤਤ ਨਾ ਹੋਵੇ, ਕਿਉਂਕਿ ਜਿਹੜਾ ਅੰਮ੍ਰਿਤਧਾਰੀ ਨਹੀਂ ਨਾ ਹੈਗਾ ਉਹ ਦੇਗ ਨਹੀਂ ਬਣਾ ਸਕਦਾ। ਸਾਧ ਸੰਗਤ ਜੀ ਜਿਹੜੇ ਬਾਣੀ ਨਹੀਂ ਪੜ੍ਹਦੇ ਉਹ ਵੀ ਨਹੀਂ ਬਣਾ ਸਕਦੇ। ਇਸੇ ਪ੍ਰਕਾਰ ਇਹ ਕਹਿੰਦੇ ਉਹ ਤੇ ਘੁੱਟ ਹੋ ਗਈ ਦੇਗ ਜਦੋਂ ਭੋਗ ਲਾਉਣਗੇ ਮਹਾਰਾਜ। ਸੋ ਪਹਿਲਾਂ ਤੁਸੀਂ ਜਦੋਂ ਬਣ ਗਈ ਉਦੋਂ ਤੋਲਿਓ, ਤੇ ਜਦੋਂ ਭੋਗ ਲੱਗ ਗਿਆ ਉਦੋਂ ਤੋਲ ਕੇ ਵੇਖਿਓ ਘਟਿਆ ਹੋਵੇਗਾ। ਸਾਧ ਸੰਗਤ ਜੀ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਲੈ ਵੇਖ ਲਓ। ਸੋ ਇਸੇ ਕਰਕੇ ਗੁਰੂ ਜੀ ਭੋਗ ਲਾਉਂਦੇ ਐ, ਸੱਚੇ ਪਾਤਸ਼ਾਹ ਛਕਦੇ ਐ। ਆਉਂਦਾ ਨਹੀਂ ਬਚਨ, ਗੁਰਬਾਣੀ ਦਾ ਹੀ ਬਚਨ ਹੈ। ਹੁਣ ਲਾਵੋ ਭੋਗ ਹਰ ਰਾਏ, ਮਹਾਰਾਜ ਭੋਗ ਲਾਓ, ਕਿਉਂਕਿ ਗੁਰੂ ਸਾਹਿਬ ਪ੍ਰਤੱਖ ਹੈ, ਪ੍ਰਗਟ ਗੁਰਾਂ ਕੀ ਦੇ, ਮਹਾਰਾਜ ਪ੍ਰਗਟ ਹੈ। ਸੋ ਇਸੇ ਪ੍ਰਕਾਰ ਭਾਈ ਅਸੀਂ ਪੂਜਾ ਵਾਹਿਗੁਰੂ ਦੀ ਕਰਨੀ ਹੈ। ਅਸੀਂ ਕਿਸੇ ਮੰਦਰ ਮੱਠ ਦੇ ਪੁਜਾਰੀ, ਮਸੀਤ ਦੇ ਪੁਜਾਰੀ, ਜਾਂ ਇਹ ਕਿਸੇ ਜੰਡਾਂ ਦੇ ਪੁਜਾਰੀ ਨਹੀਂ ਹੈਗੇ, ਪਿੱਪਲਾਂ ਦੇ ਪੁਜਾਰੀ ਨਹੀਂ ਹੈਗੇ। ਪਿੱਪਲ ਵੀ ਉਹੀ ਪ੍ਰਵਾਨ ਹੈ ਜਿਹੜੇ ਪਿੱਪਲ ਥੱਲੇ ਆ ਕੇ ਗੁਰੂਦੇਵ ਬਹਿ ਗਏ ਤਾਂ ਪਿੱਪਲ ਸਾਹਿਬ ਹੋ ਗਿਆ। ਜੰਡ ਸਾਹਿਬ, ਕਰੀਰ ਸਾਹਿਬ, ਨਿੰਮ ਸਾਹਿਬ, ਬੋੜ ਸਾਹਿਬ ਆਪਾਂ ਕਹਿੰਦੇ ਆ ਨਾ। ਕਿਉਂ ਕਹਿੰਦੇ ਆ? ਕਿਉਂਕਿ ਮੇਰੇ ਗੁਰੂਦੇਵ ਉੱਥੇ ਆ ਕੇ ਬੈਠੇ, ਸਤਿਗੁਰੂ ਜੀ ਨੇ ਆ ਕੇ ਉੱਥੇ ਬਿਰਾਜਮਾਨ ਹੋਏ, ਸਿੰਘਾਸਣ ਕੀਤਾ, ਬੈਠੇ ਮਹਾਰਾਜ, ਤਾਂ ਉਸ ਨੂੰ ਸਾਹਿਬ ਕਹਿ ਦਿੱਤਾ। ਪਰ ਉਸ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰਨੀ। ਮਹਾਰਾਜ ਕਬੀਰ ਸਾਹਿਬ ਜੀ ਤੇ ਪਖੰਡ ਦਾ ਖੰਡਨ ਕਰਦੇ ਹੋਏ ਬਚਨ ਉਚਾਰਨ ਕਰਨਗੇ ਭਾਈ। ਕਬੀਰ ਪਾਹਨ ਪਰਮੇਸ਼ਰ ਕੀਆ, ਜਿਹੜੇ ਜੀਵ ਮੂਰਖ ਪੁਰਖ ਅਗਿਆਨੀ ਅਗਿਆਨਤਾ 'ਚ ਫਸੇ ਹੋਣ ਕਰਕੇ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਨਹੀਂ ਕਰਦੇ। ਉਹ ਪੱਥਰਾਂ ਨੂੰ ਹੀ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਜਾਣਿਆ, ਪੱਥਰਾਂ ਨੂੰ ਹੀ ਪਰਮੇਸ਼ਰ ਜਾਣ ਕੇ ਸਾਧ ਸੰਗਤ ਜੀ ਪੂਜਾ ਕਰਦੇ ਹਨ। ਪੂਜੈ ਸਭ ਸੰਸਾਰ, ਉਹ ਭੁੱਲੇ ਹੋਣ ਕਰਕੇ, ਸੱਚੇ ਮਾਰਗ ਤੋਂ, ਸੱਚੇ ਗਿਆਨ ਤੋਂ ਭੁੱਲੇ ਹੋਣੇ ਕਰਕੇ ਸਾਰਾ ਸੰਸਾਰ ਹੀ, ਜਗਤ ਹੀ ਪੱਥਰਾਂ ਨੂੰ ਪੂਜਾ, ਸਾਧ ਸੰਗਤ ਜੀ ਪੂਜਾ ਕਰ ਰਿਹਾ ਰੱਬ ਮੰਨ ਕੇ। ਸੋ ਇਸੇ ਪ੍ਰਕਾਰ ਰੱਬ ਮੰਨ ਕੇ ਪੂਜਾ ਕਰ ਰਹੇ ਆ, ਪਰ ਅਸਲ ਰੱਬ ਨਹੀਂ ਹੈ। ਮਹਾਰਾਜ ਤੇ ਕਹਿੰਦੇ ਨੇ ਬਿਨ ਕਰਤਾਰ ਨਾ ਕਿਰਤਮ ਮਾਨੋ। ਜਿਹੜੇ ਲੋਕ ਕਿਰਤਮ ਪੂਜਾ ਕਰਦੇ ਐ, ਸਤਿਗੁਰੂ ਮਹਾਰਾਜ ਕਲਗੀਆਂ ਵਾਲੇ 10ਵੇਂ ਪਾਤਸ਼ਾਹ ਮਹਾਰਾਜ ਹਜ਼ੂਰ 10ਵੀਂ ਬਾਣੀ 'ਚ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ। ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਕਿਰਤਮ ਨਾ ਮਾਨੋ। ਮਹਾਰਾਜ ਕਹਿੰਦੇ ਦੂਜਾ ਰੱਬ ਨਾ ਜਾਣੋ। ਵਾਹਿਗੁਰੂ ਪਰਮੇਸ਼ਰੀ ਜਿੱਥੇ ਅਕਾਲ ਪੁਰਖ ਹੈ, ਤਿਸ ਬਿਨ ਦੂਸਰ ਕੋ ਨਹੀਂ। ਉਹਦੇ ਵਰਗਾ ਤੇ ਦੂਜਾ ਕੋਈ ਹੈ ਹੀ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਵਰਗਾ ਕਿਹੜਾ ਹੋ ਸਕਦਾ, ਆਪਣੇ ਵਰਗਾ ਤੋਂ ਆਪ ਹੀ ਹੈ। ਇਸੇ ਪ੍ਰਕਾਰ ਬਿਨ ਕਰਤਾਰ ਨਾ ਕਿਰਤਮ ਮਾਨੋ। ਆਦ ਅਜੋਨ ਅਜੈ ਅਬਿਨਾਸੀ, ਤਿਹ ਪਰਮੇਸ਼ਰ ਜਾਨੋ। ਜਿਹੜਾ ਆਦ ਤੋਂ ਚੱਲਿਆ, ਆਦ ਪੁਰਖ ਹੈ, ਅਜੋਨ ਜੂਨੀਆਂ ਤੋਂ ਰਹਿਤ ਹੈ। ਅਜੈ, ਅਜੈ ਦਾ ਭਾਵ ਦਾ ਨਾ ਜਿੱਤਣ ਵਾਲਾ, ਜਿਸ ਨੂੰ ਕੋਈ ਜਿੱਤ ਨਹੀਂ ਸਕਦਾ, ਅਜੈ ਹੈ ਜਿਹੜਾ। ਸਾਧ ਸੰਗਤ ਜੀ ਅਬਨਾਸੀ ਹੈ, ਨਾਸ਼ ਤੋਂ ਰਹਿਤ, ਉਹਦਾ ਨਾਸ਼ ਨਹੀਂ ਹੁੰਦਾ ਕਦੇ।
ਤਹਿ ਪਰਮੇਸ਼ਰ ਜਾਨੋ, ਉਹਨੂੰ ਜਾਣੋ ਵਾਹਿਗੁਰੂ। ਇਸੇ ਪ੍ਰਕਾਰ ਮਹਾਰਾਜ ਜੀ ਸਮਝਾਉਂਦੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ। ਮਹਾਰਾਜ ਕਹਿੰਦੇ ਜਿਹੜੇ ਪੱਥਰਾਂ ਨੂੰ ਪਰਮੇਸ਼ਰ ਜਾਣ ਕੇ ਪੂਜਾ ਕਰਦੇ ਹਨ, ਪੂਜੈ ਸਭ ਸੰਸਾਰ। ਭਾਈ ਸਾਰੇ ਸੰਸਾਰ ਹੀ ਜਗਤ ਹੀ ਪੂਜਾ ਕਰ ਰਿਹਾ ਪੱਥਰਾਂ ਦੀ। ਉਹ ਪਰਮਾਰਥ ਰਸਤੇ ਤੋਂ ਭੁੱਲੇ ਐ, ਗਿਆਨ ਦੇ ਸੱਚੇ ਮਾਰਗ ਤੋਂ ਭੁੱਲੇ ਹੋਣ ਕਰਕੇ ਜੜ ਦੀ ਪੂਜਾ ਕਰਦੇ ਨੇ। ਇਸ ਪਰਵਾਸ ਜੋ ਰਹੇ ਜਿਹੜੇ ਅਗਿਆਨੀ ਮਨੁੱਖ ਸਾਧ ਸੰਗਤ ਜੀ ਪੱਥਰ ਦੇ ਭਰੋਸੇ ਰਹਿੰਦੇ ਐ ਕਿ ਸਾਨੂੰ ਪੱਥਰ ਦੇ ਦੇਵੇਗਾ। ਮਹਾਰਾਜ ਇਉਂ ਸਮਝਾਉਂਦੇ ਹਨ। ਬੁੱਢੇ ਕਾਲੀ ਧਾਰ। ਜਿਹੜੀ ਸਾਧ ਸੰਗਤ ਜੀ ਕਾਲ ਰੂਪੀ ਨਦੀ ਹੈ, ਭਾਵ ਮੌਤ ਰੂਪੀ ਧਾਰ ਹੈ, ਉਹਦੇ 'ਚ ਹੀ ਡੁੱਬ ਜਾਂਦੇ ਐ। ਬੁੱਢੇ ਕਾਲੀ ਧਾਰ ਸਾਧ ਸੰਗਤ ਜੀ, ਇੱਕ ਨਾ ਪਰਲੋਕ ਵਿੱਚ ਬੈਤਰਨੀ ਨਦੀ ਹੈ, ਕਾਲੇ ਰੰਗ ਦੀ ਹੈ, ਉਹਦੇ ਵਿੱਚ ਡੁੱਬ ਜਾਣਗੇ। ਉਹ ਖੂਨ ਪਾਕ ਦੀ ਭਰੀ ਹੋਈ ਹੈ। ਸਾਧ ਸੰਗਤ ਜੀ ਗੁਰਬਾਣੀ ਵਿੱਚ ਵੀ ਕਈ ਥਾਵੇਂ ਉਹਦਾ ਜ਼ਿਕਰ ਆਇਆ ਹੈ। ਇਸੇ ਪ੍ਰਕਾਰ ਉਹਦੇ 'ਚ ਹੀ ਡੁੱਬਣਗੇ ਭਾਈ। ਕਈ ਦੇਖੋ ਪੱਥਰਾਂ ਤੇ ਭਰੋਸਾ, ਅਕਾਲ ਪੁਰਖ ਤੇ ਕੋਈ ਭਰੋਸਾ ਨਹੀਂ, ਵਾਹਿਗੁਰੂ ਗੁਰੂ ਜੀ ਤੇ ਕੋਈ ਭਰੋਸਾ ਨਹੀਂ। ਪੱਥਰਾਂ ਤੇ ਜਿਹੜੇ ਭਰੋਸੇ ਕਰਦੇ ਫਿਰਦੇ ਐ, ਉਹ ਭਾਈ ਬੁੱਢੇ ਕਾਲੀ ਧਾਰ ਜੋ ਮੌਤ ਰੂਪੀ ਕਾਲ ਰੂਪੀ ਨਦੀ ਹੈ, ਤੇ ਸਾਧ ਸੰਗਤ ਜੀ ਉਹਦੇ 'ਚ ਹੀ ਡੁੱਬ ਜਾਣਗੇ, ਭਾਵ ਮੌਤ 'ਚ ਹੀ ਲੱਗੇ ਰਹਿਣਗੇ। ਮੌਤ ਹੀ ਆਉਂਦੀ ਰਹੇਗੀ, ਜੰਮਣ ਮਰਨਾ ਕਦੇ ਨਹੀਂ ਮਿਟੇਗਾ, ਕਦੇ ਨਹੀਂ ਮੁਕਤ ਹੋਣਗੇ ਉਹ ਜੀਵ। ਮੁਕਤੀ ਤਾਂ ਭਾਈ ਮਹਾਰਾਜ ਕੋਲ ਹੀ ਹੈ, ਮੁਕਤੀ ਤਾਂ ਸਤਿਗੁਰਾਂ ਜੀ ਦੇ ਪਾਸ ਹੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾ ਕੌਣ ਮੁਕਤ ਕਰ ਸਕਦਾ ਹੈ। ਇਸੇ ਪ੍ਰਕਾਰ ਭਾਈ ਮਹਾਰਾਜ ਕਹਿੰਦੇ ਜਿਹੜੇ ਇਸ ਪੱਥਰਾਂ ਦੇ ਭਰੋਸੇ ਰਹਿੰਦੇ ਐ, ਸਤਿਗੁਰਾਂ ਨੇ ਤੇ ਇਹ ਵੀ ਆਖਿਆ, ਜੋ ਪਾਥਰ ਕੋ ਕਹਤੇ ਦੇਵ। ਜਿਹੜੇ ਪੱਥਰਾਂ ਨੂੰ ਦੇਵ ਪਰਮੇਸ਼ਰ ਕਹਿੰਦੇ ਐ, ਮਹਾਰਾਜ ਕਹਿੰਦੇ ਤਾਂ ਕਿ ਬਿਰਥਾ ਹੋਵੇ ਸੇਵ। ਉਹਨਾਂ ਦੀ ਜਿਹੜੀ ਘਾਲ ਕਮਾਈ ਹੈ ਨਾ, ਸੇਵਾ ਹੈ ਨਾ, ਮਹਾਰਾਜ ਕਹਿੰਦੇ ਵਿਅਰਥੀ ਹੈ। ਕਿਉਂਕਿ ਪੱਥਰ ਕੀ ਹੈ, ਨਾ ਕੁਛ ਬੋਲੇ ਨਾ ਕੁਛ ਦੇ। ਪੱਥਰ ਸਾਧ ਸੰਗਤ ਜੀ ਨਾ ਕੁਛ ਬੋਲਦਾ ਆ, ਨਾ ਕੁਛ ਦਿੰਦਾ ਆ। ਤੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ, ਸਿੱਖ ਅਰਦਾਸ ਕਰ ਇੱਥੇ ਖੜ ਕੇ, ਮਹਾਰਾਜ ਮੇਰਾ ਦੁੱਖ ਕੱਟ ਦਿਓ, ਭਾਵਨਾ ਨਾਲ ਕਰੇ। ਜਿਵੇਂ ਮੈਂ ਦੱਸਿਆ ਨਾ ਪਹਿਲਾਂ, ਦੇਗ ਰਹਿਤ ਮਰਿਆਦਾ 'ਚ ਮਰਿਆਦਾ ਅਨੁਸਾਰ ਦੇਗ ਬਣਾਵੇ, ਫਿਰ ਇੱਥੇ ਖੜ ਕੇ ਅਰਦਾਸ ਕਰਾਵੇ। ਸਾਧ ਸੰਗਤ ਜੀ, ਮਹਾਰਾਜ ਮੇਰਾ ਆਹ ਦੁੱਖ ਕੱਟੋ, ਮੈਂ ਇੰਨੀ ਬਾਣੀ ਪੜਾਂਗਾ, ਮੈਂ ਨਿਤਨੇਮੀ ਹੋਵਾਂਗਾ, ਸਤ ਸੰਗੀ ਹੋਵਾਂਗਾ ਮੈਂ ਤੁਹਾਡਾ, ਕਿਰਪਾ ਕਰ। ਫਿਰ ਗੁਰੂ ਸਾਹਿਬ ਤੋਂ ਮੁੱਖ ਵਾਕ ਲਿਆ ਜਾਂਦਾ ਤੇ ਗੁਰੂ ਜੀ ਮੁੱਖ ਵਾਕ ਵਿੱਚ ਬੋਲਣਗੇ, ਕਿਉਂਕਿ ਠਾਕੁਰ ਹਮਰਾ ਸਦ ਬੋਲੰਤਾ। ਵਾਹਿਗੁਰੂ ਤਾਂ ਵਿਣ ਬੋਲਿਆ ਸਭ ਕੁਛ ਜਾਣਦਾ, ਵਿਣ ਬੋਲੇ ਜਾਣੇ ਸਭ ਸੋਏ। ਉਹ ਤੇ ਭਾਈ ਵਿਣਾ ਬੋਲਿਆ ਤੂੰ ਜਾਣਦਾ ਏ, ਭਰੋਸਾ ਰੱਖ। ਇਸੇ ਕਰਕੇ ਰੱਬ ਦੇ ਪਿਆਰਿਆਂ ਨੂੰ ਇਹੀ ਭਰੋਸਾ ਨਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ। ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਤਾਂ ਇਹੀ ਭਰੋਸਾ ਕਿ ਮਹਾਰਾਜ ਜੇ ਤੂੰ ਅੰਦਰ ਹੈ ਤੇ ਤੂੰ ਬਾਹਰ ਵੀ ਹੈ। ਮਹਾਰਾਜ ਜੇ ਤੂੰ ਬਾਹਰ ਬੈਠਾ, ਹੈ ਗੁਰੂ ਗ੍ਰੰਥ ਸਾਹਿਬ, ਜੇ ਤੁਸੀਂ ਬਾਹਰ ਗੁਰਤਾ ਗੱਦੀ ਤੇ ਬੈਠੇ ਹੋ, ਤੁਸੀਂ ਅੰਦਰ ਵੀ ਮਹਾਰਾਜ ਬੈਠੇ ਹੋ। ਇਸੇ ਕਰਕੇ ਘਰ ਬਾਹਰ ਤੇਰਾ ਪਰਵਾਸਾ, ਸਾਨੂੰ ਤਾਂ ਮਹਾਰਾਜ ਤੇਰਾ ਹੀ ਪਰਵਾਸਾ ਹੈ, ਤੁਹਾਡਾ ਹੀ ਭਰੋਸਾ ਏ। ਇਸੇ ਪ੍ਰਕਾਰ ਤੂੰ ਜਨ ਕਹਿ ਹੈ ਸੰਗ, ਤੂੰ ਸਾਰਿਆਂ ਦੇ ਸੰਗ ਹੈ। ਇਸੇ ਪ੍ਰਕਾਰ ਜਿਹੜੇ ਭਾਈ ਪੱਥਰਾਂ ਦੇ ਭਰੋਸੇ ਰਹਿੰਦੇ ਐ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪਾਥਰ ਕੀ ਪਾਈ ਪਾਏ। ਜਿਹੜੇ ਪੱਥਰਾਂ ਦੇ ਭਾਈ ਪੈਰੀ ਪੈਂਦੇ ਐ, ਤਿਸ ਕੀ ਘਾਲ ਅਜਾਈ ਜਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 1160 ਅੰਗ ਤੇ ਬਚਨ ਕਰਦੇ ਆ। ਇਹ 1160 ਅੰਗ ਤੇ ਬਚਨ ਆਉਂਦਾ ਏ ਜੋ ਸੁਣਾ ਰਹੇ ਆ। ਮਹਾਰਾਜ ਕਹਿੰਦੇ ਜੋ ਪਾਥਰ ਕੀ ਪਾਈ ਪਾਏ, ਜਿਹੜੇ ਪੱਥਰਾਂ ਦੇ ਪੈਰੀ ਪੈਂਦੇ ਐ, ਮੂਰਤਾਂ ਦੇ ਪੈਰੀ ਪੈਂਦੇ ਐ, ਜਿਸ ਕੀ ਕਾਲ ਅਜ਼ਾਈ ਜਾਏ। ਇਹ ਤੇ ਵਾਹਿਗੁਰੂ ਤਾਂ ਕਾਲ ਮੂਰਤ ਹੈ, ਮੂਰਤਾਂ ਤੋਂ ਰਹਿਤ ਹੈ ਭਾਈ, ਉਸ ਦੀ ਮੂਰਤੀ ਕੋਈ ਘੜ ਨਹੀਂ ਸਕਦਾ। ਅੱਛਾ ਮੰਨ ਲਓ ਵੀ ਜੇ ਮੂਰਤੀ ਘੜਤੀ, ਇਹਦਾ ਮਤਲਬ ਬਣਾਉਣ ਵਾਲਾ ਵੱਡਾ ਹੋਇਆ ਨਾ, ਰੱਬ ਦੀ ਮੂਰਤੀ ਫਿਰ ਤਾਂ ਛੋਟੀ ਹੋ ਗਈ। ਬਣਾਉਣ ਵਾਲੇ ਨੂੰ ਹੀ ਵੱਡਾ ਜਾਣਿਆ ਜਾਂਦਾ ਨਾ। ਤੁਸੀਂ ਦੱਸੋ ਪਿਓ ਨੂੰ ਵੱਡਾ ਜਾਣਦੇ ਹੋ ਕਿ ਪੁੱਤਰ ਨੂੰ ਵੱਡਾ ਜਾਣਿਆ ਜਾਂਦਾ? ਪਿਓ ਨੂੰ ਵੱਡਾ ਜਾਣਿਆ ਜਾਊਗਾ ਨਾ, ਜਿਹੜਾ ਮੁਖੀ ਹੈ ਘਰ ਦਾ। ਸੋ ਇਸੇ ਪ੍ਰਕਾਰ ਭਾਈ ਸੰਸਾਰ ਦਾ ਮੁਖੀ ਵਾਹਿਗੁਰੂ ਹੈ। ਇਸ ਨੇ ਅਨੇਕਾਂ ਹੀ ਭਾਂਡੇ ਬਣਾਏ ਨੇ।
ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਮਝਾਉਂਦੇ ਨੇ। ਇਸ ਕਰਕੇ ਗੁਰਮੁਖੋ ਝੂਠੀ ਕਿਰਿਆ 'ਚ ਨਹੀਂ ਪੈਣਾ, ਝੂਠੀ ਕਿਰਿਆ 'ਚ ਨਹੀਂ ਪੈਣਾ। ਤੇਰੇ ਨਾਮ ਮੰਨਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਨਹੀਂ ਲੁਕ ਸਕਦਾ, ਉਹ ਸੱਚ ਤੇ ਸੱਚ ਹੀ ਰਹਿਣਾ ਹੈ। ਇਸੇ ਕਰਕੇ ਭਰੋਸਾ ਨਹੀਂ ਰੱਖਣਾ ਪੱਥਰਾਂ ਤੇ, ਹੋਰ ਕਿਸੇ ਪਾਸੇ ਵਾਹਿਗੁਰੂ ਤੇ ਭਰੋਸਾ ਰੱਖੋ। ਜਿਹੜੇ ਰੱਖਦੇ ਐ ਉਹ ਭਾਈ ਡੁੱਬ ਜਾਣਗੇ। ਕਬੀਰ ਕਾਗਦ ਕੀ ਓਬਰੀ। ਦੀਨ ਦੁਨੀਆ ਦੇ ਮਾਲਕ ਸਾਧ ਸੰਗਤ ਜੀ ਸਮਝਾਉਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਭਾਈ ਕਾਗਦ ਕੀ ਓਬਰੀ, ਜਿਹੜੇ ਵੇਦ ਸ਼ਾਸਤਰ ਨੇ ਇਹ ਸਾਧ ਸੰਗਤ ਜੀ ਇਹ ਨਾਨਾ ਪ੍ਰਕਾਰ ਦੀ ਉਹਦੇ 'ਚ ਉਪਾਸਨਾ ਦਾ ਜ਼ਿਕਰ ਕੀਤਾ ਆ। ਇਹ ਤੇ ਮਹਾਰਾਜ ਕਹਿੰਦੇ ਕਾਗਜ਼ ਦੀ ਕੋਠੜੀ ਵੀ ਹੈ। ਮਸ ਕੇ ਕਰਮ ਕਪਾਟ। ਮਸ ਨਾਮ ਹੈ ਸਿਹਾਈ ਦਾ, ਜੋ ਸਿਹਾਈ ਨਾਲ ਅੱਖਰ ਲਿਖੇ ਹੈ ਉਹ ਭਾਈ ਕਰਮ ਕਾਂਡ ਹੀ ਲਿਖੇ ਹੋਏ ਨੇ, ਉਹ ਤਖਤਿਆਂ ਦੀ ਨਿਆਈ ਹੈ। ਪਾਨ ਬੋਰੀ ਪ੍ਰਥਮੇ। ਬ੍ਰਾਹਮਣਾਂ ਨੇ ਸਾਧ ਸੰਗਤ ਜੀ ਇਹ ਜੋ ਕਹਿੰਦੇ ਵੇਦ ਸ਼ਾਸਤਰ ਉਹ ਉਹਨਾਂ ਦੇ ਕਰਮ ਕਾਂਡਾਂ 'ਚ ਹੀ ਲਾਈ ਰੱਖਿਆ ਦੁਨੀਆ ਨੂੰ। ਪਾਹਣ ਬੋਰੀ ਪ੍ਰਥਮੀ, ਬੋਰੀ ਨਾਮ ਹੈ ਡੋਬਣ ਦਾ। ਸਾਧ ਸੰਗਤ ਜੀ ਇਹ ਜੋ ਪ੍ਰਥਵੀ ਹੈ ਭਾਵ ਧਰਤੀ ਤੇ ਜਿੰਨੇ ਵੀ ਜੀਵ ਰਹਿ ਰਹੇ ਨੇ ਉਹਨਾਂ ਨੂੰ ਪੱਥਰਾਂ ਦੀ ਪੂਜਾ 'ਚ ਲਾ ਕੇ ਡੋਬ ਦਿੱਤਾ। ਪਾਹਨ, ਪਾਹਨ ਸਟੋਨ ਪੱਥਰ ਨੂੰ ਕਹਿੰਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਬਹੁਤ ਵਾਰ ਇਹ ਲਫ਼ਜ਼ ਆਉਂਦਾ ਪਾਹਣ ਜਾਂ ਪਖਾਣ, ਪਾਖਾਣ। ਸੋ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਪ੍ਰਥਵੀ ਤੇ ਭਾਵ ਇਹ ਜੋ ਦੁਨੀਆ ਧਰਤੀ ਤੇ ਰਹਿੰਦੀ ਏ। ਇਸ ਕਰਕੇ ਮਹਾਰਾਜ ਕਹਿੰਦੇ ਪੰਡਤ ਬ੍ਰਾਹਮਣਾਂ ਨੇ ਭਾਈ ਉਹਨਾਂ ਨੂੰ ਪੱਥਰਾਂ ਦੀ ਪੂਜਾ 'ਚ ਹੀ ਲਾਇਆ। ਪੰਡਤ ਪਾੜੀ ਬਾਟ। ਪੰਡਤ ਲੋਕਾਂ ਨੇ ਭਾਈ ਪਾੜੀ ਬਾਟ, ਉਹ ਜਿਹੜਾ ਸੱਚ ਦਾ ਮਾਰਗ ਰਸਤਾ ਸੀ ਉਹਦੇ ਵੱਲੋਂ ਬੇਮੁਖ ਕਰ ਦਿੱਤਾ। ਪਾੜੀ ਬਾਟ, ਉਹ ਰਸਤਾ ਹੀ ਪਾੜ ਦਿੱਤਾ, ਭਾਵ ਖਤਮ ਹੀ ਕਰ ਦਿੱਤਾ। ਕਬੀਰ ਕਾਗਦ ਕੀ ਓਬਰੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਗਦ ਕੀ ਓਬਰੀ। ਸਾਧ ਸੰਗਤ ਜੀ ਓਬਰੀ ਦਾ ਭਾਵ ਹੁੰਦਾ ਕੋਠੜੀ। ਇਹ ਸਾਧ ਸੰਗ ਜਿਹੜਾ ਸਰੀਰ ਹੈ ਨਾ ਕਾਗਜ਼ ਦੀ ਕੋਠੜੀ ਹੈ। ਮਹਾਰਾਜ ਓਬਰੀ ਦਾ ਭਾਵ ਹੁੰਦਾ ਕੋਠੜੀ। ਸਾਧ ਸੰਗ ਇਸ ਗੱਲ ਨੂੰ ਧਿਆਨ 'ਚ ਰੱਖਣਾ। ਇਹ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ ਕਾਗਜ਼ ਦੀ ਕੀ ਓਬਰੀ ਹੈ। ਦੇਖੋ ਆਉਂਦਾ ਨਾ ਗੁਰਬਾਣੀ 'ਚ ਬਚਨ ਕਾਗਜ਼ ਜਿਉਂ ਗਲ ਜਾਹੇਗਾ। ਸੋ ਮਹਾਰਾਜ ਕਹਿੰਦੇ ਕਾਗਜ਼ ਦੀ ਨਿਆਈ ਹੈ ਭਾਈ ਸਰੀਰ। ਮਸ ਕੇ ਕਰਮ ਕਪਾਟ। ਮਹਾਰਾਜ ਕਹਿੰਦੇ ਜੋ ਮਸ ਨਾਮ ਸਿਆਹੀ ਦਾ, ਜਿਹੜੀ ਸਾਧ ਸੰਗਤ ਦੀ ਸਿਆਹੀ ਹੈ ਇਹ ਕਰਮਾਂ ਰੂਪੀ ਸਿਆਹੀ ਹੈ। ਦੇਖੋ ਇਸ ਕਾਗਜ਼ ਦੀ ਕੋਠੜੀ ਤੇ ਜਿਹੜਾ ਵੀ ਤੂੰ ਕਰਮ ਲਿਖੇਗਾ ਮਹਾਰਾਜ ਕਹਿੰਦੇ ਉਸ ਤਰ੍ਹਾਂ ਹੀ ਲਿਖਿਆ ਜਾਊਗਾ। ਮਸ ਕੇ ਕਰਮ ਕਪਾਟ, ਇਹ ਕਪਾਟ ਭਾਈ ਦਰਵਾਜ਼ੇ ਹਨ। ਜੇ ਤੇਰੇ ਕਰਮ ਹੋਣਗੇ ਇਸ ਸਰੀਰ ਵਿੱਚੋਂ ਉਹੋ ਜਿਹਾ ਹੀ ਤੂੰ ਫਲ ਪ੍ਰਾਪਤ ਕਰ ਲਵੇਂਗਾ। ਪਾਹਨ ਬੋਰੀ ਪ੍ਰਥਮੇ। ਜਿਹੜੇ ਪੱਥਰਾਂ ਦੀ ਨਿਆਈ ਸਾਧ ਸੰਗਤ ਜੀ ਜੀਵ ਨੇ, ਪੱਥਰਾਂ ਦੀ ਨਿਆਈ ਬੁੱਧੀ ਜਿਨ੍ਹਾਂ ਦੀ ਜੜ ਹੋ ਗਈ ਹੈ, ਪੱਥਰ ਵਰਗੀ ਕਠੋਰ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਾਹਣ ਬੋਰੀ ਪ੍ਰਥਮੀ। ਦੀਨ ਦੁਨੀਆ ਦੇ ਮਾਲਕ ਸਮਝਾਉਂਦੇ ਐ ਪੱਥਰਾਂ ਦੀ ਨਿਆਈ ਜਿਹੜੇ ਜੜ ਜੀਵ ਨੇ ਔਰ ਧਰਤੀ ਦੀ ਨਿਆਈ ਸਾਧ ਸੰਗਤ ਜੀ ਜਿਹੜੇ ਜਿਨ੍ਹਾਂ ਨੇ ਆਪਣੀ ਬਿਰਤੀ ਹੈ ਅਕਾਲ ਪੁਰਖ ਵਾਹਿਗੁਰੂ ਵਿੱਚ ਨੀਵੇਂ ਰੱਖ ਕੇ, ਜਿਵੇਂ ਧਰਤੀ ਸਾਰਿਆਂ ਦੇ ਥੱਲੇ ਰਹਿੰਦੀ ਹੈ ਨਾ ਪੈਰਾਂ ਦੇ, ਜਿਵੇਂ ਮਹਾਰਾਜ ਦਾ ਬਚਨ ਵੀ ਆਉਂਦਾ ਗੁਰਬਾਣੀ 'ਚ ਕਿ ਭਾਈ ਜਿਹੜੀ ਧਰਤੀ ਹੈ ਪੈਰਾਂ ਦੇ ਥੱਲੇ ਰਹਿੰਦੀ ਹੈ। ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੀ ਬਿਰਤੀ ਨੇ ਨੀਵੀਂ ਕਰ ਲਈ, ਧਰਤੀ ਵਾਂਗ ਨੀਵੇਂ ਹੋ ਕੇ ਰਹਿੰਦੇ ਹੈ, ਸੋ ਉਹਨਾਂ ਦੀ ਜਿਹੜੀ ਪਾਹਨ ਬੋਰੀ ਪ੍ਰਥਮੀ ਜਿਹੜੀ ਜੜ ਸੀ ਬੁੱਧੀ ਭਾਈ ਉਹ ਪਾਟ ਗਈ। ਸਾਧ ਸੰਗਤ ਜੀ ਭਾਵ ਜਿਨ੍ਹਾਂ ਦੀ ਬੁੱਧੀ ਜੜ ਸੀ ਕਠੋਰ ਸੀ, ਵਾਹਿਗੁਰੂ ਨੂੰ ਜਪਣੇ ਕਰਕੇ ਉਹ ਰਸਤਾ ਹੀ ਭਾਈ ਦੂਰ ਹੋ ਗਿਆ। ਮਹਾਰਾਜ ਇਉਂ ਸਮਝਾਉਂਦੇ ਹਨ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਬ੍ਰਹਮ ਵਿੱਚ ਆਪਣੀ ਬਿਰਤੀ ਬ੍ਰਹਮਾਕਾਰ ਕਰਕੇ ਮੇਲ ਲਈ ਭਾਈ ਪੰਡਤ ਪਾੜੀ ਬਾਟ। ਅਸਲ ਵਿੱਚ ਉਹੀ ਪੰਡਤ ਨੇ। ਪੰਡਤ ਨਾਮ ਹੁੰਦਾ ਗਿਆਨੀ ਵਿਦਵਾਨ ਦਾ, ਅਸਲ ਵਿੱਚ ਉਹੀ ਗਿਆਨੀ ਹੈ, ਉਹੀ ਪੰਡਤ ਹੈ। ਪਾੜੀ ਬਾਟ ਜਿਨ੍ਹਾਂ ਨੇ ਪਰਲੋਕ ਦਾ ਰਸਤਾ ਹੀ ਪਾੜਤਾ, ਹੁਣ ਉਹ ਸੱਚਖੰਡ ਦੇ ਵਾਸੀ ਹੈ। ਜਿਨ੍ਹਾਂ ਨੇ ਜਮਾਂ ਨੂੰ ਜਾਣ ਵਾਲਾ ਰਸਤਾ ਹੀ ਪਾੜ ਦਿੱਤਾ, ਬਾਟ ਨਾਮ ਹੁੰਦਾ ਰਸਤੇ ਦਾ।
ਬਾਟ ਰਸਤੇ ਨੂੰ ਕਹਿੰਦੇ ਐ। ਸੋ ਸਾਧ ਸੰਗਤ ਜੀ ਵੈਸੇ ਵੀ ਆਪਾਂ ਕਹਿੰਦੇ ਕਿੰਨੀ ਵਾਟ ਰਹੇਗੀ, ਕਹਿੰਦੇ ਨਾ ਆਪਾਂ ਕਿੰਨੀ ਵਾਟ ਰਹੇਗੀ, ਬਾਟ ਨਾਮ ਰਸਤੇ ਦਾ ਹੀ ਹੈ। ਸੋ ਮਹਾਰਾਜ ਕਹਿੰਦੇ ਅਸਲ ਵਿੱਚ ਉਹੀ ਗਿਆਨੀ ਹੈ, ਉਹੀ ਪੰਡਤ ਵਿਦਵਾਨ ਹੈ ਜਿਸ ਨੇ ਭਾਈ ਇਹ ਜੋ ਨਿਗੁਰੇ ਪੁਣੇ ਨੂੰ ਰਸਤਾ ਜਾਂਦਾ ਸੀ, ਜੋ ਪ੍ਰਲੋਕ ਨੂੰ ਰਸਤਾ ਜਾਂਦਾ ਸੀ, ਉਹ ਪਾੜ ਦਿੱਤਾ ਨਾਮ ਜਪਣੇ ਕਰਕੇ। ਵੀਰ ਕਾਲ ਕਰੰਤਾ ਅਭੈ ਕਰ। ਸੋ ਗੁਰੂ ਸਾਹਿਬ ਜੀ ਸਮੇਂ ਦੀ ਕਦਰ ਕਰਦੇ ਹੋਏ ਸਾਧ ਸੰਗਤ ਜੀ ਇਹ ਸਮਝਾਉਣਗੇ ਕਿ ਸਮੇਂ ਦੀ, ਟਾਈਮ ਦੀ ਬਹੁਤ ਕਦਰ ਕਰਨੀ ਚਾਹੀਦੀ ਹੈ। ਵੈਸੇ ਵੀ ਗੁਰਬਾਣੀ 'ਚ ਪਹਿਲਾਂ ਵੀ ਬਚਨ ਆਇਆ ਮਾਝ ਰਾਗ 'ਚ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਬੰਦਾ ਹੀ ਉਹਨੂੰ ਆਖਿਆ। ਮਹਾਰਾਜ ਕਹਿੰਦੇ ਸੂਝਵਾਣੀ ਉਸ ਨੂੰ ਆ ਜਿਹੜਾ ਵਕਤ ਨੂੰ ਵਿਚਾਰਦਾ। ਮਹਾਰਾਜ ਕਹਿੰਦੇ ਭਾਈ ਕਾਲ ਕਰਨ ਤਾਂ ਅਬਹਿ ਕਰ, ਜਿਹੜਾ ਤੂੰ ਕਹਿਣਾ ਕਿ ਕੰਮ ਕਾਲ ਕੱਲ ਨੂੰ ਕਰਾਂਗਾ, ਅਬਹਿ ਕਰ, ਉਸ ਨੂੰ ਭਾਈ ਹੁਣੀ ਕਰ ਲੈ। ਅਬ ਕਰਤਾ ਸੋਏ ਤਾਲ। ਮਹਾਰਾਜ ਕਹਿੰਦੇ ਅਬ ਕਰਤਾ ਸੋਏ ਤਾਲ, ਜਿਹੜਾ ਤੂੰ ਕੰਮ ਹੁਣ ਕਰਨਾ ਨਾ, ਮਹਾਰਾਜ ਕਹਿੰਦੇ ਅੱਜ ਕਰਨਾ ਨਾ, ਉਸ ਨੂੰ ਹੁਣੇ ਹੀ ਕਰ ਲੈ। ਸੋਏ ਤਾਲ ਆਖਣ ਲੱਗੇ ਨੇ ਸ਼ੀਘਰ ਹੀ ਆਪਣਾ ਕਾਰਜ ਕਰ ਲੈ। ਇਉਂ ਮਹਾਰਾਜ ਜੀ ਸਮਝਾਉਂਦੇ ਹਨ। ਪਾਸੇ ਕਸੂ ਨਾ ਹੋਏਗਾ, ਫਿਰ ਤੇਰੇ ਤੋਂ ਕੁਝ ਵੀ ਨਹੀਂ ਹੋ ਸਕੇਗਾ। ਜੋ ਸਰ ਪਰ ਆਵੇ ਕਾਲ। ਜਦੋਂ ਤੇਰੇ ਸਿਰ ਤੇ ਕਾਲ ਆ ਗਿਆ, ਆਖਣ ਲੱਗੇ ਕੋਈ ਕੁਝ ਨਹੀਂ ਹੋ ਸਕਦਾ ਭਾਈ। ਕਬੀਰ ਕਾਲ ਕਰੰਤਾ ਅਭੈ ਕਰ। ਦੀਨ ਦੁਨੀਆ ਦੇ ਮਾਲਕ ਸਮਝਾਉਂਦੇ ਐ ਸਾਧ ਸੰਗਤ ਜੀ, ਜਿਹੜੇ ਕਹਿ ਦਿੰਦੇ ਆ ਜੀ ਕੋਈ ਨਹੀਂ ਭਜਨ ਕਰ ਲਵਾਂਗੇ, ਹਜੇ ਬੱਚੇ ਵਿਆਹ ਦੀਏ ਜਾਂ ਪੋਤਾ ਦੋਤੇ ਵੇਖ ਲਈਏ, ਜਾਂ ਕਿਉਂਕਿ ਪਤਾ ਹੈ ਵੀ ਖਾਣਾ ਪੀਣਾ ਊਂ ਤੇ ਕਿਉਂਕਿ ਗੁਰੂ ਬਾਣੀ ਨੇ ਮਾਰੇ ਤੇ ਬੰਦ ਕਰ ਦੇਣਾ ਵੀ ਭਾਈ ਇਹ ਸ਼ਰਾਬ ਨਾ ਪੀਣੀ ਨਾ ਪਿਆਉਣੀ ਹੈ। ਕਿਉਂਕਿ ਜਿਹੜੇ ਕਹਿੰਦੇ ਅਸੀਂ ਤਾਂ ਜੀ ਹੱਥ ਨਹੀਂ ਲਾਉਂਦੇ, ਊਂ ਕਹਿੰਦੇ ਜੀ ਆ ਜਾਂਦੇ ਆ ਸਾਡੇ। ਅੱਛਾ ਤੇ ਆ ਜਾਂਦੇ ਐ ਗੁਰਮੁਖੋ, ਮਹਾਰਾਜ ਕਹਿੰਦੇ ਪਿਆਉਣੀ ਵੀ ਨਹੀਂ ਹੈਗੀ। ਸੋ ਸਾਧ ਸੰਗਤ ਜੀ ਲਿਆਉਣ ਵਾਲਾ, ਪੀਣ ਵਾਲਾ, ਕਹਿਣ ਵਾਲਾ, ਇਹ ਜਿੰਨੇ ਚਾਰੇ ਪੰਜੇ ਉਨੇ ਹੀ ਦੋਸ਼ੀ ਹੈ। ਜਿਵੇਂ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਕਿ ਮੈਂ ਤਾਂ ਜੀ ਮਾਸ ਖਾਣਾ ਹੈ, ਜਿਸ ਨੇ ਕਿਹਾ, ਜਿਸ ਨੇ ਲਿਆਂਦਾ ਤੇ ਜਿਸ ਨੇ ਬਣਾਇਆ, ਤੇ ਸਾਧ ਸੰਗਤ ਜੀ ਜਿਸ ਨੇ ਖਾਧਾ ਔਰ ਜਿਸ ਤੋਂ ਲੈ ਕੇ ਆਇਆ, ਸਾਧ ਸੰਗਤ ਜੀ ਇਹ ਚਾਰੇ ਪੰਜੇ ਜਾਣੇ ਦੋਸ਼ੀ ਬਣਦੇ, ਇੱਕੋ ਹੀ ਇਹਨਾਂ ਨੂੰ ਦੰਡ ਪ੍ਰਾਪਤ ਹੁੰਦਾ ਆ। ਸੋ ਸਾਧ ਸੰਗਤ ਜੀ ਦੇਖੋ, ਕਿਸੇ ਦਾ ਕਤਲ ਕੀਤਾ, ਚਾਹੇ ਪੰਜਾਂ ਨੇ ਕੀਤਾ ਚਾਹੇ ਚਾਰਾਂ ਨੇ ਕੀਤਾ, ਸਜ਼ਾ ਤੇ ਚਾਰਾਂ ਨੂੰ ਉਨੀ ਮਿਲਣੀ ਹੈ। ਸਾਧ ਸੰਗਤ ਜੀ ਇਹ ਥੋੜ੍ਹੀ ਹੈ ਵੀ ਚਾਰਾਂ ਨੇ ਕੀਤਾ ਮੁੜ ਕੇ ਮਿਲੇ ਇੱਕ ਨੂੰ ਵੀ ਨਾ ਜੀ ਉਹ ਸੀ ਪਹਿਲਾਂ ਮੈਂ ਨਹੀਂ ਸੀਗਾ। ਇਸ ਤਰ੍ਹਾਂ ਹੋਇਆ ਕਦੇ ਨਹੀਂ ਨਾ ਹੋਵੇਗਾ। ਚਾਰਾਂ ਨੇ ਮਾਰਿਆ ਬੰਦਾ ਨਾ, ਕਤਲ ਕੀਤਾ, ਚਾਰਾਂ ਨੂੰ ਹੀ ਮਿਲੇਗੀ ਸਜ਼ਾ। ਇਸੇ ਪ੍ਰਕਾਰ ਪੰਥ ਦੇ ਵਿੱਚ ਵੀ, ਧਰਮ ਵਿੱਚ ਵੀ ਐਸਾ ਹੀ ਹੈ। ਜੇ ਸਾਧ ਸੰਗਤ ਜੀ ਮਾਸ ਖਾਣ ਵਾਲਾ, ਲਿਆਉਣ ਵਾਲਾ, ਕਹਿਣ ਵਾਲਾ, ਵੱਢਣ ਵਾਲਾ ਤੇ ਬਣਾਉਣ ਵਾਲਾ, ਇਹ ਪੰਜੇ ਹੀ ਦੋਸ਼ੀ ਹੈ। ਸੋ ਸ਼ਰਾਬ ਇਤਨੀ ਮਾੜੀ ਹੈ। ਮਹਾਰਾਜ ਕਹਿੰਦੇ ਜਿਸ ਨੇ ਭਾਈ ਇਹ ਸ਼ਰਾਬ ਪੀਲੀ ਤੇ ਪਿਆ ਦਿੱਤੀ, ਜਿਹਦੇ ਘਰ ਵਿੱਚ ਆ ਗਈ ਨਾ, ਮਹਾਰਾਜ ਕਹਿੰਦੇ ਉੱਥੇ ਖੁਸ਼ੀਆਂ ਨਹੀਂ ਰਹਿੰਦੀਆਂ। ਕਿਤੇ ਖੁਸ਼ੀਆਂ ਰਹੀਆਂ ਸ਼ਰਾਬੀਆਂ ਦੇ ਘਰੇ, ਕਿਤੇ ਗੁਰਮੁਖੋ, ਕਿਤੇ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਹੋਰ ਪਾਪ ਕਰਦੇ ਐ। ਜਿਹੜੇ ਕਮਰੇ 'ਚ ਮਹਾਰਾਜ ਹੋਣਗੇ ਉਸੇ ਕਮਰੇ 'ਚ ਸ਼ਰਾਬਾਂ ਪਿਆਉਣਗੇ। ਸਾਧ ਸੰਗਤ ਜੀ ਮੂਰਖੋ, ਸਾਡੇ ਸਿੱਖਾਂ ਦੀ ਕੰਮ ਹੈ, ਹੋਰ ਗੱਲ ਨਹੀਂ ਕਰਦਾ। ਗੁਰੂ ਘਰਾਂ ਤਾਂ ਸਾਧ ਸੰਗਤ ਜੀ ਮਾਰੇ ਤਾਂ ਸਿੱਖਾਂ ਦੇ ਘਰਾਂ 'ਚ ਹੀ ਜਾਂਦੇ ਆ ਨਾ, ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਸਾਧ ਸੰਗਤ ਜੀ ਇੱਦਾਂ ਨਹੀਂ ਕਰਨਾ ਚਾਹੀਦਾ। ਇਸੇ ਪ੍ਰਕਾਰ ਇਹ ਜਿਹੜੇ ਵਿਸ਼ੇ ਤੇ ਛੱਡਣੇ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹ ਗੁਰੂ ਸਾਹਿਬ ਵੱਲੋਂ ਵੀ ਧੱਕੇ ਉਹਨਾਂ ਨੂੰ ਪੈਂਦੇ ਐ ਸਾਧ ਸੰਗਤ ਜੀ। ਸੋ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਭਜਨ ਜਾਪ ਨਹੀਂ ਕਰਦੇ, ਨਸ਼ਿਆਂ ਵਿਸ਼ਿਆਂ 'ਚ ਹੀ ਲੱਗੇ ਹੋਏ ਐ, ਸੋ ਸਾਧ ਸੰਗਤ ਜੀ ਮਹਾਰਾਜ ਉਹਨਾਂ ਬਾਬਤ ਬਚਨ ਕਰਦੇ ਐ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਬਾਣੀ ਪੜ੍ਹ ਲਾਂਗੇ, ਹਜੇ ਬਹੁਤ ਸਮਾਂ ਪਿਆ ਆ। ਮਹਾਰਾਜ ਕਹਿੰਦੇ ਨਾ ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕੋਈ ਪਤਾ ਨਹੀਂ ਕਦੋਂ ਸਮਾਂ ਭਾਈ ਉਹ ਆ ਜਾਵੇ, ਕਿਸੇ ਨੂੰ ਪਤਾ ਕਿਸ ਵੇਲੇ ਮੇਰੀ ਮੌਤ ਆਉਣੀ ਹੈ। ਮਹਾਰਾਜ ਤਾਂ ਕਹਿੰਦੇ ਨਾ ਭਾਈ ਅਮਨ ਸਲਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੇ ਖਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਭਗਤ ਕਬੀਰ ਸਾਹਿਬ ਜੀ ਮਹਾਰਾਜ ਸੂਹੀ ਰਾਗ 'ਚ ਇਉਂ ਕਹਿੰਦੇ ਐ, ਧਿਆਨ ਦਿਓ,
ਇਕਾਗਰਤਾ ਬਣਾ ਕੇ ਰੱਖੋ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਅਮਲ ਸਰਾਨੋ ਲੇਖਾ ਦੇਣਾ, ਲੇਖਾ ਦੇਣਾ ਆ ਆਏ ਕਠਨ ਦੂਤ ਜਮ ਲੈਣਾ। ਸੋ ਸਤਿਗੁਰੂ ਜੀ ਕਹਿੰਦੇ ਉਹ ਕਰੜੇ ਸੁਭਾਅ ਵਾਲੇ ਦੂਤ ਤੈਨੂੰ ਲੈਣ ਵਾਸਤੇ ਆਉਣਗੇ। ਅੱਛਾ ਪੁੱਛਣਗੇ ਕਿਆ ਤੇ ਖੱਟਿਆ ਕਹਾ ਗਵਾਇਆ, ਕੀ ਖੱਟਿਆ ਤੂੰ ਦੁਨੀਆ ਤੇ ਆ ਕੇ, ਕੀ ਗਵਾਇਆ? ਗਵਾਇਆ ਹੀ ਹੈ ਬਸ, ਖੱਟਿਆ ਕੀ ਹੈ? ਸੋ ਸਾਧ ਸੰਗਤ ਜੀ ਜਿਹੜੇ ਕਹਿੰਦੇ ਕੋਈ ਨਹੀਂ ਛਕ ਲਾਂਗੇ ਅੰਮ੍ਰਿਤ, ਪੜ੍ਹ ਲਾਂਗੇ ਬਾਣੀ, ਕੋਈ ਨਹੀਂ ਕਰ ਲਾਂਗੇ ਭਜਨ, ਕਰ ਲਾਂਗੇ ਕਰਦੇ ਰਹਿੰਦੇ। ਦੱਸੋ ਕਦਾਂ ਕਰਾਂਗੇ, ਕਦੋਂ ਕਰਾਂਗੇ? ਸੋ ਪਹਿਲਾਂ ਹੀ ਸਮਾਂ ਅਸੀਂ ਲੰਘਾ ਦਿੱਤਾ ਸਾਧ ਸੰਗਤ ਜੀ। ਸੋ ਇਸੇ ਪ੍ਰਕਾਰ ਮਹਾਰਾਜ ਸਮਝਾਉਂਦੇ ਐ ਕਿਆ ਸੋਚੈ ਬਾਰੰਬਾਰ, ਕੀ ਬਾਰ-ਬਾਰ ਸੋਚਦਾ ਆ, ਹਰ ਕਾ ਨਾਮ ਨਾ ਜਪਸ ਗਵਾਰਾ। ਪਾਗਲ ਮੂਰਖ ਮਹਾਰਾਜ ਕਹਿੰਦੇ ਹਰੀ ਦਾ ਨਾਮ ਨਹੀਂ ਜਪਦਾ, ਬਾਰ-ਬਾਰ ਸੋਚਦਾ ਹੈ। ਤੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਗੁਰਮੁਖੋ ਬੁਰਾ ਕੰਮ ਕਰਨਾ ਹੋਵੇ ਨਾ ਸਾਧ ਸੰਗਤ ਜੀ ਉੱਠ ਕੇ ਖੜ ਜਾਵਾਂਗੇ, ਖੜ ਜਾਂਦੇ ਨੇ। ਤੇ ਜਦੋਂ ਨਾਮ ਦਾ ਵੇਲਾ, ਆ ਨਾਮ ਦਾ ਵੇਲਾ ਆ, ਸਿਮਰਨ ਦਾ ਵੇਲਾ, ਆ ਅੰਮ੍ਰਿਤ ਵੇਲਾ ਜੋ ਕਥਾ ਹੋ ਰਹੀ ਹੈ ਜਾਂ ਗੁਰਬਾਣੀ ਪੜ੍ਹਨ ਦਾ ਸਮਾਂ ਏ, ਬਸ ਉੱਤੇ ਪਏ ਤਾਂ ਤਨਤਾ ਦੇ ਜੋਗ ਨੇ। ਤਾਂ ਹੀ ਕਬੀਰ ਜੀ ਮਹਾਰਾਜ ਜੀ ਨੇ ਆਖਿਆ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੜਾ, ਤਾਹੀ ਕੇ ਸੰਗ ਲਾਗ। ਜਿਹਦੇ ਨਾਲੋਂ ਤੂੰ ਵਿਛੜਿਆ ਹੋਇਆ ਉਹਦੇ ਨਾਲ ਜਾ ਕੇ ਲੱਗ। ਤਾਂ ਹੀ ਕਬੀਰ ਜੀ ਨੇ ਇਹ ਬਚਨ ਕੀਤੇ। ਸ਼ਲੋਕ ਲੰਘ ਚੁੱਕਾ ਜੀ, ਕਥਾ ਹੋ ਚੁੱਕੀ ਹੈ। ਸੋ ਮਹਾਰਾਜ ਕਹਿੰਦੇ ਜਿਹੜੇ ਸੋਚਦੇ ਆ ਕੱਲ ਨੂੰ ਪੜ੍ਹ ਲਾਂਗੇ ਬਾਣੀ, ਉਹਨਾਂ ਬਾਬਤ ਕਬੀਰ ਜੀ ਕਹਿੰਦੇ ਹਨ ਕਬੀਰ ਕਾਲ ਕਰੰਤਾ ਬਹਿ ਕਰ। ਜਿਹੜੇ ਕਹਿੰਦੇ ਆ ਕਿ ਕੱਲ ਨੂੰ ਬਾਣੀ ਪੜ੍ਹ ਲਾਂਗੇ, ਭਾਈ ਹੁਣੇ ਤੋਂ ਹੀ ਪੜ੍ਹਨੀ, ਅੱਜ ਹੀ ਪੜ੍ਹਨੀ ਸ਼ੁਰੂ ਕਰ। ਅਵ ਕਰਤਾ ਸੋਏ ਤਾਲ। ਮਹਾਰਾਜ ਕਹਿੰਦੇ ਅੱਜ ਤੋਂ ਨਹੀਂ, ਹੁਣ ਤੋਂ ਹੀ। ਸੋਏ ਤਾਲ ਦਾ ਭਾਵ ਹੈ ਹੁਣ ਤੋਂ ਹੀ, ਸ਼ੀਘਰ ਹੀ। ਸੱਚੇ ਪਾਤਸ਼ਾਹ ਕਹਿੰਦੇ ਹੁਣ ਤੋਂ ਹੀ ਭਜਨ ਬੰਦਗੀ ਕਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਗੌੜੀ ਰਾਗ 'ਚ 176 ਅੰਗ ਤੇ ਇਹੀ ਆਇਆ। ਸਤਿਗੁਰੂ ਕਹਿੰਦੇ ਕਰਮ ਭੂਮ ਮੈਂ ਬੋਹ ਨਾਮ। ਇਸ ਕਰਮ ਭੂਮੀ, ਸਰੀਰ ਨੂੰ ਕਰਮ ਭੂਮੀ ਆਖਿਆ। ਜਿਹੜੀਆਂ ਜੂਨਾਂ ਦੇਖਦੇ ਆ ਇਹ ਭੋਗ ਜੂਨੀ ਹੈ, ਧਿਆਨ ਦਿਓ ਥੋੜਾ ਜਿਹਾ। ਮਨੁੱਖਾ ਜਨਮ ਕਰਮ ਭੂਮੀ ਵੀ ਹੈ ਤੇ ਭੋਗ ਜੂਨੀ ਵੀ ਹੈ। ਹੋਰ ਇਹਦੇ ਤੋਂ ਬਿਨਾਂ ਮਨੁੱਖਾ ਜਨਮ ਤੋਂ ਬਿਨਾਂ 84 ਲੱਖ ਜੂਨ, ਉਹ ਭੋਗ ਜੂਨੀ, ਉਹ ਕਰਮ ਕਰ ਚੁੱਕੇ ਆਪਦਾ। ਅਸੀਂ ਕਰਮ ਕਰਨਾ। ਜਿਵੇਂ ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਜੇ ਤੂੰ ਵਾਹਿਗੁਰੂ ਦੇ ਗੁਣ ਨਹੀਂ ਨਾ ਗਾਏ ਤਾਂ ਤੇਰਾ ਜਨਮ ਵਿਅਰਥ ਹੈ। ਔਰ ਕਹਿੰਦੇ ਜੇ ਗਾ ਲਏ, ਸੋ ਗੁਰੂ ਸਾਹਿਬ ਕਹਿੰਦੇ ਗੁਣ ਗੋਬਿੰਦ ਗਾਇਓ, ਜਿਸ ਨੇ ਗਾ ਲਏ ਨਹੀਂ ਜਨਮ ਆਕਾਰਥ ਕੀਨ। ਦੇਖੋ ਇਸ ਦੇ ਦੋ ਅਰਥ, ਇਹ ਦੋ ਥਾਵਾਂ ਤੇ ਵਿਸ਼ਰਾਮ ਲੱਗਦਾ ਸੰਪਰਦਾ ਦੇ ਵਿੱਚ। ਮੁੱਖ ਵਿਸ਼ਰਾਮ ਤਾਂ ਨਹੀਂ ਤੇ ਹੀ ਲੱਗੇਗਾ, ਪਰ ਜਦੋਂ ਅਰਥ ਕੀਤੇ ਜਾਂਦੇ ਐ ਉਦੋਂ ਇਦਾਂ ਪੰਕਤੀ ਪੜ੍ਹੀ ਜਾਂਦੀ ਹੈ ਗੁਣ ਗੋਬਿੰਦ ਗਾਇਓ, ਜਿਸ ਨੇ ਵਾਹਿਗੁਰੂ ਦੇ ਗੁਣ ਗਾ ਲਏ ਨਹੀਂ ਜਨਮ ਆਕਾਰਥ ਕੀਨ। ਉਹਨਾਂ ਦਾ ਜਨਮ ਵਿਅਰਥ ਨਹੀਂ ਗਿਆ। ਪਰ ਮੁੱਖ ਰੂਪ 'ਚ ਅਰਥ, ਮੁੱਖ ਰੂਪ 'ਚ ਵਿਸ਼ਰਾਮ ਉੱਥੇ ਹੀ ਲੱਗੇਗਾ। ਗੁਣ ਗੋਬਿੰਦ ਗਾਇਓ ਨਹੀਂ, ਜਿਨ੍ਹਾਂ ਨੇ ਸਤਿਗੁਰਾਂ ਦੇ ਗੁਣ ਨਹੀਂ ਗਾਏ ਭਾਈ, ਮਹਾਰਾਜ ਕਹਿੰਦੇ ਉਹਦਾ ਜਨਮ ਵਿਅਰਥ ਚਲਿਆ ਗਿਆ। ਆਹ ਸਰੀਰ ਜਿਹੜਾ ਮਨੁੱਖਾ ਜਨਮ ਹੈ ਕਰਮ ਜੂਨੀ ਹੈ ਇਹ, ਤੇ ਭੋਗ ਜੂਨੀ ਵੀ ਹੈ। ਜੋ ਪਿੱਛੇ ਕਰ ਚੁੱਕੇ ਆ ਉਹ ਭੋਗ ਰਹੇ ਆ। ਹੁਣ ਜੋ ਅੱਗੇ ਕਰਾਂਗੇ ਧਿਆਨ, ਹੁਣ ਵੀ ਧਿਆਨ ਜੇ ਰੱਖਾਂਗੇ ਤਾਂ ਸਾਨੂੰ ਫਲ ਮਿਲੇਗਾ ਹੀ ਉਸ ਦਾ। ਇਸੇ ਕਰਕੇ ਸੇਵਾ ਮਹਾਰਾਜ ਦੀ ਹੱਥੀਂ ਕਰੀਏ, ਸੱਚੇ ਪਾਤਸ਼ਾਹ ਦੀ ਹੱਥੀਂ। ਇਹ ਕਰਮ ਹੱਥਾਂ ਨਾਲ ਕਰਮ ਕਰੀਏ, ਹੱਥ ਪਵਿੱਤਰ ਨੇ। ਪੈਰਾਂ ਨਾਲ ਚੱਲ ਕੇ ਗੁਰੂਦੇਵ ਦੇ ਚਰਨੀ ਆਈਏ, ਪੈਰ ਪਵਿੱਤਰ, ਕੰਨਾਂ ਨਾਲ ਸੁਣ ਕੇ ਬਾਣੀ ਮਹਾਰਾਜ ਦੀ ਸੁਣੀਏ। ਸੋ ਮਹਾਰਾਜ ਕਹਿੰਦੇ ਕਰਮ ਭੂਮ ਮੈਂ ਬੋਹ ਨਾਮ। ਇਹ ਸਰੀਰ ਭੂਮੀ ਹੈ, ਇਸ ਵਿੱਚ ਕਰਮ ਬੀਜ ਲੈ। ਕਹਿੰਦੇ ਕਿਹੜਾ ਨਾਮ? ਮਹਾਰਾਜ ਦਾ ਨਾਮ, ਵਾਹਿਗੁਰੂ ਦਾ ਨਾਮ, ਬਾਣੀ ਪੜ੍ਹ ਸੁਣ ਲੈ। ਇਸ ਕਰਕੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ। ਇਸ ਕਲਯੁਗ ਵਿੱਚ ਹੁਣ ਨਾਮ ਹੀ ਪ੍ਰਧਾਨ ਹੈ, ਨਾਮ ਦੀ ਮਹਿਮਾ ਹੈ ਭਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਦਾ ਹੀ ਆਸਰਾ ਹੈ। ਹੁਣ ਤਾਂ ਕੋਈ ਜੋ ਮਰਜ਼ੀ ਕਰਦਾ ਹੋਵੇ, ਪੰਡਤ ਹੋਵੇ, ਵਿਦਵਾਨ ਹੋਵੇ, ਜੇ ਨਾਮ ਨਹੀਂ ਨਾ ਜਪਦਾ ਪਾਰ ਨਹੀਂ ਹੋ ਸਕਦਾ ਭਾਈ। ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਸ਼੍ਰੀ ਰਾਗ ਦੇ ਅੰਦਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹੀ ਸਮਝਾਉਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ
ਜੇ ਕੋਈ ਹੋਵੇ ਵਿਦਵਾਨ ਹੋਵੇ ਕੋਈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਉਹ ਅਕਾਲ ਪੁਰਖ ਦਾ ਕੋਈ ਬਚਨ ਨਹੀਂ ਨਾ, ਉਹ ਮਹਾਰਾਜ ਦੀ ਬਾਣੀ ਨਹੀਂ ਨਾ ਪੜ੍ਹਦਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਪਾਰ ਨਹੀਂ ਹੋ ਸਕਦਾ, ਪਾਰ ਨਹੀਂ ਹੋ ਸਕੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਪ੍ਰਕਾਰ ਜਿੱਡੇ ਕੱਡੇ ਤੋਂ ਵੱਡਾ ਮਰਜੀ ਵਿਦਵਾਨ ਹੋਵੇ, ਕਰਮ ਭੂਮ ਮੈਂ ਬੋਹ ਨਾਮ, ਸਰੀਰ ਵਿੱਚ ਨਾਮ ਦਾ ਬੀਜ ਬੀਜ ਲੈ, ਪੂਰਨ ਹੋਏ ਤੁਮਾਰਾ ਕਾਮ, ਫਲ ਪਾਵੈ ਮਿਟੇ ਜਮ ਤਰਾਸ, ਨਿਤ ਗਾਵੈ ਹਰ ਹਰ ਗੁਣ ਜਾਸ। ਹਰ ਹਰ ਨਾਮ ਅੰਤਰ ਔਰ ਧਾਰ, ਇਹ ਕਹਿੰਦੀ ਹੈ ਹਰ ਹਰ ਨਾਮ ਅੰਤਰ ਔਰ ਧਾਰ, ਗੁਰੂ ਸਾਹਿਬ ਦਾ ਜਿਹੜਾ ਨਾਮ ਹੈ ਅੰਦਰ ਧਾਰ ਕੇ ਰੱਖ। ਸੱਚੀ ਪਾਤਸ਼ਾਹ ਕਹਿੰਦੇ ਹੈ ਸ਼ੀਗਰ ਕਾਰਜ ਲੇਹੋ ਸਵਾਰ, ਥੋੜਾ ਧਿਆਨ ਦਿਓ ਇੱਥੇ, ਸ਼ੀਗਰ ਦਾ ਭਾਵ ਹੁੰਦਾ ਹੁਣੇ ਹੀ, ਸ਼ੀਗਰੀ। ਸਤਿਗੁਰੂ ਕਹਿੰਦੇ ਸ਼ੀਗਰ ਕਾਰਜ ਲੇਹੋ ਸਵਾਰ, ਇਹ ਭਗਤੀ ਰੂਪੀ ਕਾਰਜ ਸਵਾਰ ਲੈ ਆਪਣਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਆਪਣੇ ਪ੍ਰਭ ਸੋ ਹੋ ਸਾਵਧਾਨ, ਆਪਣੇ ਪ੍ਰਭੂ ਨਾਲ ਸਾਵਧਾਨ ਹੋ ਕੇ ਬਾਣੀ ਪੜ੍ਹ, ਤਾਂ ਤੂੰ ਦਰਗਹਿ ਪਾਵਹਿ ਮਾਨ, ਤਾਂ ਤੂੰ ਦਰਗਾਹ 'ਚ ਮਾਣ ਪਾਵੇਂਗਾ। ਪੰਜਵੇਂ ਸੁਆਮੀ ਜੀ ਕਹਿੰਦੇ ਉਕਤ ਸਿਆਣਪ ਸਗਲੀ ਤਿਆਗ, ਸਾਰੀਆਂ ਸਿਆਣਪਾਂ ਛੱਡ ਦੇ, ਉਕਤ ਸਿਆਣਪ ਸਗਲੀ ਤਿਆਗ, ਸੰਤ ਜਨਾ ਕੀ ਚਰਣੀ ਲਾਗ। ਸਾਰੀਆਂ ਸਿਆਣਪਾਂ ਨੂੰ ਛੱਡ ਕੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਤਮਾ ਨੂੰ ਸ਼ਾਂਤ ਕਰਨ ਵਾਲੇ ਸੰਤ ਨੇ, ਜਿਹੜੀ ਇਹਨਾਂ ਦੀ ਬਾਣੀ ਸੰਤ ਬਣਾਉਣ ਵਾਲੀ ਹੈ, ਇਹਨਾਂ ਦੇ ਚਰਨੀ ਲੱਗਣਾ ਕਰ। ਸੰਤ ਜਨਾ ਕੀ ਚਰਣੀ ਲਾਗ, ਸਰਬ ਜੀ ਹੈ ਜਾ ਕੇ ਹਾਥ, ਕਦੇ ਨਾ ਵਿਛੜੈ ਸਭ ਕੇ ਸਾਥ। ਉਹ ਤੇ ਮਾਲਕ ਭਾਈ ਸਾਰਿਆਂ ਦੇ ਨਾਲ ਹੀ ਰਹਿੰਦਾ ਆ, ਬਸ ਤੂੰ ਹੀ ਦੂਰ ਹੋਇਆ ਬੈਠਾ ਆ। ਇਸ ਕਰਕੇ ਕਬੀਰ ਜੀ ਮਹਾਰਾਜ ਸਾਧ ਸੰਗਤ ਜੀ ਬਚਨ ਕਰਦੇ ਆ, ਆਪਣੀ ਇਹ ਸ੍ਰੀ ਰੂਪੀ ਧਰਤੀ ਵਿੱਚ ਨਾਮ ਦਾ ਬੀਜ ਬੀਜ ਲੈ। ਪਰ ਕਿੱਥੇ ਸਮਝਦੇ ਆ ਸਾਧ ਸੰਗਤ ਜੀ, ਕੋਈ ਵਿਰਲਾ ਹੀ ਹੈ ਜਿਹੜਾ ਭਜਨ ਬੰਦਗੀ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰਦਾ, ਸੁਣਦਾ, ਪੜ੍ਹਦਾ ਹੈ। ਨਹੀਂ ਤੇ ਗੁਰੂ ਘਰੇ ਜਾਂ ਹੱਥ ਲਾ ਕੇ ਆਉਣਾ, ਜਾਂ ਉਹਦੇ ਉਹਨਾਂ ਜਦੇ ਦੇ ਗਏ ਕੜਾ ਪ੍ਰਸ਼ਾਦੀ ਉਹਦੇ ਮੂੰਹ ਦਿਖਾਉਣਾ ਮਹਾਰਾਜ ਨੂੰ, ਉਹ ਨਹੀਂ ਆਉਣਾ ਸੀ ਸਾਧ ਸੰਗਤ ਜੀ। ਜਦ ਦੇ ਗਏ ਨਾ ਉਦੋਂ ਹੀ ਆਉਣਾ ਵੀ ਖਣੀ ਇੱਕ ਦਿਨ ਆ ਕੇ ਮੇਰੇ ਤੇ ਖੁਸ਼ੀ ਮਿਲ ਜੂ। ਉਹ ਤਾਂ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਮਹਾਰਾਜ ਤੇ ਐਂ ਕਹਿੰਦੇ, ਉਹ ਤਾਂ ਕਹਿੰਦੇ ਰੋਜ਼ ਨਿਤਨੇਮ, ਰੋਜ਼ ਇੱਕ ਦਿਨ ਨਹੀਂ। ਤੇ ਜਿੱਦੇ ਦੇ ਗਏ ਉਹਦੇ ਅਸੀਂ ਸਾਰਾ ਪਰਿਵਾਰ ਹੀ ਤੁਰੇ ਵੀ ਅੱਜ ਹੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਦੇ, ਬਸ ਅੱਜ ਹੀ ਸਾਰਾ ਕੁਝ ਮਿਲ ਜੂ, ਖੁਸ਼ੀ ਅੱਜ ਹੀ ਮਿਲ ਜੂ ਮਹਾਰਾਜ ਦੀ। ਸੋ ਸਾਧ ਸੰਗਤ ਜੀ ਰੋਜ਼ ਆਓ, ਰੋਜ਼ ਰੋਜ਼ ਭੋਜਨ ਨਹੀਂ ਤੂੰ ਛਕਦਾ, ਰੋਜ਼ ਖਾਂਦੇ ਆ ਨਾ ਪ੍ਰਸ਼ਾਦਾ ਪਾਣੀ, ਰੋਟੀ ਖਾਂਦੇ ਆ ਨਾ, ਰੋਜ਼ ਖਾਂਦੇ ਆ ਨਾ। ਇਸ ਕਰਕੇ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਖੁਰਾਕ ਦੀ ਲੋੜ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਕਹਿੰਦਾ ਭਜਨ ਕਰ ਲਾਂਗਾ ਮੈਂ, ਕੱਲ ਨੂੰ ਕਰ ਲਾਂਗਾ, ਕਾਲ ਕਰਨ ਤਾਂ ਅਬਹਿ ਕਰ, ਅੱਜ ਹੀ ਕਰ ਲੈ। ਅਵ ਕਰਤਾ ਸੋਇ ਤਾਲ, ਅੱਜ ਕਰਨਾ ਤੇ ਹੁਣੀ ਕਰ। ਪਾਸੇ ਕਸੂ ਨਾ ਹੋਏਗਾ, ਤੂੰ ਕਹਿਣਾ ਫਿਰਦਾ ਕਿ ਭਾਈ ਮੈਂ ਕੋਈ ਨਹੀਂ ਕਰ ਲਵਾਂਗਾ, ਹਜੇ ਉਹ ਕਰਮ ਕਰ ਲਈ, ਉਹ ਇਹ ਤੇ ਚੱਲੀ ਜਾਣੇ ਐ। ਮਹਾਰਾਜ ਕਹਿੰਦੇ ਜਦੋਂ ਤੇਰੀ ਉਮਰ ਲੰਘ ਗਈ ਭਾਈ, ਸਵਾਸ ਪਤਾ ਨਹੀਂ ਮਹਾਰਾਜ ਨੇ ਕਿੰਨੇ ਕੁ ਬਖਸ਼ੇ, ਜਦੋਂ ਲੰਘ ਗਏ ਫਿਰ ਕੁਝ ਨਹੀਂ ਹੋ ਸਕੇਗਾ। ਜੋ ਸਿਰ ਪਰ ਆਵੇ ਕਾਲ, ਜਦੋਂ ਤੇਰੇ ਸਿਰ ਤੇ ਕਾਲ ਆ ਕੇ ਖੜਾ ਹੋ ਗਿਆ, ਭਾਵ ਕਾਲ ਆ ਗਿਆ, ਮੌਤ ਆ ਗਈ, ਤੈਨੂੰ ਦੁਨੀਆ ਤੋਂ ਜਦੋਂ ਮੌਤ ਲੈ ਜਾਏਗੀ। ਸੋ ਗੁਰੂ ਸਾਹਿਬ ਕਹਿੰਦੇ ਨੇ, ਮਹਾਰਾਜ ਕਹਿੰਦੇ ਫਿਰ ਕਦੋਂ ਨਾਮ ਜਪੇਗਾ, ਛੁਟਕਾਰਾ ਤੇ ਨਾਮ ਨਹੀਂ ਕਰਨਾ ਆ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਸਤ ਸੰਗਤ ਨਹੀਂ ਸਾਡਾ ਉਧਾਰ ਕਰਨਾ ਆ। ਸੋ ਮਹਾਰਾਜ ਤੇ ਹੀ ਕਹਿੰਦੇ ਮੇਰੇ ਮਾਧੋ ਜੀ, ਸਤ ਸੰਗਤ ਮੇਰੇ ਸੋ ਤਰਿਆ, ਉਹੀ ਤਰਿਆ ਜਿਨ੍ਹਾਂ ਨੇ ਸਤ ਸੰਗਤ, ਸਾਧੂਆਂ ਦੀ ਸੰਗਤ, ਰੱਬ ਦੇ ਪਿਆਰੇ ਗੁਰਮੁਖਾਂ ਦੀ ਬਾਣੀ ਦੀ ਸੰਗਤ ਕੀਤੀ ਹੈ। ਮਹਾਰਾਜ ਕਹਿੰਦੇ ਉਹ ਤਰ ਗਏ। ਇਸੇ ਕਰਕੇ ਭਾਈ ਤੂੰ ਚੇਤੇ ਕਰ ਲੈ ਮਹਾਰਾਜ ਨੂੰ, ਤੇਰੇ ਸਿਰ ਤੇ ਕਾਲ ਜਦੋਂ ਆ ਗਿਆ ਨਾ ਵਾਹਿਗੁਰੂ, ਫਿਰ ਸਾਧ ਸੰਗਤ ਜੀ ਤੈਨੂੰ ਯਾਦ ਕਿਵੇਂ ਤੂੰ ਕਰ ਲਏਗਾ। ਘਰ ਅੱਗ ਲੱਗ ਜਾਏ, ਆਖੇ ਮੈਂ ਇਹ ਖੂਹ ਪੱਟ ਕੇ ਪਾਣੀ ਕੱਢ ਕੇ ਅੱਗ ਬੁਝਾਵਾਂ, ਨਹੀਂ ਹੋ ਸਕਦਾ, ਸੜ ਕੇ ਸਾਰਾ ਕੁਝ ਸੁਆਹ ਹੋ ਜਾਏਗਾ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਐ, ਜੇ ਕੋਈ ਆਖੇ ਮੈਦਾਨੀ ਜੰਗ ਵਿੱਚ ਖੜ ਕੇ ਆਖੇ ਮੈਂ ਵੀਰ ਵਿਦਿਆ ਸਿੱਖ ਲਵਾਂ, ਸ਼ਾਸਤਰ ਵਿਦਿਆ ਸਿੱਖ ਲਵਾਂ, ਨਹੀਂ ਹੋਵੇਗਾ, ਮੌਤ ਹੀ ਹੈ ਫਿਰ ਅੱਗੇ ਖੜੀ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜੇ ਤੂੰ ਭਜਨ ਨਹੀਂ ਹੁਣ ਨਹੀਂ ਨਾ ਕਰਦਾ,
ਮਹਾਰਾਜ ਕਹਿੰਦੇ ਕਦੋਂ ਕਰੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ, ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਦਾ ਭਜਨ ਕਰਨਾ ਥੋੜ੍ਹਾ ਕਰ ਲਓ, ਚਾਹੇ ਸਾਧ ਸੰਗਤ ਜੀ 1 ਘੰਟਾ ਹੀ ਭਾਵੇਂ ਗੁਰੂ ਸਾਹਿਬ ਨੂੰ ਦੇ ਦਈਏ ਤੇ ਮਹੀਨੇ ਵਿੱਚ 30 ਘੰਟੇ ਹੋ ਗਏ। ਸਾਧ ਸੰਗਤ ਜੀ ਵੇਖੋ ਸਾਲ ਵਿੱਚ ਕਿੰਨੇ ਘੰਟੇ ਹੋ ਗਏ। ਮਹਾਰਾਜ ਨੂੰ ਇਸ ਤਰ੍ਹਾਂ ਸਾਧ ਸੰਗਤ ਜੀ ਸਮਾਂ ਦੇ ਦੇਣਾ ਚਾਹੀਦਾ ਆ। 24 ਘੰਟੇ ਸਾਡੇ ਕੋਲ ਹੈ, 2 ਘੰਟੇ ਗੁਰੂ ਵਾਸਤੇ ਤਾਂ ਕੱਢਣੇ ਹੀ ਚਾਹੀਦੇ ਆ। ਨਿਤਨੇਮ ਅਭਿਆਸ ਕਰੋ ਤੇ ਸਤ ਸੰਗਤ। ਸਾਧ ਸੰਗਤ ਜੀ ਫਿਰ ਸਾਡਾ ਪਾਰ ਉਤਾਰਾ ਹੋਣਾ, ਆਪਣੇ ਵਾਸਤੇ ਹੀ ਕਰਨਾ ਨਾ। ਇੱਥੇ ਜੇ ਤੂੰ ਆਪਣਾ ਭਲਾ ਕਰਨਾ ਚਾਹੁੰਦਾ ਤੇ ਆਪਣੇ ਤੋਂ ਸ਼ੁਰੂ ਕਰ ਪਹਿਲਾਂ। ਮਹਾਰਾਜ ਕਹਿੰਦੇ ਆਪਦੇ ਤੋਂ ਸ਼ੁਰੂ ਕਰ ਪਹਿਲਾਂ ਭਲਾ ਕਰਨਾ। ਸੋ ਗੁਰੂ ਜੀ ਇਉਂ ਸਮਝਾਉਂਦੇ ਹਨ, ਕਬੀਰ ਐਸਾ ਜੰਤ ਇੱਕ ਦੇਖਿਆ। ਕੋਈ ਆਦਮੀ ਕਾਂਸ਼ੀ ਵਿੱਚ ਰਹਿੰਦਾ ਸੀ, ਉਹ ਸਾਧ ਸੰਗਤ ਜੀ ਸਾਧੂਆਂ ਵਾਲਾ ਮਹਾਤਮਾ ਵਾਲਾ ਲਿਬਾਸ ਪਾ ਕੇ ਨਾ ਲੋਕਾਂ ਨੂੰ ਠੱਗਿਆ ਕਰਦਾ ਸੀ, ਠੱਗੀਆਂ ਮਾਰਦਾ ਸੀ ਲੋਕਾਂ ਨਾਲ। ਇਹ ਨਹੀਂ ਸੀ ਚੇਤੇ ਰੱਖਦਾ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀਅ ਪਹਿਲੀਜੈ। ਅੰਤ ਵੇਲੇ ਤਾਂ ਮਹਾਰਾਜ ਨੇ ਤੇਰੇ ਪਾਸੋਂ ਹਿਸਾਬ ਕਿਤਾਬ ਲੈਣਾ ਆ, ਤੂੰ ਕਿਉਂ ਠੱਗੀਆਂ ਮਾਰਦਾ ਆ। ਇਸੇ ਪ੍ਰਕਾਰ ਬਹੁਤ ਸਾਧ ਸੰਗਤ ਜੀ ਲਿਬਾਸ ਪਾ ਕੇ ਠੱਗੀਆਂ ਮਾਰਦੇ ਐ। ਚੰਗਿਆਂ ਨੂੰ ਵੀ ਸਾਧ ਸੰਗਤ ਜੀ ਉਹਨਾਂ 'ਤੇ ਵੀ ਸ਼ੱਕ ਕਰਨ ਲਾ ਦਿੰਦੇ ਐ। ਐਡੇ ਕਈ ਹੁੰਦੇ ਐ ਸਾਧ ਸੰਗਤ ਜੀ ਜਿਹੜੇ ਚੰਗੇ ਮਹਾਤਮਾ ਗੁਰਮੁਖ ਹੈ ਨਾ, ਉਹਨਾਂ 'ਤੇ ਵੀ ਸ਼ੱਕ ਪਾ ਦਿੰਦੇ ਐ ਸਾਧ ਸੰਗਤ ਜੀ। ਦੁਨੀਆ ਤਾਂ ਸਾਧ ਸੰਗਤ ਜੀ ਪਹਿਲਾਂ ਹੀ ਨਹੀਂ ਰੱਬ ਦੇ ਪਿਆਰਿਆਂ ਨੂੰ ਸਾਧ ਸੰਗਤ ਜੀ ਕੋਈ ਸਤਿਕਾਰ ਮਾਣ ਦਿੰਦੀ, ਪਰ ਜਦੋਂ 2-4 ਇਹੋ ਜਿਹੇ ਕਾਂਡ ਕਰ ਜਾਣ ਨਾ, ਉਦੋਂ ਫਿਰ ਦੂਜਿਆਂ ਦੇ ਬੰਦਾ ਸ਼ੱਕੀ ਨਜ਼ਰ ਨਾ ਆਵੇ ਵੀ ਇਹ ਵੀ ਖਣੀ ਇਹੋ ਜਿਹਾ ਹੀ ਹੋਊਗਾ। ਸੋ ਸਾਧ ਸੰਗਤ ਜੀ ਕੋਈ ਭਾਵਨਾ ਨਹੀਂ ਰਹਿੰਦੀ। ਸੋ ਮਹਾਰਾਜ ਉਹ ਬਚਨ ਹੁਣ ਕਰਨਗੇ ਭਗਤ ਕਬੀਰ ਸਾਹਿਬ ਜੀ। ਇਸੇ ਕਰਕੇ ਤਾਂ ਲੱਛਣ ਦੇਖਣੇ ਚਾਹੀਦੇ ਐ ਸਾਧ ਸੰਗਤ ਜੀ। ਮਾਰੇ ਤੇ ਕਹਿੰਦੇ ਐ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕ ਸੁਬਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਹਾਰਾਜ ਦਾ ਬਚਨ ਹੈ, ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਉਹ ਭਾਈ ਧੀਆਂ ਭੈਣਾਂ 'ਚ ਮਾਈਆਂ ਬੀਬੀਆਂ 'ਚ ਵੀ ਵਾਹਿਗੁਰੂ ਹੀ ਵੇਖੇ। ਸਾਧ ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ, ਏਕਾ ਨਾਰੀ ਜਤੀ ਹੋਏ। ਇੱਕ ਨਾਰੀ ਨਾਲ ਇੱਕ ਪਤਨੀ ਨਾਲ ਹੀ ਜਤ ਵਿੱਚ ਰਹਿਣਾ, ਜਤ ਸਤ ਵਿੱਚ ਰਹਿਣਾ, ਪਰ ਨਾਰੀ ਧੀ ਭੈਣ ਵਖਾਣੈ। ਭਾਈ ਗੁਰਦਾਸ ਜੀ ਇਉਂ ਕਹਿੰਦੇ ਐ। ਸੋ ਇਸੇ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਕਹਿੰਦੇ ਔਰ ਧਾਰੈ ਜੋ ਅੰਤਰ। ਇਹ ਸੁਖਮਨੀ ਸਾਹਿਬ ਜੀ ਆਉਂਦਾ ਬਚਨ, ਸ਼ਲੋਕ ਮਹਾਰਾਜ ਉਚਾਰਦੇ ਆ ਪੰਜਵੇਂ ਸਵਾਮੀ ਜੀ। ਔਰ ਧਾਰੈ ਜੋ ਅੰਤਰ ਨਾਮ। ਸਤਿਗੁਰਾਂ ਜੀ ਨੇ ਸੁਖਮਨੀ ਸਾਹਿਬ ਉਚਾਰਿਆ, ਦੁੱਖ ਭੰਜਣੀ ਬੇਰੀ ਥੱਲੇ, ਦੁੱਖ ਭੰਜਣੀ ਬੇਰੀ ਥੱਲੇ ਉਚਾਰਿਆ। ਤਾਂਿਓ ਇਹਦਾ ਦੁੱਖ ਭੰਜਣ ਇਸ ਨੂੰ ਦੁੱਖ ਭੰਜਣੀ ਬਾਣੀ ਵੀ ਕਹਿੰਦੇ ਆ। ਦੁੱਖਾਂ ਨੂੰ ਭੰਨਣ ਵਾਲੀ, ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੀ ਬਾਣੀ ਹੈ ਸੁਖਮਨੀ ਸਾਹਿਬ। ਸੋ ਗੁਰਮੁਖੋ ਅਸੀਂ ਸੁੱਖਾਂ ਪਿੱਛੇ ਤਾਂ ਭੱਜੇ ਫਿਰਦੇ ਆ, ਬਾਣੀ ਪੜ੍ਹ ਲਿਆ ਕਰੀਏ, ਸੁਣੀ ਲਿਆ ਕਰੀਏ ਸਾਧ ਸੰਗਤ ਜੀ। ਸੋ ਇਸੇ ਪ੍ਰਕਾਰ ਗੁਰਮੁਖੋ ਸੱਚੇ ਪਾਤਸ਼ਾਹ ਤਾਂ ਇਹੀ ਸਮਝਾਉਂਦੇ ਐ, ਔਰ ਧਾਰੈ ਜੋ ਅੰਤਰ ਨਾਮ। ਅੰਦਰ ਜਿਹੜਾ ਨਾਮ ਗਿਆਨ ਧਾਰ ਕੇ ਰੱਖਦਾ, ਸਰਬ ਮੈਂ ਪੇਖੈ ਭਗਵਾਨ, ਸਾਰਿਆਂ ਵਿੱਚ ਪਰਮੇਸ਼ਰ ਜਾਣੇ। ਸਾਧ ਸੰਗਤ ਜੀ ਸੋ ਗੁਰੂ ਸਾਹਿਬ ਜੀ ਕਹਿੰਦੇ ਸਰਬ ਮੈਂ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਾਮ ਸ਼ਿਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਫਿਰ ਕਹਿੰਦੇ ਮਿਥਿਆ ਨਾਹੀ ਰਸਨਾ ਪਰਸ, ਝੂਠ ਉਹਦੀ ਰਸਨਾ ਤੇ ਆਵੇ ਨਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰੈ ਰੂਪ ਨਾ ਪੇਖੈ ਨੇਤਰ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ। ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ। ਮਨ ਕੀ ਬਾਸਨਾ ਮਨ ਤੇ ਟਰੈ, ਮਨ ਦੀਆਂ ਵਾਸ਼ਨਾਵਾਂ ਮਨ ਤੋਂ ਪਰੇ ਕਰ ਦਵੇ। ਇੰਦਰੀ ਜਿੱਤ, ਇੰਦਰੀਆਂ ਤੇ ਜਿੱਤ ਪ੍ਰਾਪਤ ਕਰ ਲਵੇ। ਸੋ ਗੁਰੂ ਸਾਹਿਬ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ, ਇੱਕ ਨਾਲ ਹੀ ਜਤ ਸਤ ਰੱਖੇ, ਬਾਕੀਆਂ ਨੂੰ ਧੀਆਂ ਭੈਣਾਂ ਮਾਵਾਂ ਦੇ ਜਾਂ ਭਾਈਆਂ ਦੇ ਬਰਾਬਰ ਜਾਣੇ, ਭਰਾਵਾਂ ਦੇ ਬਰਾਬਰ ਜਾਣੇ ਸਾਰਿਆਂ ਨੂੰ। ਸੋ ਇਸੇ ਕਰਕੇ ਗੁਰਮੁਖੋ ਮਹਾਰਾਜ ਤਾਂ ਇਹੀ ਕਹਿੰਦੇ ਐ। ਭਗਤ ਨਾਮਦੇਵ ਜੀ ਦਾ ਇੱਕ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਦਾ, ਕਹਿੰਦੇ ਪਰ ਧਨ ਪਰ ਦਾਰਾ ਪਰ ਹਰੀ, ਜਿਸ ਨੇ ਪਰਾਇਆ ਧਨ ਤੇ ਪਰਾਇਆ ਦਾਰਾ ਛੱਡ ਦਿੱਤੀ ਨਾ,
ਪਰਾਏ ਸਰੀਰ ਵੱਲ ਦੇਖਣਾ ਛੱਡ ਦਿੱਤਾ, ਪਰਾਏ ਤਨ ਤੇ ਪਰਾਏ ਧਨ ਤੋਂ ਕੋਹਾਂ ਦੂਰ ਰਿਹਾ। ਤਿਸ ਕੈ ਨਿਕਟ ਬਸੈ ਨਰ ਹਰੀ, ਉਹਦੇ ਨੇੜੇ ਭਾਈ ਵਾਹਿਗੁਰੂ ਰਹਿੰਦਾ ਆ। ਇਉਂ ਮਹਾਰਾਜ ਦਾ ਬਚਨ ਹੈ। ਸੋ ਇਸੇ ਕਰਕੇ ਗੁਰੂ ਸਾਹਿਬ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਹੈ, ਮਹਾਰਾਜ ਕਿਰਪਾ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ। ਸੋ ਕਬੀਰ ਜੀ ਮਹਾਰਾਜ ਦੇ ਵੇਲੇ ਇੱਕ ਕਾਂਸ਼ੀ ਵਿੱਚ ਰਹਿੰਦਾ ਸੀ ਸਾਧੂ, ਉਹ ਲਿਬਾਸ ਪਾ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ। ਇਹੋ ਜਿਹੇ ਕਈ ਹੁੰਦੇ ਆ, ਦੂਜਿਆਂ ਨੂੰ ਵੀ ਸ਼ੱਕੀ ਬਣਾ ਦਿੰਦੇ ਆ, ਅਸਲ ਜਿਹੜੇ ਉਹਨਾਂ ਦੇ ਵਿਚਾਰਿਆਂ ਦਾ ਸਤਿਕਾਰ ਘਟਦਾ ਆ। ਸੋ ਇਸੇ ਪ੍ਰਕਾਰ ਹੈਗਾ ਸੀ ਕੋਈ ਮਹਾਰਾਜ ਤਾਂ ਅੰਤਰਜਾਮੀ ਹੈ ਨਾ, ਭਗਤ ਕਬੀਰ ਸਾਹਿਬ ਤਾਂ ਆਪ ਬ੍ਰਹਮ ਗਿਆਨੀ ਪਰਮੇਸ਼ਰ ਸਰੂਪ ਨੇ। ਸੋ ਜਦੋਂ ਕਹਿੰਦੇ ਇਹਨੂੰ ਵੇਖਿਆ, ਇਸ ਨੂੰ ਵੇਖ ਕਰਕੇ ਕਬੀਰ ਐਸਾ ਜੰਤ ਇੱਕ ਦੇਖਿਆ। ਮਹਾਰਾਜ ਕਹਿੰਦੇ ਮੈਂ ਭਾਈ ਸਤ ਸੰਗੀਆਂ ਨੂੰ ਦੱਸਦੇ ਐ, ਇਹੋ ਜਿਹਾ ਮੈਂ ਇੱਕ ਜੰਤ ਵੇਖਿਆ, ਜੀਵ ਵੇਖਿਆ। ਜੈਸੀ ਧੋਈ ਲਾਖ, ਧੋਈ ਧੋਤੀ ਜਿਵੇਂ ਲੱਖਾਂ ਵਾਰ ਧੋਤੀ ਹੋਵੇ, ਇਉਂ ਕਹਿੰਦੇ ਉੱਪਰੋਂ ਚਿੱਟੇ ਕੱਪੜੇ ਪਾ ਕੇ ਨਹਾ ਕੇ ਤੀਰਥਾਂ ਤੇ ਸਾਰਾ ਕੁਝ ਕਰਕੇ ਕਹਿੰਦੇ ਨਾ ਆਪਣੇ ਆਪ ਨੂੰ ਬੜਾ ਸੁੰਦਰ, ਆਪਣੇ ਆਪ ਨੂੰ ਬੜਾ ਪਵਿੱਤਰ ਅਖਵਾਉਂਦਾ ਸੀ। ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਬਹੁਤ ਸਾਫ਼ ਸੁਥਰਾ ਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ, ਗੱਲਾਂ ਬੜੀਆਂ ਚੰਗੀਆਂ ਸੀ ਮਾਰਦੇ ਹਾਂ, ਵਾਰੇ ਨਹੀਂ ਆਉਣ ਦਿੰਦੇ, ਪਰ ਆਚਰਣ ਸਾਡਾ ਬੁਰਾ ਹੀ ਹੈ। ਮਹਾਰਾਜ ਕਹਿੰਦੇ ਮਨੋਂ ਕਸੁੱਧਾ ਕਾਲੀਆ, ਭਾਈ ਮਨ ਤੇ ਤੇਰਾ ਕਾਲਾ ਹੀ ਹੈ, ਬਾਹਰ ਚਿਟਵੀ ਆ। ਬਾਹਰ ਹੀ ਤੂੰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਚਿੱਟਾ ਬਣ ਕੇ ਦਿਖਾਉਣਾ ਹੈ, ਬਾਹਰ ਤੂੰ ਚਿੱਟੇ ਭਾਵੇਂ ਬਸਤਰ ਪਾਏ ਹੋਏ ਹੋਣ, ਅੰਦਰ ਤਾਂ ਤੇਰੇ ਵਿਸ਼ੇ ਵਿਕਾਰਾਂ ਦੀ ਕਾਲਸੀ ਲੱਗੀ ਹੋਈ ਹੈ, ਅੰਦਰ ਤਾਂ ਠੱਗੀ ਦੀ ਕਾਲਸ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਨੇ ਜਿਹੋ ਜੀ ਧੋਤੀ ਹੋਈ ਲੱਖ ਬਾਹਰੋਂ ਚਮਕਦੀ ਹੈ, ਬਾਹਰੋਂ ਬੜੀ ਸਾਫ਼ ਸੁਥਰੀ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਮੈਂ ਇੱਕ ਜੰਤ ਵੇਖਿਆ। ਸੱਚ ਬਾਤ ਹੈ, ਸੱਜਣ ਠੱਗ ਵੀ ਇੱਦਾਂ ਹੀ ਕਰਦਾ ਸੀ ਨਾ, ਬਾਹਰੋਂ ਬੜਾ ਸਾਧ ਸੰਗਤ ਜੀ ਉਹ ਸਾਫ਼ ਸੁਥਰਾ ਬਣ ਕੇ ਲੋਕਾਂ ਨੂੰ ਦਿਖਾਉਣਾ ਮੈਂ ਸਹਾਇਤਾ ਬੜੀ ਕਰਦਾ ਆ, ਪਰ ਜਦੋਂ ਸਰਾਂ 'ਚ ਆ ਜਾਣਾ ਨਾ, ਉਸ ਵੇਲੇ ਆਪਣੇ ਬੰਦਿਆਂ ਨੂੰ ਕਹਿ ਕੇ ਨਾ ਉਹਨਾਂ ਨੂੰ ਲੁੱਟਦਾ ਸੀ ਸਾਧ ਸੰਗਤ ਜੀ, ਠੱਗੀਆਂ ਮਾਰਦਾ ਸੀ। ਇਹ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਲੁੱਟੇ ਗਏ। ਜਿਸ ਵੇਲੇ ਇਤਿਹਾਸ ਆਪਾਂ ਸੂਰਜ ਪ੍ਰਕਾਸ਼ ਇਤਿਹਾਸ ਜਦੋਂ ਮਹਾਰਾਜ ਦਾ ਪੜ੍ਹਦੇ ਆ, ਸੋ ਗੁਰਮੁਖੋ ਜਦੋਂ ਦੀਨ ਦੁਨੀਆ ਦੇ ਮਾਲਕ ਉਸ ਕਮਰੇ ਵਿੱਚ ਆਏ, ਲੁੱਟਣ ਵਾਸਤੇ ਆ ਗਏ ਇਹਨੂੰ, ਮਹਾਰਾਜ ਤੇ ਕਹਿੰਦੇ ਸਾਡੇ ਕੋਲ ਨਾਮ ਹੀ ਹੈ ਮਹਾਰਾਜ ਦਾ, ਲੁੱਟਣਾ ਆ ਉਹ ਤੁਸੀਂ ਕਹਿੰਦੇ ਲੁੱਟ ਨਹੀਂ ਸਕਦੇ, ਜੇ ਲੁੱਟਣਾ ਤਾਂ ਲੁੱਟ ਲਓ, ਲੈ ਲਓ ਨਾਮ, ਮੇਰੇ ਕੋਲ ਤਾਂ ਨਾਮ ਹੀ ਹੈ ਮਹਾਰਾਜ ਦਾ। ਇਹ ਦੂਜੀ ਵਾਰ ਵਾਰਤਾ ਵੀ ਇਸੇ ਤਰ੍ਹਾਂ ਹੋਈ ਸੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਤੇ ਮਰਦਾਨੇ ਨਾਲ ਨਾ ਤੁਰੇ ਜਾਣ, ਮਹਾਰਾਜ ਹਨੇਰਾ ਹੋ ਗਿਆ ਜਾਂਦਿਆਂ ਨੂੰ, ਸਤਿਗੁਰਾਂ ਨੇ ਤੇ ਤੁਰ ਕੇ ਹੀ ਦੁਨੀਆ ਨੂੰ ਸਾਧ ਸੰਗਤ ਜੀ ਪਾਰੋ ਤਾਰਾ ਉਪਦੇਸ਼ ਦਿੱਤਾ ਨਾ, ਤਾਰਿਆਂ ਨਾ ਤੁਰ ਕੇ ਹੀ। ਸੋ ਗੁਰੂ ਸਾਹਿਬ ਜੀ ਨੂੰ ਹਨੇਰਾ ਹੋ ਗਿਆ, ਜਾਂਦੇ ਜਾਂਦੇ ਮਹਾਰਾਜ ਇੱਕ ਨਗਰ ਦੇਖਿਆ, ਦੂਰ ਇੱਕ ਨਗਰ ਦੇਖਿਆ। ਮਹਾਰਾਜ ਕਹਿੰਦੇ ਉਸ ਨਗਰ ਵਿੱਚ ਜਾਵਾਂਗੇ। ਹੋਇਆ ਕੀ ਹੈ ਭਾਈ, ਜਦੋਂ ਮਹਾਰਾਜ ਤੁਰੇ ਜਾ ਰਹੇ, ਕੋਈ ਚੋਰ ਕੋਈ ਧਾੜਵੀ ਨਾ ਮਹਾਰਾਜ ਦੇ ਕੋਲ ਆ ਕੇ ਖੜ ਗਿਆ ਤੇ ਉਹਦੇ ਮੋਢੇ ਤੇ ਕੁਹਾੜਾ ਰੱਖਿਆ ਹੋਇਆ ਆ। ਆਖਣ ਲੱਗਿਆ ਜੋ ਵੀ ਤੁਹਾਡੇ ਪਾਸ ਸਮਾਨ ਹੈ ਕੱਢ ਦਿਓ, ਨਹੀਂ ਮਾਰ ਦਵਾਂਗੇ ਤੁਹਾਨੂੰ। ਸਤਿਗੁਰੂ ਨਾਲ ਭਾਈ ਮਰਦਾਨਾ ਜੀ ਤਾਂ ਮਹਾਰਾਜ ਦੇ ਪਿੱਛੇ ਹੋ ਗਏ, ਡਰ ਗਏ ਸਾਧ ਸੰਗਤ ਜੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਪੁਰਖਾ ਲੁੱਟਣਾ ਆ, ਵਾਹਿਗੁਰੂ ਦਾ ਨਾਮ ਹੀ ਹੈ, ਲੁੱਟ ਲੈ ਤੂੰ। ਕਹਿੰਦੇ ਆ ਚੋਲਾ ਹੀ ਹੈ, ਸਾਡੇ ਵੀ ਲਾਹ ਕੇ ਲੈ ਜਾ। ਕਹਿੰਦੇ ਆਹੀ ਹੈ ਸਾਡੇ ਕੋਲ ਤਾਂ, ਫਕੀਰਾਂ ਕੋਲ। ਤੈਨੂੰ ਸ਼ਰਮ ਨਹੀਂ ਆਉਂਦੀ, ਰੱਬ ਦੇ ਫਕੀਰਾਂ ਨੂੰ ਲੁੱਟਦਾ ਫਿਰਦਾ ਆ। ਐਡਾ ਉੱਥੇ ਲਾਹਣਤਾਂ ਮਹਾਰਾਜ ਨੇ ਪਾਈਆਂ ਤੇ ਮਹਾਰਾਜ ਦੇ ਦੇਖੋ ਪ੍ਰਤਾਪ ਗੁਰੂ ਸਾਹਿਬ ਦਾ, ਤੇ ਛੱਡ ਦਿੱਤਾ ਕੁਹਾੜਾ। ਮਹਾਰਾਜ ਮੈਨੂੰ ਬਖਸ਼ ਲੋ। ਭਾਈ ਮਰਦਾਨਾ ਜੀ ਕਹਿੰਦੇ ਪਤਾ ਕੌਣ ਹੈ ਇਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹੈ। ਆਪ ਵਾਹਿਗੁਰੂ ਪਰਮੇਸ਼ਰ ਸਰੂਪ ਹੈ, ਆਪ ਅੱਲਾ ਤੇ ਦੁਨੀਆ ਨੂੰ ਤਾਰਦਾ ਫਿਰਦਾ, ਤੂੰ ਇਹਨਾਂ ਨੂੰ ਮਾਰਨ ਆ ਗਿਆ। ਇਹ ਸਾਧ ਸੰਗਤ ਜੀ ਵੱਡੇ ਵੱਡੇ ਚੋਰ ਤਾਂ ਕਰਕੇ ਵਿਦਵਾਨਾਂ ਨੇ ਤਾਂ ਆਖਿਆ ਤਾਰੇ ਗਨੇ ਆਜ਼ਾਦ ਤੇਰੇ ਤਾਰੇ ਨਾ ਗਿਨਾਤ ਹੈ।
ਮਹਾਰਾਜ ਜੋ ਤੁਸੀਂ ਤਾਰੇ ਹੈ ਨਾ, ਉਹ ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਸੋ ਅੱਜ ਵੀ ਮਹਾਰਾਜ ਤਾਰ ਰਹੇ ਨੇ, ਅੱਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਰ ਰਹੇ ਨੇ, ਅੱਜ ਵੀ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਤਾਰ ਰਹੀ ਹੈ ਸਾਨੂੰ। ਸੋ ਜਦੋਂ ਕੋਈ ਧਾੜਵੀ ਨੇ ਮਹਾਰਾਜ ਨੂੰ ਲੁੱਟਣ ਵਾਸਤੇ ਆਖਿਆ ਨਾ, ਕੱਢ ਦੋ ਜਿਹੜਾ ਕੁਝ ਹੈਗਾ ਆ, ਮਹਾਰਾਜ ਕਹਿੰਦੇ ਨਾਮ ਹੀ ਹੈ ਸਾਡੇ ਪਾਸ ਵਾਹਿਗੁਰੂ ਦਾ ਨਾਮ ਹੀ ਹੈ। ਤੇ ਚੋਰਾ ਜੇ ਤੂੰ ਚੋਰੀ ਕਰਨੀ, ਆ ਚੋਰੀ ਕਰ। ਸੋ ਉੱਥੇ ਮਹਾਰਾਜ ਨੇ ਪਰਮ ਉਪਦੇਸ਼ ਬਖਸ਼ਿਆ ਚੋਰ ਨੂੰ, ਤੇ ਚੋਰ ਚੋਰੀ ਛੱਡ ਗਿਆ ਚੋਰੀ। ਸੋ ਸਤਿਗੁਰੂ ਮਹਾਰਾਜ ਦਾ ਸਿੱਖ ਹੋ ਗਿਆ। ਇਸੇ ਪ੍ਰਕਾਰ ਭਾਈ ਲੱਖੂ ਜੀ ਵੀ ਪਹਿਲਾਂ ਚੋਰ ਸਨ। ਧਿਆਨ ਦਿਓ ਇੱਧਰ, ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਮਾਂ ਆਇਆ, ਭਾਈ ਲੱਖੂ ਜੀ ਧਾੜਵੀ ਸਨ, ਚੋਰ ਸਨ। ਇਹ ਕਿਤੇ ਮਹਾਰਾਜ ਦੇ ਪਾਸ ਆ ਗਏ, ਕਿਤੇ ਕਰਮ ਜਾਗ ਗਿਆ, ਆ ਗਏ ਮਹਾਰਾਜ ਦੇ ਪਾਸ ਦਰਸ਼ਨ ਕਰਨ ਵਾਸਤੇ। ਮਹਾਰਾਜ ਕਹਿੰਦੇ ਭਾਈ ਲੱਖੂ ਤੂੰ ਕਰਦਾ ਕੀ ਹੈ? ਝੂਠ ਨਹੀਂ ਬੋਲਿਆ। ਕਹਿੰਦਾ ਮਹਾਰਾਜ ਮੈਂ ਤਾਂ ਚੋਰੀ ਪਾਪੀ ਆ, ਬੰਦੇ ਮਾਰਦਾ ਹਾਂ। ਮਹਾਰਾਜ ਦੇ ਸੰਗਤ ਦੀ ਪਰਵਾਹ ਨਹੀਂ ਕੀਤੀ, ਮੈਨੂੰ ਕੋਈ ਕੀ ਆਖੇਗਾ, ਸੱਚ ਬੋਲਿਆ। ਮਹਾਰਾਜ ਬੜੇ ਖੁਸ਼ ਹੋਏ ਉਹਦੇ ਉੱਤੇ। ਸਤਿਗੁਰੂ ਕਹਿੰਦੇ ਲੱਖੂ ਤੂੰ ਪਹਿਲਾਂ ਇਹ ਚੰਗਾ ਕੰਮ ਕੀਤਾ, ਝੂਠ ਨਹੀਂ ਬੋਲਿਆ ਤੂੰ, ਪਰ ਚੋਰੀ ਕਰਨੀ ਵੀ ਮਾੜੀ ਹੈ। ਮਹਾਰਾਜ ਕਹਿੰਦੇ ਚੋਰੀ ਨਹੀਂ ਕਰਨੀ। ਐਡਾ ਸਤਿਗੁਰੂ ਕਹਿੰਦੇ ਸਾਡੇ ਕੋਲ ਰਹਿ ਤੂੰ ਇੱਥੇ। ਮਹਾਰਾਜ ਦੇ ਕੋਲ ਰਹਿਣ ਲੱਗ ਗਿਆ। ਤੇ ਯਾਦ ਰੱਖਿਓ ਇਹ ਉਹੀ ਭਾਈ ਲੱਖੂ ਸੀ। ਭਾਈ ਬੁੱਧੂ ਦਾ ਆਵਾ ਤੇ ਕੱਚਾ ਰਿਹਾ, ਭਾਈ ਲੱਖੂ ਦਾ ਬਚਨ ਨਹੀਂ ਮੁੜਿਆ। ਦੇਖੋ ਇਹ ਉਹੀ ਭਾਈ ਲੱਖੂ ਹੈ, ਕਿੱਡੀ ਅਵਸਥਾ ਤੇ ਪਹੁੰਚ ਗਿਆ। ਦੇਖੋ ਮਹਾਰਾਜ ਦੇ ਕੋਲ ਰਹਿਣ ਲੱਗ ਗਿਆ। ਪੰਜਵੇਂ ਸਵਾਮੀ ਜੀ ਦੇ ਪਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਰੋਵਰ ਦੀ ਕਾਰ ਸੇਵਾ ਹੋ ਰਹੀ ਸੀ। ਮਹਾਰਾਜ ਸੇਵਾ ਕਰਾਉਂਦੇ ਐ, ਉੱਥੇ ਬਾਣੀ ਮਹਾਰਾਜ ਪੜਾਉਂਦੇ ਐ। ਸੁਖਮਣੀ ਸਾਹਿਬ ਦਾ ਅਭਿਆਸੀ ਸੀ ਭਾਈ ਲੱਖੂ। ਭਾਈ ਲੱਖੂ ਜੀ ਸੁਖਮਣੀ ਸਾਹਿਬ ਦੇ ਅਭਿਆਸੀ ਸਨ। ਬਾਣੀ ਅੰਦਰ ਚੱਲਦੀ ਰਹਿੰਦੀ ਸੀ। ਦੇਖੋ ਚੋਰ ਤੋਂ ਸੰਤ ਹੋ ਗਏ ਆ, ਚੋਰ ਤੋਂ ਸੰਤ ਹੋ ਗਏ ਆ। ਤੇ ਜਦੋਂ ਲਾਹੌਰ ਵਿੱਚ ਇਹ ਭਾਈ ਬੁੱਧੂ ਨੇ ਕਹਿੰਦਾ ਮਹਾਰਾਜ ਮੇਰਾ ਆਵਾ ਤੇ ਕੱਚਾ ਹੀ ਰਹਿੰਦਾ ਆ। ਸੋ ਸਤਿਗੁਰੂ ਕਿਰਪਾ ਕਰੋ ਮੇਰੇ ਆ ਕੇ ਨਾ ਘਰੇ ਚਾਰਨ ਪਾਓ ਤੇ ਰੋਟੀ ਖਾਓ, ਆਪ ਜੀ ਭੋਜਨ ਛਕੋ। ਮਹਾਰਾਜ ਨੂੰ ਲੈ ਗਿਆ ਭਾਈ, ਸਾਰੀ ਸੰਗਤ ਨੂੰ ਲੈ ਗਿਆ। ਹੋਇਆ ਕੀ ਹੈ ਉਸ ਵੇਲੇ ਜਦੋਂ ਮਹਾਰਾਜ ਲਾਹੌਰ ਪਹੁੰਚੇ ਹੈ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਲਾਹੌਰ ਪਹੁੰਚੇ ਸੱਚੇ ਪਾਤਸ਼ਾਹ ਜੀ, ਇਹ ਭਾਈ ਬੁੱਧੂ ਨੇ ਨਾ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਬੁਲਾ ਕੇ, ਸਤਿਗੁਰਾਂ ਨੂੰ ਬੁਲਾ ਕੇ ਉੱਥੇ ਗੁਰੂ ਜੀ ਨੂੰ ਭੋਜਨ ਪਾਣੀ ਛਕਾਉਣ ਲੱਗ ਗਿਆ। ਜਦੋਂ ਸਾਧ ਸੰਗਤ ਜੀ ਭੋਜਨ ਪਾਣੀ ਛਕਾਇਆ, ਲਾਹੌਰ ਵਿਖੇ ਮਹਾਰਾਜ ਪਹੁੰਚੇ। ਇਹਦਾ ਆਵਾ ਕੱਚਾ ਹੀ ਰਿਹਾ ਕਰੇ। ਬੜੀਆਂ ਅਰਦਾਸਾਂ ਕਰਦਾ ਸੀ ਪਰ ਕਦੇ ਪ੍ਰਵਾਨ ਨਹੀਂ ਹੋਈ। ਕਿਸੇ ਨੇ ਗੁਰਸਿੱਖ ਨੇ ਦੱਸਿਆ ਮਹਾਰਾਜ ਨੂੰ ਘਰ ਲੈ ਕੇ ਸੇਵਾ ਕਰ ਲੈ, ਸਤਿਗੁਰੂ ਤੇਰੇ ਘਰ 'ਚ ਚਾਰਨ ਪਾ ਦੇਣਗੇ ਨਾ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੇ ਭਾਈ ਮਹਾਰਾਜ ਨੂੰ ਘਰ 'ਤੇ ਲੈ ਆਇਆ। ਤੇ ਜਦੋਂ ਸਾਰੀ ਸੰਗਤ ਨੂੰ ਸੱਦ ਲਿਆ, ਮਹਾਰਾਜ ਵੀ ਆ ਗਏ। ਸਤਿਗੁਰੂ ਜੀ ਸਿੰਘਾਸਣ ਤੇ ਪਲੰਘੇ ਤੇ ਬੈਠੇ ਬਿਰਾਜਮਾਨ ਹੈ ਮਹਾਰਾਜ। ਸਤਿਗੁਰੂ ਭੋਜਨ ਗ੍ਰਹਿਣ ਕਰ ਰਹੇ ਨੇ। ਸਤਿਗੁਰਾਂ ਦੇ ਸਿੱਖ ਨਾਲ ਨੇ, 5 ਸਿੱਖ ਭਾਈ ਜੇਠਾ, ਭਾਈ ਪੈਣਾ, ਪੁਰਾਹਣਾ, ਮੋਖਾ, ਭਾਈ ਵਿਧੀ ਚੰਦ। ਇਹ ਮਹਾਰਾਜ ਦੇ 5 ਸਿੱਖ ਸਨ ਸਾਧ ਸੰਗਤ ਜੀ। ਇਹੀ ਨਾਲ ਗਏ ਸੀ ਜਦੋਂ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ। ਤੇ ਭੋਜਨ ਮਹਾਰਾਜ ਨੇ ਛਕਿਆ ਤੇ ਅਰਦਾਸ ਹੋਣ ਲੱਗੀ। ਸੰਗਤ ਅਰਦਾਸ ਕਰਦੀ ਮਹਾਰਾਜ ਭਾਈ ਬੁੱਧੂ ਨੇ ਸੇਵਾ ਕੀਤੀ ਹੈ ਲੰਗਰ ਪ੍ਰਸ਼ਾਦੇ ਦੀ, ਸੇਵਾ ਪ੍ਰਵਾਨ ਕਰਿਓ ਤੇ ਭਾਵਨਾ ਇਹ ਹੈ ਤੇ ਬੁੱਧੂ ਦਾ ਆਵਾ ਪੱਕਾ ਰਹੇ। ਤੇ ਸਾਧ ਸੰਗਤ ਜੀ ਗੁਰੂਦੇਵ ਨੇ ਪੁੱਛਿਆ ਕਿ ਭਾਈ ਬੁੱਧੂ ਕੋਈ ਰਹਿ ਤਾਂ ਨਹੀਂ ਗਿਆ ਭੋਜਨ ਛਕਣ ਤੋਂ? ਇਹਨੇ ਗੇਟ ਬੰਦ ਕਰ ਲਿਆ ਸੀ ਵੀ ਕੋਈ ਹੁਣ ਕਿਹੜਾ ਕਿਸੇ ਨੇ ਆਉਣਾ ਹੈ। ਕਹਿੰਦਾ ਜੀ ਕੋਈ ਨਹੀਂ ਰਹਿ ਗਿਆ। ਕਿਤੇ ਭਾਈ ਲੱਖੂ ਜੀ ਆਪਣੀ ਮਸਤੀ ਵਿੱਚ ਸਾਧ ਸੰਗਤ ਜੀ ਆ ਗਏ। ਇਹਨਾਂ ਨੇ ਕਿਤੇ ਸਾਧ ਸੰਗਤ ਜੀ ਭੁੱਖ ਲੱਗੀ ਸੀ, ਭੋਜਨ ਛਕਣ ਦੇ ਬਹਾਨੇ ਆ ਗਏ। ਤੇ ਇਹ ਕਹਿਣ ਲੱਗਿਆ ਮਹਾਰਾਜ ਕੋਈ ਨਹੀਂ ਆਇਆ ਹੈ, ਕੋਈ ਸਾਰੇ ਆ ਗਏ ਬਸ ਕੋਈ ਨਹੀਂ ਰਹਿੰਦਾ। ਤੇ ਜਦੋਂ ਸੰਗਤ ਅਰਦਾਸ ਕਰਦੀ ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕਾ ਰਹੇ, ਇੱਟਾਂ ਪੱਕੀਆਂ ਨਿਕਲਣ, ਮਹਾਰਾਜ ਹੁਣ ਇਹਨੂੰ ਕੋਈ ਨੁਕਸਾਨ ਨਾ ਹੋਵੇ। ਤੇ ਸਾਧ ਸੰਗਤ ਜੀ
ਗੇਟੋਂ ਬਾਹਰ ਖੜਿਆ ਭਾਈ ਲੱਖੂ ਕਹਿੰਦਾ ਬੁੱਧੂ ਦਾ ਆਵਾ ਕੱਚਾ ਹੀ ਰਹੇ। ਹਾਲਾਂਕਿ ਅਰਦਾਸ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਕੀਤੀ, ਪਰ ਬ੍ਰਹਮ ਗਿਆਨੀ ਤੇ ਆਪ ਨਿਰੰਕਾਰ ਹੁੰਦਾ ਹੈ। ਮਹਾਰਾਜ ਤੇ ਇਉਂ ਕਹਿ ਕੇ ਚਲੇ ਗਏ। ਅਰਦਾਸ ਸਾਧ ਸੰਗਤ ਜੀ ਹੋ ਗਈ, ਸਤਿਗੁਰੂ ਤਾਂ ਚਲੇ ਗਏ। ਇਹ ਕਹਿੰਦਾ ਗਿਆ ਬੁੱਧੂ ਦਾ ਆਵਾ ਕੱਚਾ ਹੀ ਰਹੇ, ਕੱਚਾ ਹੀ ਰਹੇ, ਪਰ ਪ੍ਰਭ ਜੀ ਬਸੈ ਸਾਧ ਕੀ ਰਸਨਾ। ਵਾਹਿਗੁਰੂ ਤਾਂ ਸਾਧੂ ਦੀ ਰਸਨਾ ਤੇ ਬੈਠਾ ਆ। ਇੱਕ ਸਾਧ ਬਚਨ ਅਟ ਲਾਦਾ। ਇਹ ਸਾਧ ਸੰਗਤ ਜੀ ਭਾਈ ਲੱਖੂ ਤਾਂ ਚਲੇ ਗਈ ਇੱਦਾਂ ਹੀ, ਪਰ ਮਹਾਰਾਜ ਕੋਲ ਫੇਰ ਆ ਗਿਆ। ਮਹਾਰਾਜ ਮੈਂ ਤਾਂ ਸੋਚਿਆ ਸੀ ਕਿ ਸੇਵਾ ਕਰਕੇ ਮਹਾਰਾਜ ਬੜਾ ਕੁਝ ਮਿਲਦਾ ਆ। ਚਾਰ ਪਦਾਰਥ ਜੇ ਕੋਈ ਮਾਗੇ ਸਾਧ ਜਨਾ ਕੀ ਸੇਵਾ ਲਾਗੇ। ਸੇਵਾ ਕੀਤੀ ਸਾਧੂ ਸਤਪੁਰਖਾਂ ਦੀ, ਤੁਹਾਡੇ ਗੁਰਸਿੱਖਾਂ ਦੀ, ਤੁਹਾਡੀ ਸੰਗਤ ਦੀ, ਮਿਲਿਆ ਕੱਖ ਨਹੀਂ। ਮਹਾਰਾਜ ਆਵਾ ਤੇ ਮੇਰਾ ਕੱਚਾ ਹੀ ਰਹੇਗਾ। ਤੇ ਸਾਧ ਸੰਗਤ ਜੀ ਆਵਾ ਤੇ ਕੱਚਾ ਹੀ ਰਹਿ ਗਿਆ। ਕਹਿੰਦਾ ਮਹਾਰਾਜ ਬੜਾ ਮੇਰਾ ਫਿਰ ਨੁਕਸਾਨ ਹੋ ਗਿਆ। ਤੇ ਸਾਧ ਸੰਗਤ ਜੀ ਗੁਰੂਦੇਵ ਕਹਿੰਦੇ ਹੋਇਆ ਕੀ ਹੈ? ਮਹਾਰਾਜ ਕਹਿੰਦੇ ਇੱਕ ਇਹ ਭਾਈ ਬੁੱਧੂ ਕਹਿੰਦਾ ਸਤਿਗੁਰੂ ਜੀ ਕੋਈ ਲੱਖੂ ਨਾਂ ਦਾ ਸਿੱਖ ਹੈ। ਜਦੋਂ ਸੰਗਤ ਕਹਿੰਦੀ ਨਾ ਬੁੱਧੂ ਦਾ ਆਵਾ ਪੱਕਾ ਰਹੇ, ਇਹ ਕਹਿੰਦਾ ਸੀ ਕੱਚਾ ਰਹੇ। ਮਹਾਰਾਜ ਕਹਿੰਦੇ ਉਹ ਭਾਈ ਬੁੱਧੂ ਤੇਰੇ ਤੋਂ ਗਲਤੀ ਹੋਈ ਹੈ ਕੋਈ। ਭਾਈ ਲੱਖੂ ਜੀ ਬ੍ਰਹਮ ਗਿਆਨੀ ਮਹਾਤਮਾ ਨੇ, ਉਹਦੇ ਵਿੱਚ ਮੇਰੇ 'ਚ ਕੋਈ ਭੇਦ ਨਹੀਂ ਜੇ ਮਹਾਰਾਜ ਕਹਿੰਦੇ। ਸਤਿਗੁਰੂ ਜੀ ਹੁਣ ਕੀ ਕਰਾਂ? ਮਹਾਰਾਜ ਕਹਿੰਦੇ ਵੇਖ ਉਸ ਦਾ ਵੀ ਬਚਨ ਪੂਰਾ ਹੋਵੇਗਾ ਤੇ ਸਾਡਾ ਬਚਨ ਵੀ ਪੂਰਾ ਹੋਏਗਾ। ਉਸ ਦੇ ਬਚਨ ਨੂੰ ਮੈਂ ਮੋੜ ਨਹੀਂ ਸਕਦਾ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੈ ਮੋਹੇ, ਗੁਰਬਾਣੀ ਕਹਿੰਦੀ ਹੈ। ਸੋ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਹੇਗਾ ਤਾਂ ਤੇਰਾ ਆਵਾ ਕੱਚਾ ਹੀ, ਪਰ ਭਾ ਇੱਟਾਂ ਜਿਹੜੀਆਂ ਨੇ ਨਾ ਉਹ ਪੱਕੇ ਦੇ ਭਾਅ ਵਿਕਣਗੀਆਂ। ਮਹਾਰਾਜ ਕਹਿੰਦੇ ਜੋ ਤੇਰੀਆਂ ਇੱਟਾਂ ਨੇ ਆਵਾ ਨਾ ਜਿੰਨਾ ਤੇਰਾ ਉਹ ਪੱਕੇ ਦੇ ਭਾਅ ਵਿਕ ਜੂਗਾ। ਕਿਤੇ ਬਹੁਤੀ ਬਾਰਿਸ਼ ਆ ਗਈ, ਉਹ ਰਾਜੇ ਦੀ ਨਾ ਕੰਧ ਡਿੱਗ ਗਈ। ਸਾਧ ਸੰਗਤ ਜੀ ਕਿਲੇ ਦੀ ਕੰਧ ਜਦੋਂ ਡਿੱਗੀ ਹੈ ਬਹੁਤ ਹਨੇਰੀ ਝੱਖੜ ਵਗਿਆ। ਸਾਧ ਸੰਗਤ ਜੀ ਇੱਟਾਂ ਨਾ ਮਿਲਣ ਕਿਤੋਂ। ਹੁਣ ਗੁਰੂਦੇਵ ਦਾ ਬਚਨ ਵੀ ਪੂਰਾ ਹੋਣਾ ਸੀ। ਇਹ ਭਾਈ ਬੁੱਧੂ ਜੀ ਕੋਲ ਆ ਗਏ। ਇਹ ਕਹਿਣ ਲੱਗੇ ਭਾਈ ਬੁੱਧੂ ਜੀ ਸਾਨੂੰ ਆਪਣੀਆਂ ਇੱਟਾਂ ਚਾਹੀਦੀਆਂ ਨੇ, ਸਾਰਾ ਆਵਾ ਹੀ ਸਾਨੂੰ ਦੇ ਦੇ। ਇਹ ਕਹਿੰਦੇ ਵੀ ਆਵਾ ਤੇ ਤਾਂ ਲੈ ਲਾ, ਮੈਂ ਪੱਕਿਆ ਦੇ ਭਾਅ ਇੱਟ ਵੇਚਣੀ ਹੈ। ਕਹਿੰਦੇ ਠੀਕ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਦਾ ਬਚਨ ਵੀ ਪੂਰਾ ਹੋਇਆ ਤੇ ਉਹ ਆਵਾ ਕੱਚਾ ਹੀ ਰਿਹਾ। ਇਸੇ ਪ੍ਰਕਾਰ ਅਸਲ ਮਹਾਤਮਾ ਵੀ ਕੋਈ ਹੁੰਦੇ ਐ ਸਾਧ ਸੰਗਤ ਜੀ। ਪਰ ਸੋ ਗੁਰੂ ਸਾਹਿਬ ਤਾਂ ਇਹੀ ਕਹਿੰਦੇ ਐ ਐਸਾ ਜੰਤ ਕਿ ਦੇਖਿਆ ਜੈਸੀ ਧੋਈ ਲਾਖ। ਜਿਵੇਂ ਕੋਈ ਬਹੁਤਾ ਇਸ਼ਨਾਨ ਪਾਣ ਕਰੇ, ਬਹੁਤ ਸੁਚਮਤਾ ਮਰਿਆਦਾ ਰੱਖੇ, ਪਰ ਅੰਦਰ ਪਖੰਡੀ ਹੋਵੇ। ਪਖੰਡ ਉਸ ਨੂੰ ਆਖਿਆ ਜੋ ਬਾਹਰ ਹੈ ਅੰਦਰ ਨਹੀਂ ਹੈ। ਸੋ ਗੁਰੂ ਦੇਵਤਾ ਕਹਿੰਦੇ ਸੂਚੇ ਇਹ ਨਾ ਆਖੀ ਹੈ ਬਹਿਨ ਜੀ ਪਿੰਡਾ ਧੋਏ। ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ, ਜੋ ਜੂਰੂ ਸਿਰ ਨਾਵਣੀ ਆਵੇ ਵਾਰੋ ਵਾਰ। ਮਹਾਰਾਜ ਕਹਿੰਦੇ ਝੂਠਾ ਝੂਠਾ ਆਸਾ ਕੀ ਵਾਰ ਚ ਬਚਨ ਹੁੰਦਾ ਏ। ਝੂਠਾ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਝੂਠਾ ਖਾਂਦੇ ਐ, ਝੂਠ ਬੋਲਦੇ ਐ, ਉਹ ਖਰਾਬ ਹੀ ਹੁੰਦੇ ਐ। ਮਹਾਰਾਜ ਕਹਿੰਦੇ ਸੂਚੇ ਇਹ ਨਾ ਆਖੀਐਨ ਬਹਿਨ ਜੇ ਪਿੰਡਾ ਧੋਏ। ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਭਾਈ। ਜਿਨ੍ਹਾਂ ਦੇ ਮਨ ਦੇ ਅੰਦਰ ਮੇਰਾ ਵਾਹਿਗੁਰੂ ਵਸਦਾ, ਨਾਮ ਵਸਦਾ, ਗਿਆਨ ਵਸਦਾ, ਉਹੀ ਸੁੱਚੇ ਐ। ਜਿਨ੍ਹਾਂ ਦੇ ਮਨ ਅੰਦਰ ਪਵਿੱਤਰ ਗਿਆਨ ਵਸਦਾ, ਮਹਾਰਾਜ ਦਾ ਗਿਆਨ ਵਸਦਾ, ਵੇਦਾਂ ਸ਼ਾਸਤਰਾਂ ਦੇ ਗਿਆਨੀ ਅਕਾਲ ਪੁਰਖ ਦਾ ਗਿਆਨ ਵਸਦਾ, ਉਹੀ ਪਵਿੱਤਰ ਨੇ, ਉਹੀ ਚੰਗੇ ਨੇ, ਉਹੀ ਸੁੱਚੇ ਨੇ। ਮਹਾਰਾਜ ਕਹਿੰਦੇ ਭਾਈ ਮੈਂ ਇੱਕ ਜੰਤ ਵੇਖਿਆ। ਕਬੀਰ ਐਸਾ ਜੰਤਕ ਦੇਖਿਆ। ਕਬੀਰ ਜੀ ਮਹਾਰਾਜ ਕਹਿੰਦੇ ਮੈਂ ਇਹੋ ਜਿਹਾ ਇੱਕ ਦੰਭੀ ਪਖੰਡੀ ਭਾਈ ਇੱਕ ਜੀਵ ਵੇਖਿਆ। ਜੈਸੀ ਧੋਈ ਲਾਖ। ਜਿਵੇਂ ਮਹਾਰਾਜ ਕਹਿੰਦੇ ਧੋਤੀ ਬਾਹਰੋਂ ਲੱਖ ਚਮਕਦੀ ਹੋਵੇ, ਸਾਫ਼ ਪਵਿੱਤਰ ਹੋਵੇ, ਧੋਤੀ ਹੋਈ ਹੋਵੇ। ਦਿਸੈ ਚੰਚਲ ਬੋਗੁਨਾ। ਇਸੇ ਪ੍ਰਕਾਰ ਲੋਕਾਂ ਨੂੰ ਧੋਤੀ ਦੀ ਨਿਆਈ ਨਾ ਬਹੁਤ ਚੰਚਲ ਦਿਸਦਾ ਵੀ ਬੜਾ ਚੰਗਾ ਆ, ਬੜਾ ਚਤਰ ਹੈ, ਬੜਾ ਗਿਆਨੀ ਵਿਦਵਾਨ ਹੈ, ਬਹੁਤ ਗੁਣਾ।
ਬਹੁ ਗੁਣਾ ਕਰਕੇ ਜਿਹੜਾ ਚਤੁਰ ਦਿਸਦਾ ਹੋਵੇ। ਮਤਹੀਨਾ ਨਾ ਪਾਕ। ਮਹਾਰਾਜ ਕਹਿੰਦੇ ਸ੍ਰੇਸ਼ਟ ਮਤ ਨਹੀਂ ਹੈ, ਉਸ ਦੀ ਮਤ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ, ਗਿਆਨ ਨਹੀਂ ਹੈ ਸੱਚਾ, ਇਸ ਕਰਕੇ ਮਤਹੀਣਾ ਆ। ਉਹਦੀ ਮਤ ਵਾਹਿਗੁਰੂ ਦੇ ਨਾਮ ਤੋਂ ਹੀਣੀ ਹੈ। ਸਤਿਗੁਰੂ ਜੀ ਕਹਿੰਦੇ ਉਸ ਦੀ ਬੁੱਧੀ ਹੈ ਨਾ ਜਿਹੜੀ, ਸਤਿਗੁਰੂ ਦੇ ਪਰਮੇਸ਼ਰ ਜੀ ਦੇ ਗਿਆਨ ਤੋਂ ਹੀਣੀ ਹੈ, ਨਾਪਾਕ। ਇਸੇ ਕਰਕੇ ਉਹਦੀ ਮਤ ਬੁੱਧ ਹਿਰਦਾ ਤਾਂ ਨਾਪਾਕ ਅਪਵਿੱਤਰੀ ਹੈ। ਬਾਹਰੋਂ ਭਾਵੇਂ ਲੱਖ ਪਵਿੱਤਰ ਬਣੀ ਫਿਰਦਾ ਆ, ਦੰਭੀ ਅੰਦਰ ਤੇ ਅਪਵਿੱਤਰ ਹੀ ਹੈ। ਸੋ ਸਾਧ ਸੰਗਤ ਜੀ, ਅਸੀਂ ਕਈ ਗੁਰਮੁਖ ਪਿੱਛੇ ਜੀ ਦਿਨਾਂ 'ਚ ਹੀ ਗੱਲ ਕਰਦੇ ਸੀ ਅਸੀਂ ਕਿ ਪਖੰਡੀ ਸਾਧ ਨੇ ਸਾਧ ਸੰਗਤ ਜੀ ਲਿਬਾਸ ਹੀ ਪਾਇਆ ਹੈ ਨਾ, ਤੇ ਕੰਮ ਕੀ ਕਰਦੇ ਆ, ਪੁੱਠੇ ਬੰਦੇ ਮਾਰਦੇ, ਕਿਤੇ ਲੁੱਟ ਲਿਆ। ਸਾਧ ਸੰਗਤ ਜੀ, ਇਹ ਕਿਸੇ ਸਾਧੂਆਂ ਵਾਲਾ ਕੰਮ ਹੈ। ਸਾਧੂ ਕੌਣ ਹੁੰਦਾ ਆ? ਜਿਸ ਨੇ ਮਨ ਨੂੰ ਸਾਧ ਲਿਆ, ਜਿਸ ਨੇ ਮਨ ਨੂੰ ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ। ਕਿਤੇ ਪ੍ਰਚਾਰ ਕੀਤਾ ਆ, ਕਿਤੇ ਬੜੇ ਨੇ ਬੜੇ ਫਿਰਦੇ ਚੋਲੇ ਪਾਈ ਸਾਧ ਸੰਗਤ ਜੀ ਚਿੱਟੇ, ਪਰ ਪ੍ਰਚਾਰ ਕੋਈ ਕੀਤਾ ਗੁਰਮਤ ਦਾ? ਕਿਤੇ ਗੁਰਬਾਣੀ ਦਾ ਪ੍ਰਚਾਰ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਜਾ ਕੇ ਕੀਤਾ? ਗੱਡੀਆਂ 'ਚ ਘੁੰਮਣ ਜੋ ਗਈਆਂ ਬਸ। ਸਾਧ ਸੰਗਤ ਜੀ, ਗੱਡੀ ਸਾਡੇ ਕੋਲ 2 ਕਰੋੜ ਦੀ ਹੋਵੇ, ਪ੍ਰਚਾਰ ਨਹੀਂ ਕਰਨਾ ਅਸੀਂ, ਤੇ ਪੰਥ ਦੀਆਂ ਜੜ੍ਹਾਂ 'ਚ ਪਾਉਣਾ ਤੇਲੀ ਹੈ। ਸਾਧ ਸੰਗਤ ਜੀ, ਤੇ ਜਿਹੜੇ ਕਰਦੇ ਉਹਨਾਂ ਦਾ ਵਿਰੋਧ ਲੱਤਾਂ ਖਿੱਚਣੀਆਂ। ਤੇ ਇਸੇ ਕਰਕੇ ਦੰਭੀ ਪੁਰਖ ਉਹਨਾਂ ਬਾਰੇ ਮਹਾਰਾਜ ਬਚਨ ਕਰ ਰਹੇ ਹੈ, ਮਤਹੀਨਾ ਨਾ ਪਾਕ। ਬਾਹਰੋਂ ਭਾਵੇਂ ਜਿੰਨੀ ਮਰਜੀ ਮਾਲਾ ਫੜੀ ਹੈ, ਚੋਲੇ ਪਾਏ ਹੈ, ਭਾਵ ਪਹਿਰਾਵਾ ਪਾਇਆ, ਅੰਦਰੋਂ ਤਾਂ ਭਾਈ ਅਪਵਿੱਤਰ ਹੀ ਹੈ। ਮਤ ਬੁੱਧ ਤਾਂ ਹੀਣੀ ਹੋਈ ਹੈ, ਗਿਆਨ ਨਹੀਂ ਹੈ, ਅੰਦਰ ਗਿਆਨ ਨਹੀਂ ਆਇਆ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਥੋੜਾ ਹੋਰ ਖਿਆਲ ਰੱਖਣਾ, ਟਕਸਾਲ ਦਾ ਮੁਖੀ ਉਸ ਨੂੰ ਹੀ ਬਣਾਇਆ ਜਾਂਦਾ ਸੀ ਜਿਹੜਾ ਭਾਈ ਨਿਤਨੇਮੀ ਅਭਿਆਸੀ ਤੇ ਵਿਦਵਾਨ ਹੋਵੇ। ਉਸ ਨੂੰ ਹੀ ਭਿੰਡਰਾਂ ਦੀ ਜਿਹੜੀ ਟਕਸਾਲ ਹੈ ਨਾ, ਪ੍ਰਚਾਰ ਕਰਨ ਦਾ ਹੱਕ ਹੀ ਉਸ ਨੂੰ ਦਿੱਤਾ ਜਾਂਦਾ ਸੀ ਜਿਹੜਾ ਨਿਤਨੇਮੀ, ਖੁਦ ਨਿਤਨੇਮੀ ਰਹਿਤਵਾਨ ਹੈ ਤੇ ਗਿਆਨੀ ਹੈ। ਉਸ ਨੂੰ ਪ੍ਰਚਾਰ ਕਰਨ ਵਾਸਤੇ ਬਾਹਰ ਨਹੀਂ ਸੀ ਭੇਜਿਆ ਜਾਂਦਾ। ਸਾਧ ਸੰਗਤ ਜੀ ਦੇਖੋ, ਉਸ ਨੂੰ ਪੂਰੀ ਵਿਦਿਆ ਦੇ ਕੇ, ਬ੍ਰਹਮ ਵਿਦਿਆ ਦੇ ਕੇ, ਨਿਪੁੰਨ ਕਰਕੇ ਹੀ ਪ੍ਰਚਾਰ ਤੇ ਭੇਜਿਆ ਜਾਂਦਾ ਸੀ। ਕਹਿੰਦੇ ਮਹਾਰਾਜ ਦੀ ਟਕਸਾਲ ਨੂੰ ਕਿਤੇ ਲਾਜ ਨਾ ਲਾ ਦੇਵੇ। ਇੰਨਾ ਨਿਚੋੜ ਕੇ ਤਾਂ ਹੀ ਆਖਿਆ ਨਾ ਗੁਰਬਾਣੀ ਨੇ, ਘੜੀਐ ਸ਼ਬਦ ਸੱਚੀ ਟਕਸਾਲ, ਤਿੱਥੈ ਸੁਰਤ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸੁਰਤ ਨੂੰ, ਮਤ ਨੂੰ, ਮਨ ਨੂੰ, ਬੁੱਧ ਨੂੰ ਘੜ ਕੇ ਫਿਰ ਪ੍ਰਚਾਰ ਵੱਲ ਤੁਰਿਆ ਜਾਂਦਾ। ਪਿੰਡਾਂ ਦੇ ਟਕਸਾਲ ਦਾ ਰੂਲ ਹੈ, ਸਾਸ ਮਰਿਆਦਾ ਏ, ਉਹਨਾਂ ਚਿਰ ਸਟੇਜ ਤੇ ਬੈਠਣ ਦਾ ਹੁਕਮ ਨਹੀਂ ਹੈ। ਤੇ ਅੱਜ ਕਿਹੜਾ ਪੁੱਛਦਾ ਆ? ਜੇ ਛੋਟੇ ਛੋਟੇ ਜਵਾਕ ਮੈਂ ਵੇਖਦਾ ਆ ਪ੍ਰਚਾਰ ਕਰਦੇ ਫਿਰਦੇ ਵੀ ਪੜ੍ਹਤਾ ਲਓ ਭਾਈ, ਵਿਦਿਆ ਤੇ ਚੰਗੀ ਲੈ ਲਓ, ਪਰ ਨਹੀਂ ਹੈ। ਉਹਨਾਂ ਚਿਰ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ ਜਿੰਨਾ ਚਿਰ ਮਤ ਵਿੱਚ ਸ੍ਰੇਸ਼ਟ ਬੁੱਧੀ ਨਹੀਂ ਹੈ ਤੇ ਗੁਰੂ ਸਾਹਿਬ ਦਾ ਗਿਆਨ ਜਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਨਾਮ ਅਭਿਆਸ ਨਹੀਂ ਜੇ ਕੋਈ ਕਰਦਾ। ਗੁਰਬਾਣੀ ਨੇ ਤਾਂ ਇਹੀ ਆਖਿਆ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਬਸਾਵੇ। ਟਕਸਾਲਾਂ ਵਿੱਚ ਸਾਧ ਸੰਗਤ ਜੀ ਨਿਤਨੇਮ ਅਭਿਆਸ ਕਰਾਇਆ ਜਾਂਦਾ। ਵੱਧ ਤੋਂ ਵੱਧ ਗੁਰਬਾਣੀ ਪੜ੍ਹ, ਰਹਿਤਵਾਨ ਹੋ, ਮਰਿਆਦਾ 'ਚ ਰਹਿ। ਸਾਧ ਸੰਗਤ ਜੀ, ਤੇ ਫੇਰ ਕਹਿੰਦੇ ਤੂੰ ਕਥਾ ਕਰ। ਚੰਗੇ ਪਹਿਲਾਂ ਗ੍ਰੰਥਾਂ ਨੂੰ ਖੋਜ ਲੈ, ਗ੍ਰੰਥਾਂ ਨੂੰ ਪੜ੍ਹ, ਗਿਆਨ ਨੂੰ ਲੈ ਪਹਿਲਾਂ, ਫਿਰ ਕਮਾਈ ਕਰ, ਫਿਰ ਕਿਤੇ ਜਾ ਕੇ ਉਪਦੇਸ਼ ਦਿੱਤਾ ਜਾਂਦਾ ਸੀ। 11-11, 10-10 ਸਾਲ, 9-9 ਸਾਲ ਲੱਗ ਜਾਂਦੇ ਐ। ਇਸ ਕਰਕੇ ਗੁਰਮੁਖੋ, ਪਰ ਪਖੰਡੀਆਂ ਦੰਭੀਆਂ ਨੇ ਕੀ ਕੀਤਾ? ਗੁਰੂ ਸਾਹਿਬ ਦੀ ਸਿੱਖੀ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਕਸਰ ਨਹੀਂ ਕੋਈ ਛੱਡੀ ਸਾਧ ਸੰਗਤ ਜੀ। ਪਰ ਮਹਾਰਾਜ ਕਹਿੰਦੇ ਦੀਸੈ ਚੰਚਲ ਬਹੁ ਗੁਣਾ, ਉਹ ਦਿਖਣ ਨੂੰ ਭਾਵੇਂ ਚੰਚਲ ਲੱਗਣ ਬਹੁ ਗੁਣਾ, ਲੋਕਣ ਵੀ ਬਾਹਲੇ ਗੋਣੇ, ਪਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਪ੍ਰਵਾਨ ਨਹੀਂ ਹੋਣਗੇ। ਮਤਹੀਨ ਨਾ ਪਾਕ, ਕਿਉਂਕਿ ਉਹਨਾਂ ਦੀ ਮਤ ਵਿੱਚ ਤਾਂ ਭਾਈ ਹੀਣ ਪੁਣਾ ਹੀ ਹੈ। ਭਾਵ
ਗੁਰਮੰਤਰਹੀਣ ਸਿਆ ਜੋ ਪ੍ਰਾਣੀ ਧਰਗੰਤ ਜਨਮ ਭ੍ਰਸ਼ਟ ਨੇ ਉਹ ਅਪਵਿੱਤਰੀ ਹੈ। ਉਹਨਾਂ ਦੀ ਮਤ ਬੁੱਧ ਵਿੱਚ ਵਾਹਿਗੁਰੂ ਦਾ ਨਾਮ ਨਾ ਹੋਣ ਕਰਕੇ ਨੀਵੇਂ ਹੀ ਹੈ। ਖਸਮ ਵਸਾਰੈ ਤੇ ਕਮਜਾਤ। ਕਬੀਰ ਮੇਰੀ ਬੁੱਧ ਕੋ। ਕੋਈ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੂੰ ਆਖਣ ਲੱਗਿਆ, ਮਹਾਰਾਜ ਤੁਹਾਡੀ ਬੁੱਧੀ ਕੀ ਹੈ? ਫਿਰ ਜਿਹੜੀ ਤੁਹਾਡੀ ਮਤ ਹੈ, ਅਕਲ ਹੈ, ਉਹਦੇ ਬਾਰੇ ਦੱਸਣਾ ਕਰੋ। ਮਹਾਰਾਜ ਆਪਣੀ ਬੁੱਧੀ ਬਾਰੇ ਹੁਣ ਗੱਲ ਕਰਨਗੇ। ਭਾਈ ਜਿਹੜੀ ਮੇਰੀ ਬੁੱਧ ਹੈ, ਜਮ ਨਾ ਕਰੇ ਤਿਸਕਾਰ। ਕਬੀਰ ਮੇਰੀ ਬੁੱਧ ਕੋ। ਹਾਂਜੀ, ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜੀ ਮੇਰੀ ਬੁੱਧੀ ਹੈ ਨਾ, ਅਕਲ, ਮਤ, ਇਹ ਗੁਰੂ ਜੀ ਨੇ ਸਾਨੂੰ ਵੀ ਆਖਿਆ, ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ। ਆ ਸਿੱਖਿਆ ਸੁਣ ਲੈ। ਹੁਣ ਗੁਰੂ ਤੇਰੇ ਘਰ ਘਰ ਆ ਕੇ ਵੀ ਤੈਨੂੰ ਗਿਆਨ ਦੇ ਕੇ ਆਵੇ, ਤੂੰ ਲੈਣਾ ਗਿਆਨ। ਸਾਧ ਸੰਗਤ ਜੀ ਅਸੀਂ ਜਾਂਦੇ ਹਾਂ ਬਾਜ਼ਾਰਾਂ ਵਿੱਚ ਸਮਾਨ ਅਸੀਂ ਲੈਣ ਜਾਣ ਕੇ ਸਾਨੂੰ ਆਪ ਆ ਕੇ ਦੇ ਕੇ ਜਾਂਦੇ ਆ। ਇਸੇ ਪ੍ਰਕਾਰ ਗੁਰੂ ਘਰ ਆ ਕੇ ਪਹਿਲਾਂ ਮਤ ਵਿੱਚ ਮਤ ਰਤਨਾ ਵਰਗੀ ਹੋ ਜੂਗੀ, ਗੁਰੂ ਜੀ ਕਹਿੰਦੇ। ਪਰ ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣ ਹੈ ਪਹਿਲਾਂ ਸੁਣ। ਸੋ ਕਬੀਰ ਜੀ ਮਹਾਰਾਜ ਕਹਿੰਦੇ ਮੇਰੀ ਬੁੱਧ ਕੋ, ਮੇਰੀ ਬੁੱਧ ਨਾ ਹੁਣ ਭਾਈ ਸ੍ਰੇਸ਼ਟ ਹੋ ਗਈ ਹੈ। ਮੈਂ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਕੰਨਾਂ ਨਾਲ ਸੁਣਿਆ, ਰਾਮ ਦੇ ਨਾਮ ਨੂੰ ਜਪਿਆ, ਰਸਨਾ ਨਾਲ ਜਪਿਆ, ਮੇਰੀ ਬੁੱਧ ਨਿਰਮਲ ਹੋ ਗਈ। ਜਮ ਨਾ ਕਰੇ ਤਿਸਕਾਰ। ਜਮ ਨਾ ਕਰੇ ਤਿਸਕਾਰ। ਉਹ ਜਮ ਜਿਹੜੇ ਦੂਤ ਹੈ, ਜਮ ਨੇ ਜਿਹੜੇ ਕਾਮਾਦਿਕ ਜਮ ਨੇ, ਵਿਕਾਰ ਹੈ, ਕੰਮ ਕਰੋ ਲੋਭ ਮੋਹ ਹੰਕਾਰ, ਇਹ ਵੀ ਜਮ ਹੈ ਜੋ ਜਮ ਕੇ ਅੰਦਰ ਬੈਠੇ ਹੈ। ਜਮ ਨਾ ਕਰੇ ਤਿਸਕਾਰ। ਇਹ ਨਿਰਾਦਰ ਨਹੀਂ ਕਰਨਗੇ, ਬੁਰਾ ਨਹੀਂ ਕਰਨਗੇ, ਕਿਉਂਕਿ ਇਹਦੇ ਤੋਂ ਮੈਂ ਦੂਰ ਹੋ ਗਿਆ। ਮੇਰੀ ਬੁੱਧ ਇਹਦੇ ਤੋਂ ਪਰੇ ਕਿਤੇ ਦੂਰ ਹੋ ਗਈ। ਮਹਾਰਾਜ ਕਹਿੰਦੇ ਹੁਣ ਭਾਈ ਜਮਾਂ ਤੋਂ ਦੂਰ ਹੋ ਗਏ ਆ ਅਸੀਂ। ਉਹ ਦੂਤ ਨਿਰਾਦਰ ਨਹੀਂ ਕਰਕੇ, ਨਹੀਂ ਤਾਂ ਨਿਰਾਦਰੀ ਹੁੰਦਾ ਆ। ਜਮ ਦੂਤ ਨਿਰਾਦਰੀ ਕਰਦੇ ਐ। ਕੇਸਾਂ ਤੋਂ ਫੜ ਕੇ ਜੋ ਜਮ ਆਏ ਕੇਸ ਗਹਿ ਪਟ ਕੇ, ਕੇਸਾਂ ਤੋਂ ਫੜਦੇ ਆ ਭਾਈ। ਸੋ ਮਹਾਰਾਜ ਕਹਿੰਦੇ ਮੇਰੀ ਬੁੱਧ ਵਾਹਿਗੁਰੂ ਵਾਲੀ ਹੋ ਗਈ ਹੈ। ਬ੍ਰਹਮ, ਮੇਰੀ ਬੁੱਧੀ ਵਿੱਚ ਬ੍ਰਹਮ ਗਿਆਨ ਆ ਗਿਆ, ਵਾਹਿਗੁਰੂ ਦਾ ਪੂਰਾ ਪੂਰਾ ਗਿਆਨ ਆ ਗਿਆ। ਇਸੇ ਪ੍ਰਕਾਰ ਮੇਰੀ ਬੁੱਧ ਸ੍ਰੇਸ਼ਟ ਹੋ ਗਈ ਹੈ। ਜਮ ਨਿਰਾਦਰ ਨਹੀਂ ਕਰੇਗਾ। ਜਿਹੋ ਜਮੂਆ ਸਿਰਜਿਆ। ਕਹਿੰਦੇ ਜੀ ਕਾਹਤੋਂ ਨਹੀਂ ਕਰੇਗਾ? ਜਮ ਕਿਉਂ ਨਹੀਂ ਤੁਹਾਡਾ ਨਿਰਾਦਰ ਕਰੇਗਾ? ਤਾਂ ਮਹਾਰਾਜ ਬਚਨ ਉਚਾਰਦੇ ਹਨ, ਜਿਨ ਇਹੋ ਜਮੂਆ ਸਿਰਜਿਆ। ਸਾਨੂੰ ਵੀ ਦੱਸਦੇ ਐ, ਜਿਨ ਇਹ ਜਮੂਆ ਸਿਰਜਿਆ, ਜਿਸ ਜਮਦੂਤਾਂ ਨੂੰ ਵਾਹਿਗੁਰੂ ਨੇ ਸਿਰਜਿਆ। ਸੋ ਜਪਿਆ ਪਰ ਵਿਦਗਾਰ। ਮੈਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ, ਪਰਵਦਗਾਰ। ਪਰਵਦਗਾਰ ਜੋ ਸਾਰਿਆਂ ਦੀ ਪਾਲਣਾ ਪੋਸ਼ਣਾ ਪਰਵਰਿਸ਼ ਕਰਨ ਵਾਲਾ ਵਾਹਿਗੁਰੂ ਹੈ। ਮੈਂ ਤਾਂ ਉਹਦੇ ਨਾਮ ਨੂੰ ਜਪਿਆ ਜਿਸ ਵਾਹਿਗੁਰੂ ਨੇ ਜਮਦੂਤ ਸਾਜੇ ਬਣਾਏ ਹੈ, ਧਰਮ ਰਾਏ ਦੀ ਡਿਊਟੀ ਲਾਈ ਹੈ। ਸੋ ਗੁਰੂ ਸਾਹਿਬ ਕਹਿੰਦੇ ਸਾਰਾ ਕੁਝ ਜਿਸ ਨੇ ਕੀਤਾ ਆ, ਮੈਂ ਤਾਂ ਉਸ ਵਾਹਿਗੁਰੂ ਨੂੰ ਜਪਿਆ। ਇਸ ਕਰਕੇ ਮੇਰੀ ਬੁੱਧ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਮੈਂ ਤੇ ਅਕਾਲ ਪੁਰਖ ਨੂੰ ਜਪਣਾ ਵਾਲਾ ਭਗਤ ਹੈ, ਸੰਤ ਹੈ, ਮਹਾਤਮਾ ਹੈ। ਮੈਨੂੰ ਮੈਂ ਹੁਣ ਜਮਾਂ ਦੇ ਵਸ ਨਹੀਂ ਪਾਵਾਂਗਾ। ਮੇਰੀ ਬੁੱਧੀ, ਮੇਰੀ ਜਿਹੜੀ ਅਕਲ ਹੈ, ਉਹ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਸ ਨਹੀਂ ਪਏਗੀ। ਕਿਉਂਕਿ ਜਿਸ ਨੇ ਅਕਾਲ ਪੁਰਖ ਨੇ ਜਿਸ ਨੂੰ ਬਣਾਇਆ, ਮੈਂ ਤੇ ਭਾਈ ਉਸ ਵਾਹਿਗੁਰੂ ਦੇ ਨਾਮ ਨੂੰ ਜਪਦਾ ਆ। ਇਸੇ ਪ੍ਰਕਾਰ ਗੁਰੂ ਸਾਹਿਬ ਨੇ, ਭਗਤ ਜੀ ਨੇ ਦੱਸਿਆ। ਆਪ ਜੀ ਨੇ ਬਚਨ ਸਰਵਣ ਕੀਤੇ ਨੇ। ਮਹਾਰਾਜ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਵਿਚਾਰ ਕਰਦੇ ਹਾਂ। ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤਾਂ ਨੇ ਬਖਸ਼ ਲੈਣਾ। ਭਾਈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਬ੍ਰਹਮਾ ਪਹਿ ਮੇਲੇ। ਭਗਤ ਜੀ ਮਾਰੇ 10 ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਜਿਨ ਇਹੋ ਜਮੁਆ ਸਿਰਜਿਆ, ਸੋ ਜਪਿਆ ਪਰਵਦਗਾਰ। ਜਿਨ ਇਹੋ ਜਮੁਆ ਸਿਰਜਿਆ, ਸੋ ਜਪਿਆ ਪਰਵਦਗਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ